नमस्कार दोस्तों, स्वागत है आपका हमारे यूट्यूब चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारा चैनल सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਇਸ ਸੈਸ਼ਨ ਦੇ ਵਿੱਚ ਆਪਾਂ ਤਿੰਨ ਟੌਪਿਕ ਕਰਾਂਗੇ। ਪਹਿਲਾ ਟੌਪਿਕ ਹੈਗਾ ਜੀ ਪ੍ਰੈਜ਼ੀਡੈਂਟ, ਦੂਸਰਾ ਟੌਪਿਕ ਹੈਗਾ ਜੀ ਵਾਈਸ ਪ੍ਰੈਜ਼ੀਡੈਂਟ ਤੇ ਥਰਡ ਟੌਪਿਕ ਹੈਗਾ ਪ੍ਰਾਈਮ ਮਿਨਿਸਟਰ। ਤੇ ਚੱਲਦੇ ਹਾਂ ਅੱਜ ਦੇ ਪਹਿਲੇ ਟੌਪਿਕ ਤੇ। ਭਾਰਤ ਵਿੱਚ ਰਾਜ ਦਾ ਕਾਰਜਕਾਰੀ ਮੁਖੀ ਕੌਣ ਹੈ? ਇਹਦਾ ਰਾਈਟ ਆਨਸਰ ਹੈ ਜੀ ਰਾਸ਼ਟਰਪਤੀ। ਜਿਹੜਾ ਐਗਜ਼ੀਕਿਊਟਿਵ ਜਿਹੜਾ ਹੈੱਡ ਹੁੰਦਾ ਹੈ ਉਹ ਰਾਸ਼ਟਰਪਤੀ ਹੈ। ਇਹਨੂੰ ਨਾਮਾਤਰ ਮੁਖੀ ਵੀ ਕਿਹਾ ਜਾਂਦਾ ਹੈ ਤੇ ਜਿਹੜਾ ਅਸਲ ਮੁਖੀ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਹੁੰਦਾ ਹੈ। ਠੀਕ ਹੈ ਜੀ, ਇਹ ਤੁਸੀਂ ਧਿਆਨ 'ਚ ਰੱਖ ਲੈਣਾ। ਹੇਠਾਂ ਦਿੱਤੇ ਵਿੱਚੋਂ ਭਾਰਤੀ ਗਣਰਾਜ ਦਾ ਮੁਖੀ ਕੌਣ ਹੈ? ਭਾਰਤੀ ਗਣਰਾਜ ਦਾ ਮੁਖੀ ਹੈ ਭਾਰਤ ਦੇ ਰਾਸ਼ਟਰਪਤੀ। ਹਾਂਜੀ, ਹੁਣ ਧਿਆਨ ਦੇਣੀਆਂ ਗੱਲਾਂ ਨੋਟ ਕਰਨੀਆਂ। ਆਰਟੀਕਲ 52 ਦੇ ਵਿੱਚ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ। ਉਹ ਭਾਰਤ ਦੀ ਕਾਰਜਕਾਰਨੀ ਦਾ ਸੰਵਿਧਾਨਕ ਮੁਖੀ ਹੋਏਗਾ, ਯਾਨੀ ਕਿ ਐਗਜ਼ੀਕਿਊਟਿਵ ਜਿਹੜਾ ਉਹ ਹੈੱਡ ਹੋਏਗਾ। ਰਾਸ਼ਟਰਪਤੀ 5 ਸਾਲ ਦੇ ਸਮੇਂ ਦੇ ਲਈ ਉਹਦੀ ਚੋਣ ਹੋਏਗੀ। ਉਹ ਭਾਰਤ ਦਾ ਪਹਿਲਾ ਨਾਗਰਿਕ ਹੈ। ਠੀਕ ਹੈ ਜੀ, ਜਿਹੜਾ ਰਾਸ਼ਟਰਪਤੀ ਹੈ ਉਹ ਭਾਰਤ ਦਾ ਪਹਿਲਾ ਨਾਗਰਿਕ ਹੈ ਤੇ ਉਹ ਭਾਰਤ ਦੀ ਸੰਸਦ ਦਾ ਅਨਿੱਖੜਵਾਂ ਅੰਗ ਹੈ। ਜਿਹੜੀ ਪਾਰਲੀਮੈਂਟ ਹੈ ਉਹ ਤਿੰਨਾਂ ਤੋਂ ਮਿਲ ਕੇ ਬਣਦੀ ਹੈ, ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਟ। ਇਹਨਾਂ ਤਿੰਨਾਂ ਨੂੰ ਮਿਲਾਵਾਂਗੇ ਤਾਂ ਫਿਰ ਪਾਰਲੀਮੈਂਟ ਬਣਦੀ ਹੈ। ਭਾਰਤ ਦੇ ਉਪ ਰਾਸ਼ਟਰਪਤੀ ਨੂੰ ਇਹ ਅਸਤੀਫਾ ਦਿੰਦਾ ਆਪਣਾ ਤੇ ਉਪ ਰਾਸ਼ਟਰਪਤੀ ਆਪਣਾ ਅਸਤੀਫਾ ਜਿਹੜਾ ਉਹ ਰਾਸ਼ਟਰਪਤੀ ਨੂੰ ਦਿੰਦਾ ਹੈ। ਹਥਿਆਰਬੰਦ ਸੈਨਾ ਦਾ ਇਹ ਸੁਪਰੀਮ ਕਮਾਂਡਰ ਹੈ। ਭਾਵ ਕਹਿਣ ਦਾ ਮਤਲਬ ਹੈ ਵੀ ਤਿੰਨਾਂ ਸੈਨਾਵਾਂ ਦਾ ਹੀ ਮੁਖੀ ਹੁੰਦਾ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਜੀ ਹਨ ਤੇ ਮੌਜੂਦਾ ਜਿਹੜੇ ਰਾਸ਼ਟਰਪਤੀ ਆ ਦ੍ਰੌਪਦੀ ਮੁਰਮੂ, ਇਹ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣੇ ਆ ਤੇ ਕਬਾਇਲੀ ਟ੍ਰਾਈਬਲ ਸੁਸਾਇਟੀ ਨੂੰ ਬਿਲੋਂਗ ਕਰਦੇ ਆ ਤੇ ਟ੍ਰਾਈਬ ਸੁਸਾਇਟੀ ਤੋਂ ਇਹ ਪਹਿਲੇ ਜਿਹੜੇ ਪ੍ਰੈਜ਼ੀਡੈਂਟ ਬਣੇ ਆ ਤੇ ਇਸ ਤੋਂ ਪਹਿਲਾਂ ਇਹ ਉੜੀਸਾ ਦੇ ਗਵਰਨਰ ਸਨ। ਹਾਂਜੀ, ਹੋਰ ਕਿਹੜੀ ਗੱਲਾਂ ਨੋਟ ਕਰਨੀਆਂ ਜੀ। ਆਰਟੀਕਲ 52 ਦੇ ਭਾਗ 5 ਦੇ ਵਿੱਚ ਰਾਸ਼ਟਰਪਤੀ ਦੀ ਉਹਦੇ ਦੀ ਵਿਵਸਥਾ ਕੀਤੀ ਗਈ ਹੈ। ਠੀਕ ਹੈ, ਇਹ ਸੰਵਿਧਾਨ ਦਾ ਭਾਗ 5ਵਾਂ ਜੀ, ਧਿਆਨ ਰੱਖ ਲੈਣਾ। ਇਹ ਆਰਟੀਕਲ 52 ਹੈ, ਉਹਦੇ ਵਿੱਚ ਰਾਸ਼ਟਰਪਤੀ ਦੇ ਉਹਦੇ ਦੀ ਵਿਵਸਥਾ ਕੀਤੀ ਗਈ ਹੈ। ਰਾਸ਼ਟਰਪਤੀ ਦਾ ਉਹਦਾ ਸਭ ਤੋਂ ਉੱਚੇ ਸਨਮਾਨ ਵਾਲਾ, ਮਾਣ ਤੇ ਵਿਕਾਰ ਵਾਲਾ ਉਹਦਾ ਹੈ ਤੇ ਇਹ ਰਾਸ਼ਟਰਪਤੀ ਦੇਸ਼ ਦਾ ਮੁਖੀ ਹੁੰਦਾ। ਸਾਰੀਆਂ ਜਿਹੜੀਆਂ ਐਗਜ਼ੀਕਿਊਟਿਵ ਪਾਵਰ ਹੈ, ਜਿਹਨੂੰ ਕਾਰਜਕਾਰੀ ਸ਼ਕਤੀਆਂ ਕਹਿ ਦਿੰਦੇ ਆ, ਉਹ ਰਾਸ਼ਟਰਪਤੀ ਦੇ ਕੋਲ ਹੁੰਦੀਆਂ। ਇਹਨਾਂ ਦੀ ਵਰਤੋਂ ਜਾਂ ਤਾਂ ਉਹ ਖੁਦ ਕਰਦਾ ਹੈ ਜਾਂ ਆਪਣੇ ਅਧੀਨ ਅਫਸਰਾਂ ਤੋਂ ਕਰਾਉਂਦਾ ਹੈ। ਭਾਰਤ ਸਰਕਾਰ ਦੇ ਜਿੰਨੇ ਵੀ ਕਾਰਜਕਾਰੀ ਕੰਮ ਹੈ, ਐਗਜ਼ੀਕਿਊਟਿਵ ਕੰਮ ਹੈ, ਉਹ ਰਾਸ਼ਟਰਪਤੀ ਦੇ ਨਾਂ ਤੇ ਹੀ ਕੀਤੇ ਜਾਂਦੇ ਆ ਤੇ ਭਾਰਤ ਦਾ ਇਹ ਪਹਿਲਾ ਨਾਗਰਿਕ ਵੀ ਰਾਸ਼ਟਰਪਤੀ ਹੁੰਦਾ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ ਜੀ। ਹਾਂਜੀ, ਭਾਰਤ ਦੇ ਰਾਸ਼ਟਰਪਤੀ ਲਈ ਚੋਣ ਲੜਨ ਲਈ ਉਮੀਦਵਾਰ ਦੀ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ? ਹਾਂਜੀ, ਦਾ ਰਾਈਟ ਆਨਸਰ ਹੈਗਾ ਜੀ 35 ਸਾਲ। 35 ਸਾਲ ਚਾਹੀਦੀ ਹੈ ਜੀ ਜੇ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਲਈ ਲੜਨਾ ਤਾਂ। ਰਾਸ਼ਟਰਪਤੀ ਬਣਨ ਦੇ ਲਈ ਕਿਹੜੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਜੀ? ਹਾਂਜੀ, 35 ਸਾਲ ਦੀ ਉਮਰ ਹੋਵੇ, ਬਿਲਕੁਲ ਰਾਈਟ। ਰਾਜ ਸਭਾ ਦਾ ਮੈਂਬਰ ਚੁਣੇ ਜਾਣ ਦੀ ਯੋਗਤਾ ਰੱਖਦਾ ਹੋਵੇ, ਇੱਥੇ ਇਹ ਗਲਤ ਹੋ ਗਿਆ ਜੀ। ਜਿਹੜਾ ਰਾਸ਼ਟਰਪਤੀ ਹੈ ਇਹ ਲੋਕ ਸਭਾ ਦੀਆਂ ਮੈਂਬਰ ਚੁਣੇ ਜਾਣ ਦੀਆਂ ਯੋਗਤਾਵਾਂ ਰੱਖਦਾ ਹੋਵੇ। ਠੀਕ ਹੈ ਜੀ, ਇਹ ਧਿਆਨ ਰੱਖਣਾ। ਭਾਰਤ ਦਾ ਨਾਗਰਿਕ ਹੋਵੇ, ਇਹ ਵੀ ਬਿਲਕੁਲ ਸਹੀ ਹੈ। ਇੱਕ ਤੇ ਏ ਤੇ ਸੀ ਸਹੀ ਹੈ, ਇਹਦਾ ਆਨਸਰ ਬਣ ਜਾਏਗਾ ਜੀ ਡੀ। ਆਪਣਾ ਰਾਈਟ ਆਨਸਰ ਬਣ ਜਾਏਗਾ ਜੀ ਡੀ। ਹਾਂਜੀ, ਕਿਹੜੀਆਂ ਯੋਗਤਾਵਾਂ ਫਿਰ ਰਾਸ਼ਟਰਪਤੀ ਬਣਨ ਲਈ? ਇਹਦਾ ਵਰਣਨ ਹੈ ਆਰਟੀਕਲ 58 ਦੇ ਵਿੱਚ ਕੀਤਾ ਗਿਆ ਤੇ ਸਭ ਤੋਂ ਪਹਿਲੀ ਯੋਗਤਾ ਵੀ ਉਹ ਭਾਰਤ ਦਾ ਨਾਗਰਿਕ ਹੋਵੇ। ਦੂਸਰਾ, ਘੱਟੋ ਘੱਟ 35 ਸਾਲ ਉਮਰ ਹੋਵੇ। ਲੋਕ ਸਭਾ ਦਾ ਮੈਂਬਰ ਬਣਨ ਦੀਆਂ ਸਾਰੀਆਂ ਯੋਗਤਾਵਾਂ ਰੱਖਦਾ ਹੋਵੇ ਤੇ ਚੌਥਾ ਇਹ ਹੈ ਵੀ ਉਹ ਕਿਸੇ ਲਾਭ ਦੇ ਅਹੁਦੇ ਤੇ ਨਾ ਹੋਵੇ। ਤੇ ਨੋਟ ਕੀ ਕਰਨਾ ਜੀ ਆਪਾਂ, ਜਿਹੜਾ ਰਾਸ਼ਟਰਪਤੀ ਹੈ, ਉਪ ਰਾਸ਼ਟਰਪਤੀ, ਰਾਜਪਾਲ, ਠੀਕ ਹੈ ਜੀ, ਤੇ ਕੇਂਦਰੀ ਤੇ ਰਾਜ ਮੰਤਰੀ, ਠੀਕ ਹੈ ਜੀ, ਇਹ ਲਾਭ ਸੰਵਿਧਾਨ ਅਨੁਸਾਰ ਇਹ ਲਾਭ ਦੇ ਅਹੁਦੇ ਨਹੀਂ ਮੰਨੇ ਜਾਂਦੇ। ਇਹ ਧਿਆਨ ਰੱਖਣਾ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰਾਜਪਾਲ, ਕੇਂਦਰੀ ਮੰਤਰੀ ਤੇ ਰਾਜ ਮੰਤਰੀ, ਇਹ ਸਾਰੇ ਜਿਹੜੇ ਹੈਗੇ ਆ ਲਾਭ ਦੇ ਸੰਵਿਧਾਨ ਅਨੁਸਾਰ ਜਿਹੜੇ ਉਹਦੇ ਨਹੀਂ ਮੰਨੇ ਜਾਂਦੇ। ਹਾਂਜੀ, ਰਾਸ਼ਟਰਪਤੀ ਦੀ ਉਮੀਦਵਾਰੀ ਦੇ ਲਈ ਕਿਹੜੀ ਜ਼ਰੂਰੀ ਯੋਗਤਾ ਨਹੀਂ ਹੈ? 35 ਸਾਲ ਪੂਰੇ ਹੋਣੇ ਚਾਹੀਦੇ, ਬਿਲਕੁਲ ਠੀਕ ਹੈ। ਲੋਕ ਸਭਾ ਦੇ ਮੈਂਬਰ ਵਜੋਂ ਯੋਗ ਹੋਣਾ ਚਾਹੀਦਾ, ਵੀ ਠੀਕ ਹੈ। ਭਾਰਤ ਦਾ ਨਾਗਰਿਕ ਹੋਵੇ, ਵੀ ਠੀਕ ਹੈ। ਪਰ ਉਹਨਾਂ ਨੇ ਪੁੱਛਿਆ ਨਹੀਂ ਹੈ, ਤਾਂ ਫਿਰ ਜਿਹੜਾ ਨਹੀਂ ਹੈ ਉਹ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਨਹੀਂ। ਅਨਪੜ੍ਹ ਵਿਅਕਤੀ ਵੀ ਭਾਰਤ ਦੇ ਵਿੱਚ ਦੇਸ਼ ਦਾ ਜਿਹੜਾ ਉਹ ਰਾਸ਼ਟਰਪਤੀ ਬਣ ਸਕਦਾ ਹੈ। ਹਾਂਜੀ, ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲਈ ਉਮੀਦਵਾਰ ਦੀ ਨਾਮਜ਼ਦਗੀ ਘੱਟੋ ਘੱਟ ਕਿਸ ਦੁਆਰਾ ਕੀਤੀ ਜਾਣੀ ਚਾਹੀਦੀ ਹੈ? ਮਤਲਬ ਜਿਸ ਵਿਅਕਤੀ ਨੇ ਰਾਸ਼ਟਰਪਤੀ ਦੀ ਇਲੈਕਸ਼ਨ ਲੜਨੀ ਹੈ ਤਾਂ ਜ਼ਰੂਰੀ ਹੈ ਵੀ ਉਹ 50 ਜਿਹੜੇ ਮੈਂਬਰ ਹੈ ਸੰਸਦ ਦੇ ਉਹਦੇ ਦੁਆਰਾ ਉਹ ਪ੍ਰਸਤਾਵਿਤ ਹੋਣ। 50 ਮੈਂਬਰਾਂ ਨੇ ਉਹਦਾ ਨਾਮ ਪ੍ਰਸਤਾਵ ਰੱਖਿਆ ਕੀਤਾ ਹੋਵੇ ਤੇ 50 ਸਕੈਂਡਰ ਹੋਣ। ਸਕੈਂਡਰ ਦਾ ਮਤਲਬ ਹੈ ਮੋਦਕ, ਵੀ ਉਹਦੇ ਤੇ ਉਹ ਸਹੀ ਪਾਉਣ 50। ਇਹ ਧਿਆਨ ਰੱਖਣਾ ਹੈ। ਜੇ ਗੱਲ ਹੋਵੇ ਉਪ ਰਾਸ਼ਟਰਪਤੀ ਦੀ ਤਾਂ 20 ਵਿਅਕਤੀਆਂ ਵੱਲੋਂ ਉਹਦਾ ਨਾਮ ਪ੍ਰਸਤਾਵ ਕੀਤਾ ਜਾਵੇ ਤੇ 20 ਹੈ ਉਹਦੇ ਅਨੁਮੋਦਕ ਹੋਣ, ਸਕੈਂਡਰ ਹੋਣ। ਠੀਕ ਹੈ, ਇਹ ਧਿਆਨ ਰੱਖ ਲੈਣਾ ਹੈ। ਬਹੁਤ ਸਾਰੇ ਐਗਜ਼ਾਮ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਜੀ। ਭਾਰਤ ਦੇ ਪਹਿਲੇ ਰਾਸ਼ਟਰਪਤੀ ਜੋ ਸਰਬਸੰਮਤੀ ਨਾਲ ਚੁਣੇ ਗਏ, ਯੂਨੈਨਿਮਸਲੀ ਉਹ ਇਲੈਕਟ ਹੋ ਗਏ, ਬਿਨਾਂ ਨਿਰਵਿਰੋਧ ਚੁਣੇ ਗਏ, ਕਹਿਣ ਦਾ ਮਤਲਬ ਇਹ ਹੈ ਉਹ ਹਾਂਜੀ ਨੀਲਮ ਸੰਜੀਵਾ ਰੈਡੀ। ਧਿਆਨ ਰੱਖ ਲੈਣਾ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ। ਇਹ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਜੀ। ਭਾਰਤ ਦੇ ਹੇਠ ਲਿਖੀਆਂ ਰਾਸ਼ਟਰਪਤੀਆਂ ਵਿੱਚੋਂ ਕਿਸ ਨੂੰ ਫਿਲੋਸਫਰ ਕਿੰਗ ਜਾਂ ਫਿਲੋਸਫਰ ਸ਼ਾਸਕ ਵਜੋਂ ਜਾਣਿਆ ਜਾਂਦਾ ਹੈ? ਇਹ ਜੀ ਡਾਕਟਰ ਰਾਧਾ ਕ੍ਰਿਸ਼ਨ। ਠੀਕ ਹੈ, ਜਿਨ੍ਹਾਂ ਦੇ ਨਾਂ ਤੇ ਆਪਾਂ 5 ਸਤੰਬਰ ਨੂੰ ਟੀਚਰ ਡੇ ਮਨਾਉਂਦੇ ਹਾਂ ਜੀ। ਠੀਕ ਹੈ ਜੀ, ਇਹ ਦੇਸ਼ ਦੇ ਦੂਸਰੇ ਰਾਸ਼ਟਰਪਤੀ ਬਣੇ ਆ ਜੀ। ਠੀਕ ਹੈ ਜੀ, ਤੇ ਪਹਿਲੇ ਉਪ ਰਾਸ਼ਟਰਪਤੀ ਬਣੇ ਆ। ਇਹ ਧਿਆਨ ਰੱਖ ਲੈਣਾ ਜੀ। ਭਾਰਤ ਦੇ ਕਿਸ ਰਾਸ਼ਟਰਪਤੀ ਨੂੰ ਮਿਜ਼ਾਈਲ ਮੈਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ। ਠੀਕ ਹੈ ਜੀ, ਮਿਜ਼ਾਈਲ ਮੈਨ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਡਾਕਟਰ APJ ਅਬਦੁਲ ਕਲਾਮ। ਠੀਕ ਹੈ ਜੀ, 2002 ਤੋਂ ਲੈ ਕੇ 2007 ਤੱਕ ਇਹਨਾਂ ਦਾ ਪੀਰੀਅਡ ਰਿਹਾ। ਰਾਸ਼ਟਰਪਤੀ ਭਵਨ ਕਿਸ ਦੁਆਰਾ ਤਿਆਰ ਕੀਤਾ ਗਿਆ ਸੀ? ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਇਹ ਸੀ ਲੀ ਕੋਰਬੂਜ਼ੀਅਰ ਦੁਆਰਾ। ਠੀਕ ਹੈ ਜੀ, ਧਿਆਨ ਰੱਖ ਲੈਣਾ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। 1975 ਦੀ ਐਮਰਜੈਂਸੀ ਦੇ ਸਮੇਂ ਭਾਰਤ ਦਾ ਰਾਸ਼ਟਰਪਤੀ ਕੌਣ ਸੀ? ਹਾਂਜੀ, 1975 ਦੀ ਜਿਹੜੀ ਐਮਰਜੈਂਸੀ ਸੀ ਉਦੋਂ ਜਸਟਿਸ ਮੁਹੰਮਦ ਹਦਾਇਤੁੱਲਾ ਸੀ, ਜੱਜ ਸੀ ਇਹ। ਉਸ ਸਮੇਂ ਨਾ ਤਾਂ ਰਾਸ਼ਟਰਪਤੀ ਦਾ ਉਹਦਾ ਸੀ, ਨਾ ਹੀ ਉਪ ਰਾਸ਼ਟਰਪਤੀ ਸੀ। ਤਾਂ ਜਦੋਂ ਰਾਸ਼ਟਰਪਤੀ ਉਪ ਰਾਸ਼ਟਰਪਤੀ ਨਾ ਹੋਵੇ ਤਾਂ ਰਾਸ਼ਟਰਪਤੀ ਦੀਆਂ ਜਿਹੜੀਆਂ ਸ਼ਕਤੀਆਂ ਦੀ ਵਰਤੋਂ ਹੈ ਉਹ ਚੀਫ ਜਸਟਿਸ ਆਫ ਇੰਡੀਆ ਦੁਆਰਾ ਕੀਤੀ ਜਾਂਦੀ ਸੀ ਤੇ ਮੁਹੰਮਦ ਹਦਾਇਤੁੱਲਾ ਉਸ ਸਮੇਂ ਜਿਹੜੇ ਚੀਫ ਜਸਟਿਸ ਆਫ ਇੰਡੀਆ ਸਨ।
हाँ जी, कुछ इंपोर्टेंट फैक्ट ਜਿਹੜੇ याद रखने हैं। नीलम सजीवा रेड्डी है ਜਿਹੜੇ ਉਹ ਦੇਸ਼ ਦੇ ਪਹਿਲੇ ਰਾਸ਼ਟਰਪਤੀ ਹੈ ਜੋ ਸਰਬਸੰਮਤੀ ਨਾਲ ਚੁਣੇ ਗਏ, ਨਿਰਵਿਰੋਧ ਚੁਣੇ ਗਏ ਤੇ 1977 ਦੇ ਵਿੱਚ ਚੁਣੇ ਗਏ ਸੀ, ਧਿਆਨ ਰੱਖ ਲੈਣਾ। ਡਾਕਟਰ ਰਜਿੰਦਰ ਪ੍ਰਸਾਦ ਦੇਸ਼ ਦੇ ਪਹਿਲੇ ਜਿਹੜੇ ਰਾਸ਼ਟਰਪਤੀ ਆ ਉਹ ਲਗਾਤਾਰ 2 ਵਾਰ ਉਹਨਾਂ ਨੇ ਉਹਦਾ ਸੰਭਾਲਿਆ ਤੇ ਸਭ ਤੋਂ ਲੰਬਾ ਕਾਰਜਕਾਲ ਐਜ਼ ਆ ਪ੍ਰੈਜ਼ੀਡੈਂਟ ਉਹ ਡਾਕਟਰ ਰਜਿੰਦਰ ਪ੍ਰਸਾਦ ਜੀ ਦਾ ਤੇ 12 ਸਾਲ ਤੱਕ ਉਹ ਆਪਣੇ ਅਹੁਦੇ ਤੇ ਰਹੇ। ਡਾਕਟਰ ਜ਼ਾਕਿਰ ਹੁਸੈਨ ਦੇਸ਼ ਦੇ ਪਹਿਲੇ ਮੁਸਲਿਮ ਰਾਸ਼ਟਰਪਤੀ ਬਣੇ, ਠੀਕ ਹੈ ਜੀ। ਤੇ ਇਹਨਾਂ ਬਾਰੇ ਇੱਕ ਗੱਲ ਹੋਰ ਧਿਆਨ ਰੱਖਣੀ ਹੈ ਵੀ ਇਹਨਾਂ ਦੀ ਜਿਹੜੀ ਮੌਤ ਆਪਣੇ ਕਾਰਜਕਾਲ ਦੌਰਾਨ ਹੀ ਹੋਈ ਸੀ, ਇਹ ਵੀ ਬਹੁਤ ਵਾਰ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ। ਜਸਟਿਸ ਹਦਾਇਤੁੱਲਾ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਸੁਪਰੀਮ ਕੋਰਟ ਦੇ ਇਕਲੌਤੇ ਜੱਜ ਹੈ, ਠੀਕ ਹੈ ਜੀ। ਤੇ ਇਹ ਦੂਸਰੇ ਕਾਰਜਕਾਰੀ ਰਾਸ਼ਟਰਪਤੀ ਵੀ ਬਣੇ, ਐਕਟਿੰਗ ਪ੍ਰੈਜ਼ੀਡੈਂਟ ਬਣੇ, ਠੀਕ ਹੈ। ਐਕਟਿੰਗ ਪ੍ਰੈਜ਼ੀਡੈਂਟ ਕਦੋਂ ਬੰਦੇ ਆ ਜਦੋਂ ਉਹਦਾ ਵੇਲਾ ਹੋਵੇ ਰਾਸ਼ਟਰਪਤੀ ਦਾ ਵੀ ਤੇ ਉਪ ਰਾਸ਼ਟਰਪਤੀ ਦਾ ਵੀ। ਇਸ ਤੋਂ ਪਹਿਲਾਂ BD ਜੱਤੀ ਰਹੇ ਆ, ਇਹ ਵੀ ਧਿਆਨ 'ਚ ਰੱਖ ਲੈਣਾ। ਹਾਂਜੀ, APJ ਅਬਦੁਲ ਕਲਾਮ ਹੈ ਉਹ ਦੇਸ਼ ਦੇ 11ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ 2002 ਤੋਂ ਲੈ ਕੇ 2007 ਤੱਕ, ਮਿਜ਼ਾਈਲ ਮੈਨ ਵੀ ਕਿਹਾ ਜਾਂਦਾ ਇਹਨਾਂ ਨੂੰ। ਹਾਂਜੀ, ਹੋਰ ਜਿਹੜੇ ਇੰਪੋਰਟੈਂਟ ਫੈਕਟ ਜਿਹੜੇ ਧਿਆਨ 'ਚ ਰੱਖਣੇ ਆ, ਸ਼੍ਰੀਮਤੀ ਪ੍ਰਤਿਭਾ ਦੇਵੀ ਪਾਟਿਲ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ। ਗਿਆਨੀ ਜੈਲ ਸਿੰਘ ਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਬਣੇ ਤੇ ਦ੍ਰੌਪਦੀ ਮੁਰਮੂ 15ਵੇਂ ਰਾਸ਼ਟਰਪਤੀ, ਮੌਜੂਦਾ ਰਾਸ਼ਟਰਪਤੀ, ਠੀਕ ਹੈ ਜੀ। 25 ਜੁਲਾਈ ਨੂੰ ਇਹ ਇਹਨਾਂ ਨੇ ਸਹੁੰ ਚੁੱਕੀ ਸੀਗੀ। ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ? ਚੀਫ ਜਸਟਿਸ ਆਫ ਇੰਡੀਆ ਚੁਕਾਉਂਦਾ, ਧਿਆਨ ਰੱਖ ਲੈਣਾ। ਤੇ ਕਬਾਇਲੀ ਸਮਾਜ ਤੋਂ ਸੰਬੰਧਿਤ ਪਹਿਲੇ ਰਾਸ਼ਟਰਪਤੀ ਹੈ। SC ਜਾਤੀ ਦੇ ਪਹਿਲੇ ਜਿਹੜੇ ਰਾਸ਼ਟਰਪਤੀ ਬਣੇ ਸੀ ਉਹ KR ਨਾਰਾਇਣ ਸੀ। ਇਹ ਸਾਰੇ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖ ਲੈਣੇ ਜੀ। ਹਾਂਜੀ, APJ ਅਬਦੁਲ ਕਲਾਮ ਭਾਰਤ ਦੇ ਰਾਸ਼ਟਰਪਤੀ ਦੇ ਤੌਰ ਤੇ ਸੇਵਾ ਕਦੋਂ ਨਿਭਾਈ? 2002 ਤੋਂ ਲੈ ਕੇ 2007 ਤੱਕ। ਹਾਂਜੀ, ਆ ਕੁਝ ਪੀਰੀਅਡ ਹੈ, ਧਿਆਨ 'ਚ ਰੱਖਣਾ। ਆ ਜਿਹੜਾ ਟਾਈਮ ਬਹੁਤਾ ਧਿਆਨ 'ਚ ਰੱਖਣ ਦੀ ਲੋੜ ਨਹੀਂ, ਕੱਲਾ ਸੀਰੀਅਲ ਕ੍ਰਮ ਧਿਆਨ 'ਚ ਰੱਖਣਾ ਕਿਉਂਕਿ 5-5 ਸਾਲ ਦਾ ਗੈਪ ਹੈ। 92 5 97 97 5 2000 2002 ਦੇ ਵਿੱਚ 5 ਜੋੜੇ 2007, ਠੀਕ ਹੈ ਜੀ। ਤਾਂ ਐਂ ਕੰਟੀਨਿਊਸਲੀ ਚੱਲਿਆ ਹੋਣਾ, ਧਿਆਨ ਕੀ ਰੱਖਣਾ। 92 ਦੇ ਵਿੱਚ ਡਾਕਟਰ ਸ਼ੰਕਰ ਦਿਆਲ ਪ੍ਰੈਜ਼ੀਡੈਂਟ ਸਨ ਸ਼ਰਮਾ ਜੀ, ਫਿਰ KR ਨਾਰਾਇਣ, APJ ਅਬਦੁਲ ਕਲਾਮ, ਪ੍ਰਤਿਭਾ ਦੇਵੀ ਪਾਟਿਲ, ਪ੍ਰਣਬ ਮੁਖਰਜੀ, ਰਾਮਨਾਥ ਕੋਵਿੰਦ ਤੇ ਇਸ ਸਮੇਂ ਹਨ ਦ੍ਰੌਪਦੀ ਮੁਰਮੂ। ਦ੍ਰੌਪਦੀ ਮੁਰਮੂ ਜੀ 15ਵੇਂ ਹੈ ਜੀ, ਇਹਦਾ ਮਤਲਬ ਰਾਮਨਾਥ ਕੋਵਿੰਦ 14ਵੇਂ ਹੋ ਗਏ, ਪ੍ਰਣਬ ਮੁਖਰਜੀ 13ਵੇਂ ਹੋ ਗਏ, ਪ੍ਰਤਿਭਾ ਦੇਵੀ ਪਾਟਿਲ 12ਵੇਂ ਹੋ ਗਏ, APJ ਅਬਦੁਲ ਕਲਾਮ 11ਵੇਂ ਹੋ ਗਏ, KR ਨਾਰਾਇਣ 10ਵੇਂ ਹੋ ਗਏ ਤੇ ਸ਼ੰਕਰ ਦਿਆਲ ਸ਼ਰਮਾ 9ਵੇਂ ਹੋ ਗਏ। ਇਹ ਧਿਆਨ ਰੱਖ ਲੈਣਾ ਹੈ। 9ਵੇਂ ਤੋਂ ਲੈ ਕੇ 15ਵੇਂ ਤੱਕ, 92 ਤੋਂ ਲੈ ਕੇ ਸ਼ੰਕਰ ਦਿਆਲ ਸ਼ਰਮਾ ਜੀ, KR ਨਾਰਾਇਣ, APJ ਅਬਦੁਲ ਕਲਾਮ, ਪ੍ਰਤਿਭਾ ਦੇਵੀ ਪਾਟਿਲ, ਪ੍ਰਣਬ ਮੁਖਰਜੀ, ਰਾਮਨਾਥ ਕੋਵਿੰਦ ਤੇ ਦ੍ਰੌਪਦੀ ਮੁਰਮੂ। ਸੇਮ ਸੀਰੀਜ਼ ਦੇ ਵਿੱਚ ਇਸ ਤਰ੍ਹਾਂ ਯਾਦ ਕਰ ਲੈਣੀ ਜੀ। ਹਾਂਜੀ, ਉਸ ਤੋਂ ਬਾਅਦ ਕੁਝ ਹੋਰ ਫੈਕਟ ਜਿਹੜੇ ਧਿਆਨ 'ਚ ਰੱਖਣੇ ਹੋ ਕੀ ਹੈ ਜੀ। ਹਾਂਜੀ, ਕੁਐਸਚਨ ਹੈ ਜਿਹੜਾ ਆਪਣੇ ਕੋਲ, ਭਾਰਤ ਦੇ ਰਾਸ਼ਟਰਪਤੀ ਦਾ ਜਿਹੜਾ ਚੋਣ ਕਾਲਜ ਹੈ ਉਹਦੇ ਵਿੱਚ ਕੌਣ ਸ਼ਾਮਲ ਨਹੀਂ, ਠੀਕ ਹੈ। ਰਾਸ਼ਟਰਪਤੀ ਦੀ ਚੋਣ ਹੈ ਜਿਹੜੀ ਉਹਦੇ ਵਿੱਚ 3 ਚੀਜ਼ਾਂ ਹਿੱਸਾ ਲੈਂਦੇ ਆ। ਇੱਕ ਤਾਂ ਲੋਕ ਸਭਾ ਦੇ ਮੈਂਬਰ ਹਿੱਸਾ ਲੈਂਦੇ ਆ, ਰਾਜ ਸਭਾ ਦੇ ਮੈਂਬਰ ਹਿੱਸਾ ਲੈਂਦੇ ਆ ਤੇ ਇੱਕ ਜਿਹੜੀਆਂ ਆਪਣੀਆਂ ਅਸੈਂਬਲੀਜ਼ ਹੈਗੀਆਂ, ਠੀਕ ਹੈ ਜੀ, ਲੈਜਿਸਲੇਟਿਵ ਅਸੈਂਬਲੀ ਆਫ ਸਟੇਟਸ, ਠੀਕ ਹੈ ਜੀ, ਰਾਜਾਂ ਦੀਆਂ ਵਿਧਾਨ ਸਭਾ, ਉਹਨਾਂ ਦੇ ਮੈਂਬਰ ਹਿੱਸਾ ਲੈਂਦੇ ਆ। ਨੋਟ ਕੀ ਕਰਨਾ, ਜਿਹੜੀ ਲੈਜਿਸਲੇਟਿਵ ਕੌਂਸਲ ਹੁੰਦੀ ਹੈ ਜਿਹਨੂੰ ਆਪਾਂ ਵਿਧਾਨ ਪਰਿਸ਼ਦ ਕਹਿੰਦੇ ਨੇ, ਜਿਹੜੀ 6 ਰਾਜਾਂ ਦੇ ਵਿੱਚ ਇਸ ਸਮੇਂ ਹੈਗੀ ਆਪਣੇ ਕੋਲ, ਠੀਕ ਹੈ, ਜਿਹਦੇ ਉੱਤਰ ਪ੍ਰਦੇਸ਼, ਬਿਹਾਰ, ਕਰਨਾਟਕਾ, ਠੀਕ ਹੈ ਜੀ, ਤੇ ਤਮਿਲਨਾਡੂ, ਇਹ ਮਹਾਰਾਸ਼ਟਰ ਤੇ ਇਹਨਾਂ ਦੇ ਵਿੱਚ ਜਿਹੜੀ ਇਹ 2 ਸਦਨੀ ਵਿਧਾਨ ਪਾਲਿਕਾ ਹੈ, ਇਹ ਉੱਚਾ ਸਦਨ ਕਹਿੰਦੇ ਆ ਇਹਨੂੰ, ਉੱਪਰਲਾ ਸਦਨ ਕਹਿੰਦੇ ਨੇ। ਇਹਦੇ ਮੈਂਬਰ ਆ ਜਿਹੜੇ ਉਹ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹਿੱਸਾ ਨਹੀਂ ਲੈਂਦੇ। ਕੌਣ ਕੌਣ ਲੈਂਦਾ ਜੀ? ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ ਤੇ ਰਾਜਾਂ ਦੀਆਂ ਵਿਧਾਨ ਸਭਾ ਦੇ ਮੈਂਬਰ। ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਆ ਉਹਦੇ ਵਿੱਚੋਂ ਸਿਰਫ ਦਿੱਲੀ ਤੇ ਪੌਂਡੀਚੇਰੀ, ਕਿਉਂਕਿ ਇਹਨਾਂ ਦੋਹਾਂ ਦੇ ਵਿੱਚ ਹੀ ਹੈ ਇਸ ਟਾਈਮ ਫਿਲਹਾਲ, ਇਹਨਾਂ ਦੇ ਹੀ ਜਿਹੜੀਆਂ ਵਿਧਾਨ ਸਭਾ ਦੇ ਮੈਂਬਰ ਵੀ ਹਿੱਸਾ ਲੈਂਦੇ ਆ। ਹੁਣ ਇਹ ਪੁੱਛਿਆ ਸੀ ਕੌਣ ਸ਼ਾਮਲ ਨਹੀਂ ਹੈ। ਹਾਂਜੀ, ਲੋਕ ਸਭਾ ਤੇ ਰਾਜ ਸਭਾ ਦੇ ਚੁਣੇ ਗਏ ਮੈਂਬਰ ਇਹ ਹਨ ਜੀ। ਰਾਜਾਂ ਦੀਆਂ ਵਿਧਾਨ ਪਰਿਸ਼ਦ ਇਹ ਨਹੀਂ ਹੈਗਾ ਜੀ, ਇਹ ਆਪਣਾ ਰਾਈਟ ਉੱਤਰ ਬਣੇਗਾ ਕਿਉਂਕਿ ਮੈਂ ਇੱਥੇ ਕਿਹਾ ਸੀ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਜਿਹੜੇ ਉਹ ਹਿੱਸਾ ਨਹੀਂ ਲੈਂਦੇ। ਦਿੱਲੀ, ਪੁਡੂਚੇਰੀ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾ ਦੇ ਤਾਂ ਲੈਂਦੇ ਆ ਜੀ, ਇਹ ਵੀ ਲੈਣਗੇ ਜੀ। ਤੇ ਉੱਤਰੀ ਪੂਰਬੀ ਜਿਹੜੇ ਆਪਣੇ ਹੈਗੇ ਆ ਵਿਧਾਨ ਸਭਾਵਾਂ, ਉੱਤਰੀ ਪੂਰਬ ਦੇ ਵਿੱਚ ਆ ਜਾਏਗਾ ਮਣੀਪੁਰ, ਮੇਘਾਲਿਆ, ਅਸਮ, ਠੀਕ ਹੈ ਜੀ, ਤ੍ਰਿਪੁਰਾ, ਇਹਨਾਂ ਸਾਰੀਆਂ ਵਿਧਾਨ ਸਭਾ ਦੇ ਚੁਣੇ ਹੋਏ ਜਿਹੜੇ ਮੈਂਬਰ ਹੈ ਉਹ ਵੀ ਹਿੱਸਾ ਲੈਣਗੇ। ਹਾਂਜੀ, ਨੈਕਸਟ ਚੱਲਦੇ ਜੀ। ਭਾਰਤ ਵਿੱਚ ਰਾਸ਼ਟਰਪਤੀ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ? ਭਾਰਤ ਵਿੱਚ ਰਾਸ਼ਟਰਪਤੀ ਦੀ ਚੋਣ ਅਸਿੱਧੇ ਤਰੀਕੇ ਨਾਲ ਹੁੰਦੀ ਹੈ, ਇਨਡਾਇਰੈਕਟ ਮੈਥਡ ਦੇ ਨਾਲ ਹੁੰਦੀ ਹੈ, ਧਿਆਨ ਰੱਖ ਲੈਣਾ, ਠੀਕ ਹੈ। ਅਨੁਪਾਤਿਕ ਵਿਧੀ ਜਿਹਨੂੰ ਪ੍ਰੋਪੋਰਸ਼ਨੇਟ ਮੈਥਡ ਕਹਿੰਦੇ ਨੇ ਉਹਦੇ ਵਿੱਚ ਨਹੀਂ ਹੁੰਦੀ ਹੈ। ਸਿੰਗਲ ਟਰਾਂਸਫਰੇਬਲ ਵੋਟ ਸਿਸਟਮ ਦੇ ਨਾਲ ਹੁੰਦੀ ਹੈ। 3 ਗੱਲਾਂ ਧਿਆਨ ਰੱਖਣੀਆਂ, ਇਨਡਾਇਰੈਕਟ ਤਰੀਕੇ ਦੇ ਨਾਲ ਹੁੰਦੀ ਹੈ, ਠੀਕ ਹੈ ਜੀ, ਸਿੰਗਲ ਪ੍ਰੋਪੋਰਸ਼ਨੇਟ ਅਨੁਪਾਤਿਕ ਵਿਧੀ ਨਾਲ ਹੁੰਦੀ ਹੈ ਤੇ ਤੀਸਰਾ ਯਾਦ ਰੱਖ ਲੈਣਾ ਹੈ ਸਿੰਗਲ ਟਰਾਂਸਫਰਏਬਲ ਮੈਥਡ ਦੇ ਨਾਲ ਹੁੰਦੀ ਹੈ। ਰਾਸ਼ਟਰਪਤੀ ਦੀ ਜਿਹੜੀ ਕਾਲਜ ਹੈ ਚੋਣਕਾਰ ਉਹਦੇ ਵਿੱਚ ਸ਼ਾਮਲ ਕੌਣ ਹੁੰਦਾ ਹੈ? ਮੈਂ ਹੁਣੇ ਦੱਸ ਕੇ ਗਿਆ ਜੀ, ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ ਤੇ ਜਿਹੜੀ ਆਪਣੀ ਲੈਜਿਸਲੇਟਿਵ ਅਸੈਂਬਲੀਜ਼ ਹੈ, ਠੀਕ ਹੈ, ਜਿਹਨੂੰ ਆਪਾਂ ਰਾਜਾਂ ਦੀ ਵਿਧਾਨ ਸਭਾ ਕਹਿੰਦੇ ਨੇ, ਉਹਦੇ ਮੈਂਬਰ ਲੈਂਦੇ ਆ, ਠੀਕ ਹੈ ਜੀ। ਹਾਂਜੀ, ਸੰਸਦ ਦੇ ਦੋਵੇਂ ਸਦਨਾਂ ਦੇ ਚੁਣੇ ਗਏ, ਇੱਕ ਗੱਲ ਧਿਆਨ ਹੋਰ ਰੱਖ ਲੈਣਾ, ਨੋਮੀਨੇਟਡ ਮੈਂਬਰ ਨਹੀਂ ਲੈਂਦੇਗੇ। ਜਿਵੇਂ ਰਾਜ ਸਭਾ ਦੇ ਵਿੱਚ 12 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦਾ, ਉਹ ਹਿੱਸਾ ਨਹੀਂ ਲੈਣਗੇ, ਠੀਕ ਹੈ ਜੀ। ਲੋਕਾਂ ਦੁਆਰਾ ਚੁਣੇ ਹੋਏ ਜਿਹੜੇ ਮੈਂਬਰ ਹੈ, ਚਾਹੇ ਉਹ ਡਾਇਰੈਕਟ ਚੁਣੇ ਗਏ ਹੋਣ ਚਾਹੇ ਇਨਡਾਇਰੈਕਟ। ਹਾਂਜੀ, ਸੰਸਦ ਦੇ ਦੋਵਾਂ ਸਦਨਾਂ ਦੇ ਚੁਣੇ ਗਏ ਮੈਂਬਰ, ਹਾਂਜੀ, ਇਹ ਵੀ ਹਿੱਸਾ ਲੈਂਦੇ ਆ। ਰਾਜਾਂ ਦੀਆਂ ਵਿਧਾਨ ਸਭਾ ਦੇ ਦੋਵਾਂ ਸਦਨਾਂ ਦੇ ਨਹੀਂ ਜੀ, ਦੋਵਾਂ ਸਦਨਾਂ ਦੇ ਨਹੀਂ ਲੈਂਦੇ, ਇਹ ਗਲਤ ਹੈ ਜੀ, ਠੀਕ ਹੈ ਜੀ। ਸਾਰੇ ਰਾਜਾਂ ਦੀਆਂ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਇਹ ਲੈਣਗੇ ਜੀ। ਦਿੱਲੀ, ਪੌਂਡੀਚੇਰੀ ਦੀਆਂ ਵਿਧਾਨ ਸਭਾ ਦੇ ਚੁਣੇ ਮੈਂਬਰ ਇਹ ਵੀ ਲੈਣਗੇ। ਫਿਰ ਉਹਨਾਂ ਨੇ ਪੁੱਛਿਆ ਕੌਣ ਸ਼ਾਮਲ ਹੈ? 1, 3 ਤੇ 4 ਦਾ ਰਾਈਟ ਆਂਸਰ ਹੋ ਜਾਏਗਾ, ਤਾਂ ਰਾਈਟ ਆਂਸਰ ਬਣ ਜਾਏਗਾ ਜੀ ਡੀ। ਹਾਂਜੀ, ਨੋਟ ਕੀ ਕਰਨਾ ਹੈ, ਠੀਕ ਹੈ, ਵੈਰੀ ਇੰਪੋਰਟੈਂਟ ਹੈ ਇਹ। ਰਾਸ਼ਟਰਪਤੀ ਦੀ ਜਿਹੜੀ ਚੋਣ ਇੱਕ ਇਲੈਕਟੋਰਲ ਕਾਲਜ ਦੁਆਰਾ ਕੀਤੀ ਜਾਂਦੀ ਹੈ। ਇਹਦੇ ਵਿੱਚ ਸੰਸਦ ਦੇ ਦੋਵੇਂ ਸਦਨ ਭਾਵ ਲੋਕ ਸਭਾ ਤੇ ਰਾਜ ਸਭਾ ਤੇ ਰਾਜਾਂ ਦੀਆਂ ਵਿਧਾਨ ਸਭਾ, ਜਿਹਨੂੰ ਆਪਾਂ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਹਾਂ, ਉਹਦੇ ਚੁਣੇ ਹੋਏ ਮੈਂਬਰ, ਨਾਟ ਨੋਮੀਨੇਟਡ ਮੈਂਬਰ, ਠੀਕ ਹੈ, ਨਾਮਜ਼ਦ ਮੈਂਬਰ ਨਹੀਂ ਲੈਣੇ, ਇਕੱਲੇ ਚੁਣੇ ਹੋਏ ਮੈਂਬਰ। ਉਸ ਤੋਂ ਬਾਅਦ ਰਾਸ਼ਟਰਪਤੀ ਦੀ ਜਿਹੜੀ ਚੋਣ ਹੈ ਅਨੁਪਾਤਿਕ ਪ੍ਰਤੀਨਿਧਤਾ ਦੇ ਪ੍ਰੋਪੋਰਸ਼ਨੇਟ ਮੈਥਡ ਦੇ ਨਾਲ ਹੁੰਦੀ ਹੈ ਤੇ ਸਿੰਗਲ ਟਰਾਂਸਫਰੇਬਲ ਵੋਟ ਵਿਧੀ ਨਾਲ ਹੁੰਦੀ ਹੈ, ਇਹ ਧਿਆਨ ਰੱਖ ਲੈਣਾ। ਤੇ ਇਹ ਇਨਡਾਇਰੈਕਟ ਮੈਥਡ ਕਹਿੰਦੇ ਨੇ ਇਹਨੂੰ। ਕਿਹੜਾ ਕਹਿੰਦੇ ਨੇ ਜੀ? ਇਨਡਾਇਰੈਕਟ ਮੈਥਡ, ਕਿਉਂਕਿ ਲੋਕ ਸਿੱਧੀ ਵੋਟ ਪਾ ਕੇ ਨਹੀਂ ਚੁਣਦੇਗੇ ਜਿਵੇਂ ਅਮਰੀਕਾ ਦੇ ਵਿੱਚ ਹੁੰਦਾ। ਭਾਰਤ ਵਿੱਚ ਰਾਸ਼ਟਰਪਤੀ ਚੁਣਿਆ ਜਾਂਦਾ ਹੈ। ਹਾਂਜੀ, ਚੁਣਿਆ ਕਿਵੇਂ ਜਾਂਦਾ ਜੀ? ਇਹ ਚੁਣਿਆ ਜਾਂਦਾ ਸਿੰਗਲ ਟਰਾਂਸਫਰੇਬਲ ਵੋਟ ਪ੍ਰਣਾਲੀ ਸਿਸਟਮ ਦੇ ਨਾਲ ਚੁਣਿਆ ਜਾਂਦਾ, ਠੀਕ ਹੈ ਜੀ, ਧਿਆਨ ਰੱਖ ਲੈਣਾ। 2 ਕੇਂਦਰ ਸ਼ਾਸਿਤ ਪ੍ਰਦੇਸ਼ ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਦੀ 17ਵੀਂ
ਸੋ ਦੁਬਾਰਾ ਭਾਰਤੀ ਰਾਸ਼ਟਰਪਤੀ ਚੋਣ ਦੇ ਵਿੱਚ ਲੈਣ ਦਾ ਅਧਿਕਾਰ ਦਿੱਤਾ ਗਿਆ। ਪਹਿਲਾਂ ਇਹਨਾਂ ਡਿਊਟੀ ਨੂੰ ਅਧਿਕਾਰ ਨਹੀਂ ਸੀ, ਉਹ ਹੈ ਦਿੱਲੀ ਤੇ ਪੋਡੀਚੇਰੀ। ਠੀਕ ਹੈ ਜੀ, ਇਹਨਾਂ ਦੇ ਜਿਹੜੇ ਚੁਣੇ ਹੋਏ ਜਿਹੜੇ ਮੈਂਬਰ ਹੈ ਵਿਧਾਨ ਸਭਾ ਦੇ, ਉਹ ਵੀ ਕਹਿੰਦੇ ਰਾਸ਼ਟਰਪਤੀ ਦੀ ਚੋਣ ਵਿੱਚ ਹੁਣ ਹਿੱਸਾ ਲੈ ਸਕਦੇ। ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਰਾਸ਼ਟਰਪਤੀ ਦੀ ਮਿਆਦ ਨਾਲ ਸੰਬੰਧਿਤ ਹੈ? ਠੀਕ ਹੈ, ਦੱਸਣਾ ਹੈ ਵੀ 5 ਸਾਲ ਦਾ ਜਿਵੇਂ ਰਾਸ਼ਟਰਪਤੀ ਦਾ ਟਰਮ ਹੋਏਗਾ, ਇਹਦੇ ਨਾਲ ਸੰਬੰਧਿਤ ਜਿਹੜਾ, ਠੀਕ ਹੈ ਜੀ, ਉਹ ਦੱਸਣਾ ਕਿਹੜਾ ਜੀ। ਉਹ ਆਰਟੀਕਲ 56 ਦੇ ਵਿੱਚ ਦੱਸਿਆ ਗਿਆ ਜੀ। ਆਰਟੀਕਲ 58 ਦੇ ਵਿੱਚ ਕੁਆਲੀਫਿਕੇਸ਼ਨ ਬਾਰੇ, ਯੋਗਤਾ ਬਾਰੇ ਦੱਸਿਆ ਗਿਆ ਵੀ ਕੀ ਯੋਗਤਾਵਾਂ ਹੋਣਗੀਆਂ। ਭਾਰਤ ਦਾ ਨਾਗਰਿਕ ਹੋਏਗਾ, ਲੋਕ ਸਭਾ ਦੇ ਮੈਂਬਰ ਬਣਨ ਦੀ ਯੋਗਤਾ ਹੋਏਗੀ, ਪਾਗਲ ਤੇ ਦਿਵਾਲੀਆ ਨਹੀਂ ਹੋਏਗਾ, ਕਿਸੇ ਲਾਭਕਾਰੀ ਅਹੁਦੇ ਤੇ ਨਹੀਂ ਹੋਏਗਾ। ਇਹ ਆਰਟੀਕਲ 58 'ਚ ਦੱਸਿਆ ਗਿਆ। ਹਾਂਜੀ, ਇਹਨਾਂ ਵਿੱਚੋਂ ਕਿਹੜਾ ਮੇਲ ਨਹੀਂ ਖਾਂਦਾ? ਆਰਟੀਕਲ 54 ਜਿਹਦੇ ਵਿੱਚ ਰਾਸ਼ਟਰਪਤੀ ਦੀ ਚੋਣ ਬਿਲਕੁਲ ਸਹੀ ਹੈ ਜੀ। 55 ਚੋਣ ਦਾ ਤਰੀਕਾ ਕੀ ਹੋਏਗਾ, ਇਹ ਪੜ੍ਹ ਚੁੱਕੇ ਹਾਂ, ਸਿੰਗਲ ਟਰਾਂਸਫਰੇਬਲ ਵੋਟ ਸਿਸਟਮ ਨਾਲ ਚੁਣਿਆ ਜਾਏਗਾ। ਤੇ 60 ਦੇ ਵਿੱਚ ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼, ਇਹ ਗਲਤ ਹੋ ਗਿਆ ਜੀ, ਇਹ ਆਰਟੀਕਲ 61 ਦੇ ਵਿੱਚ ਦੱਸਿਆ ਗਿਆ ਜੀ, ਇਹ ਧਿਆਨ ਰੱਖ ਲੈਣਾ ਹੈ। ਤੇ ਵੈਰੀ ਇੰਪੋਰਟੈਂਟ ਆਰਟੀਕਲ 123 ਜਿਹਦੇ ਤਹਿਤ ਆਰਡੀਨੈਂਸ ਜਾਰੀ ਕਰਨ ਦੀ ਪਾਵਰ ਹੈ ਰਾਸ਼ਟਰਪਤੀ ਦੇ ਕੋਲ। ਆਰਡੀਨੈਂਸ ਕਦੋਂ ਜਾਰੀ ਕੀਤਾ ਜਾਂਦਾ ਹੈ? ਜਦੋਂ ਸੰਸਦ ਦੇ ਦੋਹਾਂ ਸਦਨਾਂ ਦਾ ਸਮਾਗਮ ਨਾ ਚੱਲ ਰਿਹਾ ਹੋਵੇ ਤੇ ਸਰਕਾਰ ਨੂੰ ਕਿਸੇ ਵਿਸ਼ੇ ਤੇ ਤੁਰੰਤ ਕਾਨੂੰਨ ਬਣਾਉਣ ਦੀ ਲੋੜ ਪੈ ਜੇ, ਤਾਂ ਉਹ ਜਿਹੜੀ ਸਰਕਾਰ ਹੈ ਆਰਡੀਨੈਂਸ ਜਾਰੀ ਕਰਵਾਉਂਦੀ ਹੈ ਰਾਸ਼ਟਰਪਤੀ ਤੋਂ। ਤੇ ਇਹ ਆਰਡੀਨੈਂਸ ਜਦੋਂ ਵੀ ਸੰਸਦ ਦਾ ਜਿਹੜਾ ਸਮਾਗਮ ਸ਼ੁਰੂ ਹੁੰਦਾ ਉਹਦੇ 6 ਹਫ਼ਤਿਆਂ ਦੇ ਵਿੱਚ ਇਹਨੂੰ ਪਾਸ ਕਰਾਉਣਾ ਜ਼ਰੂਰੀ ਹੁੰਦਾ। 6 ਹਫ਼ਤਿਆਂ ਦੇ ਵਿੱਚ ਜੇ 6 ਹਫ਼ਤਿਆਂ ਦੇ ਵਿੱਚ ਪਾਸ ਨਹੀਂ ਹੁੰਦਾ ਉਹ ਆਰਡੀਨੈਂਸ, ਤਾਂ ਉਸ ਆਰਡੀਨੈਂਸ ਨੂੰ ਰੱਦ ਮੰਨਿਆ ਜਾਂਦਾ। ਠੀਕ ਹੈ ਜੀ, ਇਸ ਸਵਾਲ ਦਾ ਰਾਈਟ ਆਨਸਰ ਸੀਗਾ ਸੀ ਆਪਣੇ ਕੋਲ। ਠੀਕ ਹੈ ਜੀ, ਸੀ ਇਹਦਾ ਰਾਈਟ ਆਨਸਰ। ਹੁਣ ਜੀ ਕੁਝ ਆਰਟੀਕਲ ਹੈ ਤੇ ਉਹ ਸਬਜੈਕਟ ਮੈਟਰ ਕਿਸ ਨਾਲ ਸੰਬੰਧਿਤ ਹੈ, ਕਿਸ ਵਿਸ਼ੇ ਨਾਲ। ਆਰਟੀਕਲ 52 'ਚ ਦੱਸਿਆ ਗਿਆ ਹੈ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਏਗਾ। 53 ਦੇ ਵਿੱਚ ਉਹ ਦੱਸਿਆ ਗਿਆ ਹੈ ਜਿਹੜਾ ਪ੍ਰੈਜ਼ੀਡੈਂਟ ਹੈ ਉਹਦੇ ਕੋਲ ਕਾਰਜਕਾਰੀ ਪਾਵਰਾਂ ਹੋਣਗੀਆਂ, ਐਗਜ਼ੀਕਿਊਟਿਵ ਪਾਵਰ ਹੋਣਗੀਆਂ। 54 ਦੇ ਵਿੱਚ ਰਾਸ਼ਟਰਪਤੀ ਦੀ ਚੋਣ ਹੋਏਗੀ ਦੱਸਿਆ ਗਿਆ। 55 ਦੇ ਵਿੱਚ ਦੱਸਿਆ ਵੀ ਉਹਦੀ ਚੋਣ ਦਾ ਤਰੀਕਾ ਕੀ ਹੋਏਗਾ, ਸਿੰਗਲ ਟਰਾਂਸਫਰੇਬਲ ਵੋਟ ਦੇ। 56 ਦੇ ਵਿੱਚ ਦੱਸਿਆ ਵੀ ਉਹਦਾ ਟਰਮ ਪੀਰੀਅਡ ਕਿੰਨਾ ਹੋਏਗਾ। ਠੀਕ ਹੈ ਜੀ, ਇੱਕ ਗੱਲ ਧਿਆਨ ਰੱਖਣੀ ਹੈ, ਰਾਸ਼ਟਰਪਤੀ ਜਦੋਂ ਵੀ ਇਲੈਕਟ ਹੁੰਦਾ ਹੈ ਉਹ 5 ਸਾਲ ਦੇ ਲਈ ਇਲੈਕਟ ਹੋਏਗਾ। ਸਪੋਜ਼ ਕਰੋ ਕੋਈ ਰਾਸ਼ਟਰਪਤੀ ਉਹਦੀ ਡੈਥ ਹੋ ਜਾਂਦੀ ਹੈ 2 ਸਾਲਾਂ ਬਾਅਦ, ਤਾਂ ਜਦੋਂ ਦੁਬਾਰਾ ਇੱਕ ਨਵਾਂ ਰਾਸ਼ਟਰਪਤੀ ਚੁਣਿਆ ਜਾਏਗਾ ਤਾਂ ਉਹ ਬਾਕੀ ਰਹਿੰਦੇ 3 ਸਾਲ ਲਈ ਨਹੀਂ ਚੁਣਿਆ ਜਾਏਗਾ, ਉਹਦਾ ਪੂਰੇ ਦਾ ਪੂਰਾ 5 ਸਾਲ ਦਾ ਕਾਰਜਕਾਲ ਹੋਏਗਾ। ਧਿਆਨ ਰੱਖ ਲੈਣਾ, ਆਰਟੀਕਲ 56 ਦੇ ਵਿੱਚ ਇਹ ਗੱਲ ਕਹੀ ਗਈ। ਆਰਟੀਕਲ 58 ਦੇ ਵਿੱਚ ਯੋਗਤਾਵਾਂ ਦੱਸੀਆਂ ਗਈਆਂ। 60 ਦੇ ਵਿੱਚ ਦੱਸਿਆ ਗਿਆ ਵੀ ਓਥ ਲਏਗਾ। ਠੀਕ ਹੈ, ਜਿਹੜੇ ਪ੍ਰੈਜ਼ੀਡੈਂਟ ਓਥ ਲੈਂਦਾ ਉਹ ਲੈਂਦਾ ਅਪ ਹੋਲਡਿੰਗ ਦੀ ਕਨਸਟੀਟਿਊਸ਼ਨ, ਵੀ ਜਿਹੜਾ ਸੰਵਿਧਾਨ ਹੈ ਉਹਨੂੰ ਉਹ ਬਰਕਰਾਰ ਰੱਖੇਗਾ, ਉਹਦੀਆਂ ਜਿਹੜੀਆਂ ਅਪ ਹੋਲਡ ਰੱਖੇਗਾ, ਉਹਨੂੰ ਕਾਇਮ ਰੱਖੇਗਾ ਸੰਵਿਧਾਨ ਨੂੰ। ਤੇ 61 ਜਿਹੜਾ ਉਹ ਇੰਪੀਚਮੈਂਟ ਮਹਾਦੋਸ਼ ਰਾਸ਼ਟਰਪਤੀ ਨੂੰ ਉਹਦੇ ਤੋਂ ਹਟਾਉਣ ਦੀ ਦੱਸਦਾ, ਜਦੋਂ ਉਹ ਸੰਵਿਧਾਨ ਦੀ ਉਲੰਘਣਾ ਕਰਦਾ ਤਾਂ ਉਦੋਂ ਰਾਸ਼ਟਰਪਤੀ ਨੂੰ ਉਹਦੇ ਤੋਂ ਹਟਾਇਆ ਜਾ ਸਕਦਾ। ਠੀਕ ਹੈ ਜੀ। ਹਾਂਜੀ, ਭਾਰਤੀ ਸੰਵਿਧਾਨ ਦੀਆਂ ਹੇਠ ਲਿਖੀਆਂ ਧਾਰਾਵਾਂ ਵਿੱਚੋਂ ਕਿਹੜਾ ਇੱਕ ਭਾਰਤੀ ਰਾਸ਼ਟਰਪਤੀ ਦੇ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਨਾਲ ਸੰਬੰਧਿਤ ਹੈ? ਹਾਂਜੀ, ਆਰਟੀਕਲ ਜਿਹੜਾ ਹੈਗਾ 61 ਇਹਦੇ ਵਿੱਚ ਮਹਾਦੋਸ਼ ਦੀ ਪ੍ਰਕਿਰਿਆ ਦਾ ਵਰਣਨ ਕੀਤਾ ਗਿਆ ਜੀ। ਹਾਂਜੀ, ਕੁਝ ਇੰਪੋਰਟੈਂਟ ਫੈਕਟ, ਜਿਹੜਾ ਰਾਸ਼ਟਰਪਤੀ ਉਹਦਾ ਕਾਰਜ 5 ਸਾਲ ਹੈ, ਪਰ ਉਦੋਂ ਤੱਕ ਉਹਦੇ ਤੇ ਬਣਿਆ ਰਹਿੰਦਾ ਹੈ ਜਦੋਂ ਤੱਕ ਉਹਦਾ ਉੱਤਰਾਧਿਕਾਰੀ ਉਹਦਾ ਸੰਭਾਲ ਨਹੀਂ ਲੈਂਦਾ। ਜਿਵੇਂ ਦ੍ਰੋਪਦੀ ਮੁਰਮੂ ਬਣੀ ਹੈ ਹੁਣ, ਜੇ ਦ੍ਰੋਪਦੀ ਮੁਰਮੂ ਆਪਣਾ ਉਹਦਾ 25 ਜੁਲਾਈ ਨੂੰ ਸੰਭਾਲਦੀ ਹੈ, ਸਹੁੰ ਚੱਕਦੀ ਹੈ, ਜੇ 25 ਜੁਲਾਈ ਨੂੰ ਨਾ ਸੰਭਾਲਦੀ, ਲੇਟ ਹੋ ਜਾਂਦੀ ਇੱਕ ਹਫ਼ਤਾ, ਤਦ ਤੱਕ ਜਿਹੜੇ ਪਿਛਲੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਹੈ, ਜਿਹੜੇ ਆਪਣੇ ਦੇਸ਼ ਦੇ 14ਵੇਂ ਰਾਸ਼ਟਰਪਤੀ ਹੈ, ਉਹ ਉਹਦੇ ਤੇ ਕਾਇਮ ਰਹਿਣੇ ਸੀਗੇ। ਇਹ ਧਿਆਨ ਰੱਖ ਲੈਣਾ। ਰਾਸ਼ਟਰਪਤੀ ਦਾ ਉਹਦਾ ਉਸ ਮਿਆਦ ਦੇ ਅੰਦਰ ਮੌਤ, ਅਸਤੀਫਾ, ਮਹਾਦੋਸ਼ ਦੇ ਕਾਰਨ ਖਤਮ ਕਰ ਦਿੱਤਾ ਜਾਂਦਾ। ਮੌਤ ਹੋ ਗਈ ਤਾਂ ਵੀ ਉਹਦਾ ਜਿਹੜਾ ਰਾਸ਼ਟਰਪਤੀ ਦਾ ਜਿਹੜਾ ਉਹਦਾ ਜਿਹੜਾ ਟਰਮ ਖਤਮ ਹੋ ਜਾਏਗੀ ਅਸਤੀਫੇ ਨਾਲ ਵੀ। ਇਸ ਸਥਿਤੀ ਦੇ ਵਿੱਚ ਨਵੇਂ ਰਾਸ਼ਟਰਪਤੀ ਨੂੰ ਪੂਰੀ ਮਿਆਦ ਦੇ ਲਈ ਦੁਬਾਰਾ ਚੁਣਿਆ ਜਾਂਦਾ, ਨਾ ਕਿ ਬਾਕੀ ਕਾਰਜਕਾਲ ਲਈ। ਇਹ ਧਿਆਨ ਰੱਖਣਾ, ਵੈਰੀ ਇੰਪੋਰਟੈਂਟ ਫੈਕਟ ਹੈ। ਠੀਕ ਹੈ, ਰਾਸ਼ਟਰਪਤੀ ਜਦੋਂ ਚੁਣਿਆ ਜਾਂਦਾ ਹਮੇਸ਼ਾ 5 ਸਾਲ ਲਈ ਚੁਣਿਆ ਜਾਂਦਾ, ਧਿਆਨ ਰੱਖਣਾ। ਰਾਸ਼ਟਰਪਤੀ ਦੀ ਜਿਹੜੀ ਮਹੀਨੇ ਦੀ ਜਿਹੜੀ ਤਨਖਾਹ ਹੈ ਉਹ 5 ਲੱਖ ਰੁਪਏ ਟੈਕਸ ਤੋਂ ਬਿਲਕੁਲ ਫ੍ਰੀ ਹੈ, ਤੇ ਇਸ ਤੋਂ ਬਿਨਾਂ ਸੰਸਦ ਰਿਹਾਇਸ਼ ਮਿਲੇਗੀ ਉਹਨੂੰ, ਤੇ ਮੁਫਤ ਭੱਤੇ ਮਿਲਣਗੇ ਬਹੁਤ ਸਾਰੇ। ਸੰਵਿਧਾਨ ਦੀ ਧਾਰਾ 59 ਦੇ ਅਨੁਸਾਰ ਰਾਸ਼ਟਰਪਤੀ ਦੀਆਂ ਜਿਹੜੇ ਭੱਤਿਆਂ ਦਾ ਵਰਣਨ ਕੀਤਾ ਗਿਆ ਤੇ ਇਹ ਕਿਹਾ ਗਿਆ ਵੀ ਉਹਦੇ ਕਾਰਜਕਾਲ ਦੌਰਾਨ ਦੇ ਭੱਤੇ ਤੇ ਤਨਖਾਹ ਨਹੀਂ ਕਢਾਈ ਜਾ ਸਕਦੀ, ਜਿੰਨੀ ਉਹਦੀ ਫਿਕਸ ਕੀਤੀ ਉਸ ਤੋਂ ਘਟਾਇਆ ਨਹੀਂ ਜਾ ਸਕਦਾ। ਠੀਕ ਹੈ, ਚਾਹੇ 360 ਧਾਰਾ ਕਿਉਂ ਨਾ ਲੱਗ ਜੇ, ਫਾਈਨੈਂਸ਼ੀਅਲ ਐਮਰਜੈਂਸੀ ਕਿਉਂ ਨਾ ਲੱਗ ਜੇ, ਤਾਂ ਵੀ ਰਾਸ਼ਟਰਪਤੀ ਦੀ ਤਨਖਾਹ ਉਹ ਨਹੀਂ ਘਟਦੀ। ਇਹ ਧਿਆਨ ਰੱਖ ਲੈਣਾ। ਰਾਸ਼ਟਰਪਤੀ ਨੂੰ ਉਹਦੇ ਦੀ ਜਿਹੜੀ ਸਹੁੰ ਹੈ ਉਹ ਚੀਫ ਜਸਟਿਸ ਆਫ ਇੰਡੀਆ ਦੁਆਰਾ ਚੁਕਾਈ ਜਾਂਦੀ ਹੈ। ਠੀਕ ਹੈ ਜੀ, ਤੇ ਰਾਸ਼ਟਰਪਤੀ ਆਪਣਾ ਜਿਹੜਾ ਅਸਤੀਫਾ ਉਪ ਰਾਸ਼ਟਰਪਤੀ ਨੂੰ ਭੇਜਦਾ ਤੇ ਉਪ ਰਾਸ਼ਟਰਪਤੀ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਭੇਜਦਾ। ਇਹ ਸਾਰੇ ਫੈਕਟ ਬਹੁਤ ਇੰਪੋਰਟੈਂਟ ਹੈ, ਇਹਨਾਂ ਨੂੰ ਧਿਆਨ ਚ ਰੱਖਣਾ ਜੀ। ਰਾਸ਼ਟਰਪਤੀ ਆਪਣਾ ਅਸਤੀਫਾ ਕਿਸ ਨੂੰ ਸੰਬੋਧਿਤ ਕਰਦੇ ਆਪਾਂ ਹੁਣ ਪੜ੍ਹ ਕੇ ਆਏ ਹਾਂ ਜੀ, ਭਾਰਤ ਦੇ ਉਪ ਰਾਸ਼ਟਰਪਤੀ ਨੂੰ। ਤੇ ਉਪ ਰਾਸ਼ਟਰਪਤੀ ਕਿਹਨੂੰ ਕਰੇਗਾ ਜੀ? ਰਾਸ਼ਟਰਪਤੀ ਨੂੰ। ਇਸੇ ਤਰ੍ਹਾਂ ਸਪੀਕਰ ਹੈ ਉਹ ਡਿਪਟੀ ਸਪੀਕਰ ਨੂੰ ਸੰਬੋਧਿਤ ਕਰਦਾ ਆਪਣਾ ਅਸਤੀਫਾ, ਤੇ ਡਿਪਟੀ ਸਪੀਕਰ ਹੈ ਆਪਣਾ ਅਸਤੀਫਾ ਸਪੀਕਰ ਨੂੰ ਸੰਬੋਧਿਤ ਕਰਦਾ ਹੈ। ਰਾਸ਼ਟਰਪਤੀ ਕਹਿੰਦੇ 5 ਸਾਲ ਦੀ ਮਿਆਦ ਹੈ ਉਹ ਸੰਭਾਲਦਾ, ਉਹਦਾ ਕਦੋਂ ਤੋਂ ਸੰਭਾਲੇਗਾ? ਜਦੋਂ ਤੋਂ ਉਹ ਉਹਦੇ ਤੇ ਦਾਖਲ ਹੁੰਦਾ, ਜੁਆਇਨ ਕਰਦਾ। ਜਿਵੇਂ ਜਿਹੜੀ ਆਪਣੀ ਦ੍ਰੋਪਦੀ ਮੁਰਮੂ ਹੈ ਰਾਸ਼ਟਰਪਤੀ 15ਵੀਂ ਬਣੀ ਹੈ ਦੇਸ਼ ਦੀ, ਉਹਨੇ 25 ਜੁਲਾਈ ਨੂੰ ਉਹਦਾ ਸੰਭਾਲਿਆ 2022। ਇਹ 5 ਸਾਲ ਦੀ ਮਿਆਦ ਹੈ ਜਿਹੜੀ ਉਹ ਹੋਏਗੀ ਫਿਰ 24 ਜੁਲਾਈ 2027 ਦੇ ਵਿੱਚ ਉਹਦਾ 5 ਸਾਲ ਪੀਰੀਅਡ ਖਤਮ ਹੋਏਗਾ। ਇਹ ਧਿਆਨ ਰੱਖ ਲੈਣਾ, ਜਦੋਂ ਉਹਦਾ ਸੰਭਾਲਦਾ ਉਹਦੇ ਸੰਭਾਲਣ ਤੋਂ 5 ਸਾਲ ਦੀ ਮਿਆਦ ਗਿਣੀ ਜਾਂਦੀ। ਇੱਕ ਅਜਿਹੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਲਈ ਕੌਣ ਜ਼ਿੰਮੇਵਾਰ ਹੋਏਗਾ ਜਿਸ ਦੀ ਆਪਣੀ ਕੋਈ ਵਿਧਾਨ ਸਭਾ ਨਹੀਂ? ਜਿਵੇਂ ਚੰਡੀਗੜ੍ਹ, ਉਹਦੀ ਕੋਈ ਵਿਧਾਨ ਸਭਾ ਨਹੀਂ। ਠੀਕ ਹੈ ਜੀ, ਇਸੇ ਤਰ੍ਹਾਂ ਦਮਨ ਦਿਊ ਹੋ ਗਿਆ, ਠੀਕ ਹੈ, ਇਹਦੀ ਵੀ ਕੋਈ ਆਪਣੀ ਹੈ ਨਹੀਂ ਗੀ। ਅੰਡੇਮਾਨ ਨਿਕੋਬਾਰ ਹੋ ਗਿਆ, ਦੀਪ ਸਮੂਹ, ਲਕਸ਼ਦੀਪ ਹੋ ਗਿਆ, ਇਹਨਾਂ ਦੀ ਕੋਈ ਵੀ ਆਪਣੀ ਵਿਧਾਨ ਸਭਾ ਨਹੀਂ। ਇੱਥੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜਿਹੜੇ ਉਹ ਰਾਸ਼ਟਰਪਤੀ ਦੀ ਹੋਏਗੀ। ਇਹ ਧਿਆਨ ਰੱਖ ਲੈਣਾ। ਠੀਕ ਹੈ ਜੀ, ਦਿੱਲੀ ਦੇ ਵਿੱਚ ਜਿਹੜਾ ਉਹ ਲੈਫਟੀਨੈਂਟ ਗਵਰਨਰ ਹੁੰਦਾ, ਜਿਹਨੂੰ ਆਪਾਂ ਲੈਫਟੀਨੈਂਟ ਗਵਰਨਰ ਕਹਿ ਦਿੰਦੇ ਹਾਂ। ਠੀਕ ਹੈ ਜੀ, ਉਪ ਰਾਜਪਾਲ। ਹੇਠ ਲਿਖਿਆਂ ਦੇ ਵਿੱਚੋਂ ਕਿਸ ਨੂੰ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ? ਵੀ ਰਾਸ਼ਟਰਪਤੀ ਇਹਨਾਂ ਚੋਂ ਕਿਹਨੂੰ ਨਿਯੁਕਤ ਕਰਦਾ ਹੈ? ਅਟਾਰਨੀ ਜਨਰਲ ਨੂੰ, ਇਹਨੂੰ ਵੀ ਨਿਯੁਕਤ ਕਰਦਾ। ਇਹ ਦੇਸ਼ ਦਾ ਪਹਿਲਾ ਵਕੀਲ ਹੁੰਦਾ ਅਟਾਰਨੀ ਜਨਰਲ, ਆਰਟੀਕਲ 76 ਦੇ ਵਿੱਚ ਇਹਦਾ ਵਰਣਨ ਕੀਤਾ ਗਿਆ। ਅੱਛਾ, ਕੈਗ ਇਹ ਆਪਾਂ ਪੜ੍ਹ ਕੇ ਗਏ ਟੌਪਿਕ ਸਾਰਾ, ਜਿੰਨਾ ਬੱਚੇ ਅੱਜ ਪਹਿਲੀ ਵਾਰ ਇਹ ਦੇਖ ਰਹੇ ਹੋ, ਕੈਗ ਦੀ ਇੱਕ ਬਕਾਇਦਾ ਵੀਡੀਓ ਬਣੀ ਹੈ, ਉੱਤੇ ਤੁਸੀਂ ਸਾਰੇ ਦੇਖ ਸਕਦੇ ਹੋ। 148 ਆਰਟੀਕਲ ਇਹਦੇ ਨਾਲ ਸੰਬੰਧਿਤ ਹੈ ਕੈਗ ਨਾਲ। ਰਾਜ ਦਾ ਰਾਜਪਾਲ,
ਇਹਦੀ ਨਿਯੁਕਤੀ ਵੀ ਹੁੰਦੀ ਹੈ ਜੀ ਉਪਰੋਕਤ ਸਾਰੇ ਆਏਗਾ। ਇਹਨਾਂ ਸਾਰਿਆਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਹਾਂਜੀ, ਹੁਣ ਗੱਲ ਕਰਦੇ ਹਾਂ ਰਾਸ਼ਟਰਪਤੀ ਦੀਆਂ ਕਿਹੜੀਆਂ ਐਗਜ਼ੀਕਿਊਟਿਵ ਪਾਵਰ ਹੈ। ਠੀਕ ਹੈ ਜੀ, ਕੇਂਦਰ ਸਰਕਾਰ ਦੀਆਂ ਜਿੰਨੀਆਂ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਦੇ ਹੱਥਾਂ ਵਿੱਚ ਹੁੰਦੀਆਂ ਤੇ ਦੇਸ਼ ਦੀਆਂ ਨੀਤੀਆਂ ਰਾਸ਼ਟਰਪਤੀ ਦੇ ਨਾਂ ਦੀ ਚੱਲਦੀਆਂ। ਰਾਸ਼ਟਰਪਤੀ ਕੋਲ ਕੁਝ ਵਿਸ਼ੇਸ਼ ਅਹੁਦਿਆਂ ਦੀ ਨਿਯੁਕਤੀ ਕਰਨ ਦਾ ਅਧਿਕਾਰ ਹੈ। ਵੈਰੀ ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਹੈ। ਸਭ ਤੋਂ ਪਹਿਲਾਂ ਅਪੁਆਇੰਟ ਕਰਦਾ ਜੀ ਉਹ ਪ੍ਰਧਾਨ ਮੰਤਰੀ ਨੂੰ, ਫਿਰ ਹੋਰ ਮੰਤਰੀਆਂ ਨੂੰ ਅਪੁਆਇੰਟ ਕਰਦਾ ਹੈ, ਪ੍ਰਧਾਨ ਮੰਤਰੀ ਦੀ ਸਲਾਹ ਤੇ ਕਰਦਾ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜਾਂ ਨੂੰ, ਹਾਈ ਕੋਰਟ ਦੇ ਮੁੱਖ ਜੱਜਾਂ ਨੂੰ ਤੇ ਹੋਰ ਜੱਜਾਂ ਨੂੰ ਇਹਨਾਂ ਦੀ ਸਲਾਹ ਦੇ ਨਾਲ। ਟੈਗ ਦੀ ਨਿਯੁਕਤੀ ਕਰਦਾ ਜੀ, ਇਲੈਕਸ਼ਨ ਕਮਿਸ਼ਨਰ ਦੀ ਨਿਯੁਕਤੀ ਕਰਦਾ ਹੈ, ਫਾਈਨੈਂਸ ਕਮਿਸ਼ਨ ਦੀ ਨਿਯੁਕਤੀ ਕਰਦਾ ਹੈ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਨਿਯੁਕਤੀ ਕਰਦਾ ਜੀ, ਮਨੁੱਖੀ ਅਧਿਕਾਰ ਕਮਿਸ਼ਨ ਦੀ, ਨੈਸ਼ਨਲ ਵੂਮਨ ਕਮਿਸ਼ਨ ਦੀ ਨਿਯੁਕਤੀ ਕਰਦਾ, ਗਵਰਨਰ ਦੀ। ਠੀਕ ਹੈ ਜੀ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਨਿਯੁਕਤੀ ਆ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਉਹ ਵਿਦੇਸ਼ੀ ਡਿਪਲੋਮੈਟਾਂ ਤੋਂ ਸੱਦਾ ਪੱਤਰ ਸਵੀਕਾਰ ਕਰਦਾ ਹੈ ਅਤੇ ਰਾਜਦੂਤਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਦਾ ਹੈ। ਜਿਹੜੇ ਵਿਦੇਸ਼ਾਂ ਤੋਂ ਆਉਣ ਵਾਲੇ ਜਿਹੜੇ ਡਿਪਲੋਮੈਟ ਹੈ, ਠੀਕ ਹੈ ਜੀ, ਉਹ ਕਈ ਵਾਰ ਕਹਿ ਦਿੰਦੇ ਆ ਵੀ ਆਓ ਸਾਡੇ ਦੇਸ਼ ਵਿਜ਼ਿਟ ਕਰੋ, ਤਾਂ ਉਦੋਂ ਉਹ ਸੱਦਾ ਪੱਤਰ ਰਾਸ਼ਟਰਪਤੀ ਦੇ ਨਾਂ ਤੇ ਸਵੀਕਾਰ ਕੀਤੇ ਜਾਂਦੇ ਆ। ਤੇ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਅੰਬੈਸਡਰ ਲਗਾਏ ਜਾਂਦੇ ਆ, ਰਾਜਦੂਤ ਲਗਾਏ ਜਾਂਦੇ ਆ, ਉਹਨਾਂ ਨੂੰ ਨਿਯੁਕਤੀ ਪੱਤਰ ਵੀ ਰਾਸ਼ਟਰਪਤੀ ਜਾਰੀ ਕਰਦਾ ਹੈ। ਹਾਂਜੀ, ਭਾਰਤ ਦੇ ਰਾਸ਼ਟਰਪਤੀ ਨੂੰ ਅਧਿਕਾਰ ਨਹੀਂ ਹੈ ਸਜ਼ਾ ਮਾਫੀ ਦਾ ਅਧਿਕਾਰ ਹੈ। ਆਰਟੀਕਲ 72 ਦੇ ਵਿੱਚ ਸਜ਼ਾ ਮਾਫੀ ਦਾ ਵਰਣਨ ਕੀਤਾ ਗਿਆ। ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦਾ ਅਧਿਕਾਰ ਇਹ ਨਹੀਂ ਹੈਗਾ ਜੀ, ਇਹ ਤਾਂ ਸੰਸਦ ਕੋਲ ਆ, ਪਾਰਲੀਮੈਂਟ ਕੋਲ ਹੈ ਜੀ। ਠੀਕ ਹੈ ਜੀ, ਐਮਰਜੈਂਸੀ ਘੋਸ਼ਿਤ ਕਰ ਸਕਦਾ, 3 ਤਰ੍ਹਾਂ ਦੀ ਐਮਰਜੈਂਸੀ ਘੋਸ਼ਿਤ ਕਰ ਸਕਦਾ। ਆਰਡੀਨੈਂਸ ਆਰਟੀਕਲ 123 ਦੇ ਤਹਿਤ ਇਹ ਸਾਰੇ ਹੈਗੇ ਆ। ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦਾ ਅਧਿਕਾਰ ਹੈ ਉਹ ਭਾਰਤ ਦੇ ਰਾਸ਼ਟਰਪਤੀ ਕੋਲ ਨਹੀਂ। ਭਾਰਤ ਦੇ ਰਾਸ਼ਟਰਪਤੀ ਦੁਆਰਾ ਜਾਰੀ ਕੀਤੇ ਗਏ ਆਰਡੀਨੈਂਸ ਦੀ ਵੱਧ ਤੋਂ ਵੱਧ ਮਿਆਦ ਕਿੰਨੀ ਹੋ ਸਕਦੀ ਹੈ? ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ। ਬਹੁਤ ਸਾਰੇ ਐਗਜ਼ਾਮ ਦੇ ਵਿੱਚ ਲਿਖਿਆ ਹੋਇਆ 6 ਮਹੀਨੇ, ਪਰ 6 ਮਹੀਨੇ ਨਹੀਂ, ਇਹ ਹੈ 6 ਮਹੀਨੇ ਤੇ 6 ਹਫ਼ਤੇ। ਰਾਈਟ ਆਨਸਰ ਇਹ ਹੈ। ਤੁਹਾਨੂੰ ਸਮਝਾਉਣਾ ਕਿਵੇਂ ਵੀ ਜਦੋਂ ਮੈਕਸਿਮਮ ਪੁੱਛ ਰਿਹਾ ਉਹ ਵੱਧ ਤੋਂ ਵੱਧ ਮਿਆਦ ਪੁੱਛ ਰਿਹਾ। ਠੀਕ ਹੈ ਜੀ, ਦੋ ਜਿਹੜੇ ਸੈਸ਼ਨ ਉਹਨਾਂ ਦੀ ਮਿਆਦ ਹੁੰਦੀ ਹੈ 6 ਮਹੀਨਿਆਂ ਦੀ। ਠੀਕ ਹੈ ਜੀ, ਮੰਨ ਲਓ ਪਹਿਲਾ ਸੈਸ਼ਨ ਖਤਮ ਹੋ ਗਿਆ, ਜਿੱਦਣ ਖਤਮ ਹੋਇਆ ਉਸੇ ਦਿਨ ਸ਼ਾਮ ਨੂੰ ਰਾਸ਼ਟਰਪਤੀ ਨੇ ਆਰਡੀਨੈਂਸ ਜਾਰੀ ਕਰਤਾ। ਕਲੀਅਰ ਹੋ ਗਿਆ। ਹੁਣ ਅਗਲਾ ਸੈਸ਼ਨ 6 ਮਹੀਨਿਆਂ ਨੂੰ ਹੋਏਗਾ। ਠੀਕ ਹੈ ਜੀ, ਅਗਲਾ ਸੈਸ਼ਨ 6 ਮਹੀਨਿਆਂ ਨੂੰ ਹੋਏਗਾ। ਪਰ ਆਰਡੀਨੈਂਸ ਆ ਜਿਹੜਾ ਉਹਦੇ ਲਈ ਇੱਕ ਕੰਡੀਸ਼ਨ ਹੈ ਵੀ ਜਦੋਂ ਸੈਸ਼ਨ ਸ਼ੁਰੂ ਹੋ ਜਾਏ ਉਹਦੇ 6 ਹਫ਼ਤਿਆਂ ਦੇ ਵਿੱਚ ਪਾਸ ਕਰਾਉਣਾ ਹੈ। 6 ਹਫ਼ਤਿਆਂ 'ਚ ਪਾਸ ਕਰਾਉਣਾ ਹੈ। ਇਹਦਾ ਮਤਲਬ ਫਿਰ ਮੈਕਸਿਮਮ ਜਿਹੜੀ ਰਹਿ ਗਈ ਆਰਡੀਨੈਂਸ ਦੀ ਜਿਹੜੀ ਮਿਆਦ ਹੈ ਉਹ 6 ਮਹੀਨੇ ਤੇ 6 ਹਫ਼ਤੇ ਹੈ। ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ, ਬੁੱਕਸ ਦੇ ਵਿੱਚ ਪਹਿਲਾਂ ਉਹਨਾਂ ਨੇ 6 ਮਹੀਨੇ ਲਿਖਿਆ ਹੈ। ਧਿਆਨ ਰੱਖ ਲੈਣਾ ਹੈ, ਕੁਐਸਚਨ ਥੋੜਾ ਜਿਹਾ ਇਹ ਪੇਚੀਦਾ ਹੈ। ਠੀਕ ਹੈ ਜੀ, ਧਿਆਨ ਨਾਲ ਸਮਝ ਕੇ ਇਹਨੂੰ ਹੈਂਡਲ ਕਰਨਾ ਹੈ। ਰਾਸ਼ਟਰਪਤੀ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ। ਠੀਕ ਹੈ ਜੀ, ਇਹ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਦੀ ਸਿਫਾਰਿਸ਼ ਤੇ ਕਰਦਾ ਜੀ। ਇਹਦਾ ਰਾਈਟ ਆਨਸਰ ਆਏਗਾ ਜੀ ਸੀ। ਹਾਂਜੀ, ਕੁਝ ਹੁਣ ਆਪਾਂ ਵਿਧਾਨਿਕ ਸ਼ਕਤੀਆਂ ਜਿਹੜੀਆਂ ਰਾਸ਼ਟਰਪਤੀ ਕੋਲ ਉਹਦੀ ਚਰਚਾ ਕਰਦੇ ਹਾਂ। ਹਾਂਜੀ, ਆਰਟੀਕਲ 74 ਦੇ ਵਿੱਚ ਕਿਹਾ ਗਿਆ ਹੈ ਵੀ ਜਿਹੜਾ ਰਾਸ਼ਟਰਪਤੀ ਆਪਣੀਆਂ ਕਾਨੂੰਨੀ ਸ਼ਕਤੀਆਂ ਦੀ ਵਰਤੋਂ, ਵਿਧਾਨਿਕ ਸ਼ਕਤੀਆਂ ਦੀ ਵਰਤੋਂ ਮੰਤਰੀ ਮੰਡਲ ਦੀ ਸਲਾਹ ਤੇ ਹੀ ਕਰ ਸਕਦਾ। ਰਾਸ਼ਟਰਪਤੀ ਸੰਸਦ ਦਾ ਜਿਹੜਾ ਅਨਿੱਖੜਵਾਂ ਅੰਗ ਹੈ, ਕਿਉਂਕਿ ਜਿਹੜੀ ਸੰਸਦ ਆ 3 ਚੀਜ਼ਾਂ ਤੋਂ ਮਿਲ ਕੇ ਬਣਦੀ ਹੈ, ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਟ। ਫਿਰ ਇਹਦਾ ਕੀ ਹੋ ਗਿਆ? ਅਨਿੱਖੜਵਾਂ ਅੰਗ ਹੋ ਗਿਆ। ਤੇ ਉਹਦੇ ਸਾਈਨ ਕਰਨ ਤੇ ਹੀ ਕੋਈ ਬਿੱਲ ਕਾਨੂੰਨ ਬਣਦਾ। ਸੰਸਦ ਦੇ ਸੈਸ਼ਨ ਨੂੰ ਮੁਅੱਤਲ ਵੀ ਕਰ ਸਕਦਾ ਹੈ, ਆਪਾਂ ਕੱਲ ਪੜ੍ਹ ਚੁੱਕੇ ਹਾਂ, ਪ੍ਰੋਰੋਗੇਸ਼ਨ ਜਿਹਨੂੰ ਕਹਿੰਦੇ ਆਪਾਂ। ਤੇ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਤੇ ਲੋਕ ਸਭਾ ਨੂੰ ਭੰਗ ਵੀ ਕਰ ਸਕਦਾ ਹੈ। ਇਹ ਦੋਨੋਂ ਪਾਵਰਾਂ ਕਿਹਦੇ ਕੋਲ ਰਹਿੰਦੀਆਂ ਜੀ? ਪ੍ਰੈਜ਼ੀਡੈਂਟ ਕੋਲ ਰਹਿੰਦੀਆਂ। ਉਹ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਸੰਬੋਧਨ ਕਰਦਾ ਹੀ ਕਰਦਾ ਹੈ, ਇਹ ਲਾਜ਼ਮੀ ਹੈ। ਤੇ ਜਿਹੜਾ ਜੁਆਇੰਟ ਸੈਸ਼ਨ ਉਹਦੇ ਵਿੱਚ ਸੰਬੋਧਨ ਕਰ ਵੀ ਸਕਦਾ ਤੇ ਨਹੀਂ ਵੀ ਕਰ ਸਕਦਾ। ਜੇ ਨਵੇਂ ਰਾਜਾਂ ਦੀ ਸਿਰਜਣਾ ਕਰਨੀ ਹੈ ਉਹਦੇ ਨਾਲ ਸੰਬੰਧਿਤ ਬਿੱਲ ਹੈ। ਰਾਜਾਂ ਦੀਆਂ ਜਿਹੜੀਆਂ ਬਾਉਂਡਰੀਆਂ ਵਿੱਚ ਤਬਦੀਲੀ ਕਰਨੀ ਹੈ, ਧਨ ਬਿੱਲ ਹੋ ਗਿਆ, ਜਿਹੜਾ ਆਪਣਾ ਕੰਸੋਲੀਡੇਟਡ ਫੰਡ ਦੇ ਵਿੱਚ ਕੋਈ ਖਰਚੇ ਕਰਨੇ ਆਪਾਂ, ਰਾਜਾਂ ਦੇ ਹਿੱਤਾਂ ਨਾਲ ਸੰਬੰਧਿਤ ਬਿੱਲ ਹੈ। ਇਹ ਸਾਰੇ ਦੇ ਸਾਰੇ ਬਿੱਲ ਰਾਸ਼ਟਰਪਤੀ ਤੋਂ ਪਹਿਲਾਂ ਪ੍ਰਵਾਨਗੀ ਲਈ ਜਾਏਗੀ, ਫਿਰ ਇਹਨਾਂ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਜਾਏਗਾ। ਯਾਨੀ ਕਿ ਪੂਰਵ ਪ੍ਰਵਾਨਗੀ ਤੋਂ ਪਹਿਲਾਂ ਇਹ ਬਿੱਲ ਪੇਸ਼ ਨਹੀਂ ਕੀਤੇ ਜਾ ਸਕਦੇ। ਇੰਡੀਅਨ ਐਂਗਲੋ ਭਾਈਚਾਰੇ ਦੇ 2 ਮੈਂਬਰ ਲੋਕ ਸਭਾ ਲਈ, ਕਲਾ, ਸਾਹਿਤ, ਵਿਗਿਆਨ, ਸਮਾਜ ਸੇਵਾ ਦੇ ਖੇਤਰ ਵਿੱਚ 12 ਮੈਂਬਰ ਰਾਜ ਸਭਾ ਦੇ ਲਈ ਨੋਮੀਨੇਟ ਕਰ ਸਕਦਾ। ਪਰ ਇੰਡੀਅਨ ਐਂਗਲੋ ਦੇ 2 ਮੈਂਬਰ ਜਿਹੜੇ ਹੁਣ ਉਹ ਜਿਹੜੀ ਪਾਵਰ ਹੈ ਉਹ ਖਤਮ ਹੋ ਗਈ ਹੈ ਰਾਸ਼ਟਰਪਤੀ ਕੋਲ। 104 ਜਿਹੜੀ ਸੰਵਿਧਾਨਕ ਸੋਧ ਹੋਈ ਸੀ ਉਹਦੇ ਵਿੱਚ ਸ਼ਕਤੀ ਖਤਮ ਕਰ ਦਿੱਤੀ ਗਈ, 2019 ਵਿੱਚ ਹੋਈ ਸੀ। ਹਾਂਜੀ, ਆਰਡੀਨੈਂਸ ਆਰਟੀਕਲ ਇਹ ਵੈਰੀ ਇੰਪੋਰਟੈਂਟ ਹੈ, ਇਹ ਚੀਜ਼ ਧਿਆਨ ਰੱਖ ਲੈਣੀ ਹੈ। 123 ਦੇ ਤਹਿਤ ਜਿਹੜੀ ਆ ਸਧਾਰਨ ਹਾਲਤਾਂ ਦੇ ਵਿੱਚ ਆਰਡੀਨੈਂਸ ਜਾਰੀ ਕਰੇਗਾ। ਆ ਸਧਾਰਨ ਹਾਲਤ ਦਾ ਮਤਲਬ ਇਹ ਹੈ ਵੀ ਸੰਸਦ ਦਾ ਜਿਹੜਾ ਸੈਸ਼ਨ ਨਹੀਂ ਚੱਲ ਰਿਹਾ। ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਨਾਲ ਸਲਾਹ ਕਰਨ ਦਾ ਅਧਿਕਾਰ ਦਿੰਦੀ ਹੈ? ਵੈਰੀ ਇੰਪੋਰਟੈਂਟ, ਇਹ ਹੈ ਜੀ ਆਰਟੀਕਲ 143। ਇਹਦੇ ਤਹਿਤ ਜਿਹੜਾ ਰਾਸ਼ਟਰਪਤੀ ਹੈ ਉਹ ਸੁਪਰੀਮ ਕੋਰਟ ਦੇ ਜੱਜਾਂ ਤੋਂ ਸਲਾਹ ਲੈ ਸਕਦਾ ਕਿਸੇ ਕਾਨੂੰਨੀ ਵਿਸ਼ੇ ਤੇ। ਠੀਕ ਹੈ ਜੀ, ਤੇ ਉਹ 5 ਜੱਜਾਂ ਦਾ ਜਿਹੜਾ ਪੈਨਲ ਹੈ ਰਾਸ਼ਟਰਪਤੀ ਨੂੰ ਸਲਾਹ ਦੇਗਾ। ਉਹ ਸਲਾਹ ਨੂੰ ਮੰਨਣਾ ਨਾ ਮੰਨਣਾ ਰਾਸ਼ਟਰਪਤੀ ਦੀ ਇੱਛਾ ਤੇ ਨਿਰਭਰ ਕਰਦਾ ਹੈ। ਭਾਰਤ ਦੇ ਰਾਸ਼ਟਰਪਤੀ ਕੋਲ ਸਜ਼ਾ ਮਾਫੀ ਦੀ ਸ਼ਕਤੀ ਹੈ, ਉਹ ਆਰਟੀਕਲ 72 ਦੇ ਵਿੱਚ ਹੈ ਜੀ। ਠੀਕ ਹੈ ਜੀ, ਹੁਣ ਪੜ੍ਹਦੇ ਹਾਂ ਜੀ ਨਿਆਇਕ ਸ਼ਕਤੀਆਂ। ਪਹਿਲਾਂ ਆਪਾਂ ਨਿਆਇਕ ਵਿਧਾਨਿਕ ਸ਼ਕਤੀਆਂ ਪੜ੍ਹ ਕੇ ਗਏ ਸੀ, ਲੈਜਿਸਲੇਟਿਵ ਪਾਵਰ ਪੜ੍ਹ ਕੇ ਗਏ ਸੀ ਵੀ ਕਾਨੂੰਨ ਕਿਵੇਂ ਬਣਨਾ। ਨਿਆਇਕ ਦਾ ਮਤਲਬ ਹੈ ਵੀ ਇਹ ਜਿਹੜਾ ਲਾ ਹੈ, ਲਾ ਨਾਲ ਸੰਬੰਧਿਤ ਕੀ ਸ਼ਕਤੀਆਂ। ਸਭ ਤੋਂ ਪਹਿਲਾਂ ਆਰਟੀਕਲ 72 ਦੇ ਤਹਿਤ ਰਾਸ਼ਟਰਪਤੀ ਕੋਲ ਅਪਰਾਧੀਆਂ ਦੀ ਸਜ਼ਾ ਮਾਫ ਕਰਨ, ਘੱਟ ਕਰਨ ਦਾ ਅਧਿਕਾਰ ਹੈ। ਮੌਤ ਦੀ ਸਜ਼ਾ ਵੀ ਮਾਫ ਕਰ ਸਕਦਾ ਹੈ। ਠੀਕ ਹੈ ਜੀ, ਮਿਲਟਰੀ ਪ੍ਰਸ਼ਾਸਨ ਦੁਆਰਾ ਮਿਲੀ ਗਈ ਸਜ਼ਾ ਜਾਂ ਕੋਰਟ ਮਾਰਸ਼ਲ ਦੀ ਸਜ਼ਾ ਵੀ ਮਾਫ ਕਰ ਸਕਦਾ ਹੈ। ਹੁਣ ਰਾਜਪਾਲ ਕੋਲ ਵੀ ਸ਼ਕਤੀਆਂ ਹੈਗੀਆਂ ਸਜ਼ਾ ਮਾਫੀ ਦੀਆਂ, ਪਰ ਦੋਹਾਂ ਦੇ ਵਿੱਚ ਫਰਕ ਕੀ ਹੈ ਵੀ ਜਿਹੜੀ ਆਹ ਮਿਲਟਰੀ ਵਾਲੀ ਹੈਗੀ ਜਿਹੜੀ ਸਜ਼ਾ ਮਾਫੀ, ਇਹ ਸਿਰਫ ਪਾਵਰ ਰਾਸ਼ਟਰਪਤੀ ਕੋਲ ਹੈ, ਰਾਜਪਾਲ ਕੋਲ ਇਹ ਪਾਵਰ ਨਹੀਂ ਹੈਗੀ। ਹਾਂਜੀ, ਆਰਟੀਕਲ 143 ਦੇ ਤਹਿਤ ਜਿਹੜਾ ਲੋਕ ਹਿੱਤ ਦੇ ਕਿਸੇ ਵੀ ਸਵਾਲ ਤੇ ਸੁਪਰੀਮ ਕੋਰਟ ਦੇ 5 ਜੱਜਾਂ ਦੇ ਪੈਨਲ ਤੋਂ ਸਲਾਹ ਲੈ ਸਕਦਾ। 5 ਤਰ੍ਹਾਂ ਦੀ ਸਜ਼ਾ ਮਾਫੀ ਦੀ ਗੱਲ ਹੈ ਜਿਹੜੀ ਉਹ ਕੀਤੀ ਗਈ ਹੈ ਕਾਨੂੰਨ ਦੇ ਵਿੱਚ। ਪਾਰਡਨ, ਐਜ਼ ਇਟ ਅੰਗਰੇਜ਼ੀ ਦੇ ਵਿੱਚ ਇਹ ਵਰਡ ਯਾਦ ਕਰ ਲੈਣੇ ਆ, ਪਾਰਡਨ, ਕਮਿਊਟੇਸ਼ਨ, ਰਿਪਰੀਵ, ਰਿਸਪਾਈਟ ਤੇ ਰਿਮਿਸ਼ਨ। ਇਹਨਾਂ ਜਿਹੜੇ IAS ਐਗਜ਼ਾਮ ਹੈ ਜਾਂ PCS ਐਗਜ਼ਾਮ ਹੈ ਤੇ ਉਹਨਾਂ ਦੇ ਵਿੱਚ ਬਹੁਤ ਵਾਰੀ ਇਹ ਕੁਐਸਚਨ ਪੁੱਛਿਆ ਜਾਂਦਾ ਹੈ, ਇਹ ਧਿਆਨ ਰੱਖ ਲੈਣਾ ਹੈ। ਠੀਕ ਹੈ ਜੀ, ਹਾਂਜੀ, ਮਾਫੀ ਆਦਿ ਦੇਣ ਦੀ ਰਾਸ਼ਟਰਪਤੀ ਦੀ ਸ਼ਕਤੀ ਕੀ ਹੈ? ਇਹ ਨਿਆਇਕ ਸ਼ਕਤੀ ਆਪਾਂ ਹੁਣੇ ਪੜ੍ਹ ਕੇ ਗਏ ਹਾਂ ਜੀ। ਠੀਕ ਹੈ ਜੀ, ਹਾਂਜੀ, ਭਾਰਤੀ ਹਥਿਆਰਬੰਦ ਸੈਨਾਵਾਂ ਦਾ ਸੁਪਰੀਮ ਕਮਾਂਡਰ ਕੌਣ ਹੁੰਦਾ ਹੈ? ਉਹ ਹੁੰਦਾ ਜੀ ਰਾਸ਼ਟਰਪਤੀ। ਤਿੰਨੋਂ ਸੈਨਾਵਾਂ ਦਾ ਮੁਖੀ ਹੈ ਜਿਹੜਾ ਉਹ ਰਾਸ਼ਟਰਪਤੀ ਹੁੰਦਾ।
ਹਾਂਜੀ, ਹੁਣ ਗੱਲ ਕਰਦੇ ਸੈਨਿਕ ਸ਼ਕਤੀਆਂ। ਸੈਨਿਕ ਸ਼ਕਤੀਆਂ ਦੇ ਵਿੱਚ ਜਿਹੜੇ ਰੱਖਿਆ ਬਲ ਹੈ, ਤਿੰਨੇ ਸੈਨਿਕ ਦਲਾਂ ਦਾ ਸੁਪਰੀਮ ਕਮਾਂਡਰ ਹੁੰਦਾ ਹੈ। ਯੁੱਧ ਨੂੰ ਐਲਾਨ ਕਰਨ ਦੀ ਸ਼ਕਤੀ ਵੀ ਰਾਸ਼ਟਰਪਤੀ ਕੋਲ ਹੁੰਦੀ ਹੈ ਤੇ ਸ਼ਾਂਤੀ ਦੀ ਐਲਾਨ ਕਰਨ ਦੀ ਸ਼ਕਤੀ ਵੀ ਰਾਸ਼ਟਰਪਤੀ ਕੋਲ ਹੁੰਦੀ ਹੈ। ਠੀਕ ਹੈ ਜੀ। ਤੇ ਜਿਹੜੇ ਆਰਮਡ ਫੋਰਸ ਦਾ, ਜਿਹਨੂੰ ਆਪਾਂ ਹਥਿਆਰ ਬਲ ਕਹਾਂਗੇ ਸੈਨਾ, ਉਹਦਾ ਵਿਸਥਾਰ ਕਰਨ ਦੀ ਸ਼ਕਤੀ ਵੀ ਰਾਸ਼ਟਰਪਤੀ ਕੋਲ ਹੈ। ਹਾਂਜੀ, ਕੁਝ ਵਿਸ਼ੇਸ਼ ਪਾਵਰਸ ਹੈਗੀਆਂ। ਭਾਰਤੀ ਸੰਵਿਧਾਨ ਦੇ ਅਨੁਸਾਰ ਰਾਸ਼ਟਰਪਤੀ ਮੰਤਰੀ ਮੰਡਲ ਦੀ ਸਲਾਹ ਤੇ ਕੰਮ ਕਰਦਾ ਹੈ, ਪਰ ਵਿਸ਼ੇਸ਼ ਹਾਲਾਤਾਂ ਦੇ ਵਿੱਚ ਉਹ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਨਾਲ ਵੀ ਕੰਮ ਕਰਦਾ ਹੈ। ਉਹ ਵਿਸ਼ੇਸ਼ ਹਾਲਾਤ ਜਿਹੜੇ ਆ ਜਿੱਥੇ ਉਹ ਆਪਣੀਆਂ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਾ ਹੈ। ਸਭ ਤੋਂ ਪਹਿਲਾਂ ਹੈਗਾ ਜੀ, ਜਦੋਂ ਲੋਕ ਸਭਾ ਵਿੱਚ ਕਿਸੇ ਵੀ ਪਾਰਟੀ ਦੇ ਕੋਲ ਬਹੁਮਤ ਨਾ ਹੋਵੇ, ਠੀਕ ਹੈ, ਉਦੋਂ ਉਹ ਦੇਖਦਾ ਵੀ ਕਿਸ ਪਾਰਟੀ ਨੂੰ ਉਹਨੇ ਬੁਲਾਉਣਾ ਹੈ, ਠੀਕ ਹੈ, ਸਰਕਾਰ ਬਣਾਉਣ ਦੇ ਲਈ। ਅਚਾਨਕ ਮੌਤ ਦੀ ਹੋਣ ਦੀ ਸਥਿਤੀ ਦੇ ਵਿੱਚ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਣਾ। ਕੋਈ ਪ੍ਰਧਾਨ ਮੰਤਰੀ ਕਿਸੇ ਪਾਰਟੀ ਦਾ ਹੈਗਾ, ਠੀਕ ਹੈ ਜੀ, ਉਹਦੀ ਅਚਾਨਕ ਮੌਤ ਹੋ ਜਾਂਦੀ ਹੈ। ਅਜਿਹੀ ਸਥਿਤੀ ਦੇ ਵਿੱਚ ਕਿਸ ਆਦਮੀ ਨੂੰ ਪ੍ਰਧਾਨ ਮੰਤਰੀ ਦੇ ਲਈ ਨਿਯੁਕਤ ਕਰਨਾ ਹੈ? ਐਕਚੁਅਲ ਦੇ ਵਿੱਚ ਇਹਦੇ ਵਿੱਚ ਪਾਰਟੀ ਹੀ ਰਿਕਮੈਂਡ ਕਰਦੀ ਹੈ ਨਾਮ, ਤੇ ਉਹਨੂੰ ਰਾਸ਼ਟਰਪਤੀ ਆ ਉਹ ਨਿਯੁਕਤ ਕਰ ਦਿੰਦਾ। ਠੀਕ ਹੈ, ਇਹ ਪਾਰਟੀ ਕਰਦੀ ਹੈ ਰਿਕਮੈਂਡ, ਨਾ ਕਿ ਗਵਰਨਮੈਂਟ, ਕਿਉਂਕਿ ਗਵਰਨਮੈਂਟ ਉਸ ਸਮੇਂ ਐਗਜ਼ਿਸਟ ਨਹੀਂ ਹੁੰਦੀਗੀ, ਕਿਉਂਕਿ ਪ੍ਰਧਾਨ ਮੰਤਰੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਸਾਰਾ ਮੰਤਰੀ ਮੰਡਲ ਹੈ ਉਹ ਰਿਜ਼ਾਈਨ ਦਿੰਦਾ ਉਸ ਨੂੰ। ਸੱਤਾਧਾਰੀ ਜਿਹੜੀ ਹੈਗੀ ਹੈ ਮੰਤਰੀ ਮੰਡਲ ਦੇ ਖਿਲਾਫ ਅਵਿਸ਼ਵਾਸ ਪਾਸ ਕੀਤਾ ਗਿਆ ਹੋਵੇ, ਠੀਕ ਹੈ ਜੀ, ਰੂਲਿੰਗ ਪਾਰਟੀ ਹੈ, ਉਹਦੇ ਮੰਤਰੀ ਮੰਡਲ ਦੇ ਖਿਲਾਫ ਜੇ ਅਵਿਸ਼ਵਾਸ ਦਾ ਮਤਾ ਪਾਸ ਕੀਤਾ ਗਿਆ ਹੋਵੇ ਤਾਂ ਉਦੋਂ ਵੀ ਕੀਤਾ ਜਾਣਾ ਹੋਵੇ, ਉਦੋਂ ਵੀ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦੇ। ਹਾਂਜੀ, ਹੇਠ ਲਿਖੇ ਆਰਟੀਕਲਾਂ ਦੇ ਵਿੱਚੋਂ ਨੈਸ਼ਨਲ ਐਮਰਜੈਂਸੀ ਦਾ ਜ਼ਿਕਰ ਕਿਸ ਆਰਟੀਕਲ ਵਿੱਚ ਕੀਤਾ ਗਿਆ? ਇੱਥੇ ਨੈਸ਼ਨਲ ਐਮਰਜੈਂਸੀ ਦੀ ਗੱਲ ਕੀਤੀ ਗਈ ਹੈ, ਆਰਟੀਕਲ 352 ਦੇ ਵਿੱਚ ਜਿਹੜਾ ਉਹ ਨੈਸ਼ਨਲ ਐਮਰਜੈਂਸੀ ਦਾ ਜਿਹੜਾ ਜ਼ਿਕਰ ਕੀਤਾ ਗਿਆ। ਹੁਣ ਗੱਲ ਕਰਦੇ ਹਾਂ ਐਮਰਜੈਂਸੀ ਪਾਵਰ। ਆਰਟੀਕਲ 352 ਦੇ ਤਹਿਤ ਜੰਗ, ਬਾਹਰੀ ਹਮਲੇ, ਹਥਿਆਰਬੰਦ ਬਗਾਵਤ ਦੀ ਸਥਿਤੀ ਦੇ ਵਿੱਚ ਰਾਸ਼ਟਰਪਤੀ ਨੂੰ ਜੇ ਤਸੱਲੀ ਹੋ ਜਾਂਦੀ ਹੈ ਕਿ ਭਾਰਤ ਜਾਂ ਭਾਰਤ ਦੇ ਕਿਸੇ ਹਿੱਸੇ ਵਿੱਚ ਸੁਰੱਖਿਆ ਨੂੰ ਖਤਰਾ ਹੈ, ਤਾਂ ਉਹ ਪੂਰੇ ਭਾਰਤ ਜਾਂ ਭਾਰਤ ਦੇ ਕਿਸੇ ਇੱਕ ਹਿੱਸੇ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਸਕਦਾ। ਠੀਕ ਹੈ ਜੀ, ਯਾਨੀ ਕਿ ਜੇ ਬਾਹਰੀ ਹਮਲਾ, ਯੁੱਧ ਜਾਂ ਅੰਦਰੂਨੀ ਬਗਾਵਤ, ਕੋਈ ਹਥਿਆਰਬੰਦ ਵੀ ਲੋਕਾਂ ਨੇ ਹਥਿਆਰ ਚੱਕ ਲਏ, ਬਗਾਵਤ ਕਰਤੀ, ਤਾਂ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਉਹ ਪੂਰੇ ਦੇਸ਼ ਵਿੱਚ ਜਾਂ ਦੇਸ਼ ਦੇ ਇੱਕ ਹਿੱਸੇ ਦੇ ਵਿੱਚ ਰਾਸ਼ਟਰਪਤੀ ਐਮਰਜੈਂਸੀ ਲਗਾ ਸਕਦਾ। 1 ਮਹੀਨੇ ਦੀ ਮਿਆਦ ਦੇ ਬਾਅਦ ਅਜਿਹੀ ਘੋਸ਼ਣਾ ਜਿਹੜੀ ਨੈਸ਼ਨਲ ਐਮਰਜੈਂਸੀ ਹੈ ਜਿਹੜੀ ਉਹ ਆਪਣੇ ਆਪ ਖਤਮ ਹੋ ਜਾਏਗੀ, ਜੇਕਰ ਸੰਸਦ ਦੁਆਰਾ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ। ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਇਹ ਐਮਰਜੈਂਸੀ ਲਗਾਈ ਜਾਂਦੀ ਹੈ 352 ਆਰਟੀਕਲ ਦੇ ਤਹਿਤ, ਤਾਂ 1 ਮਹੀਨੇ ਦੇ ਵਿੱਚ ਸੰਸਦ ਨੂੰ ਇਹ ਜਿਹੜੀ ਐਮਰਜੈਂਸੀ ਆ ਉਹ ਪਾਸ ਕਰਨੀ ਜ਼ਰੂਰੀ ਹੁੰਦੀ ਹੈ। ਤੇ 2/3 ਬਹੁਮਤ ਨਾਲ, ਜਿਹਨੂੰ ਆਪਾਂ ਵਿਸ਼ੇਸ਼ ਬਹੁਮਤ ਕਹਿ ਦਿੰਦੇ ਹਾਂ, ਉਹਦੇ ਨਾਲ ਇਹ ਪਾਸ ਕਰਨਾ ਹੁੰਦਾ ਹੈ। ਜੇ ਪਾਸ ਨਹੀਂ ਹੁੰਦਾ ਤਾਂ ਇਹ ਜਿਹੜੀ ਨੈਸ਼ਨਲ ਐਮਰਜੈਂਸੀ ਹੈ ਇਹ ਸਮਾਪਤ ਹੋ ਜਾਏਗੀ। ਸੰਵਿਧਾਨ ਦੀ ਧਾਰਾ 356 ਦੇ ਤਹਿਤ ਜੇਕਰ ਕੋਈ ਰਾਜ ਸਰਕਾਰ ਸੰਵਿਧਾਨਿਕ ਵਿਵਸਥਾ ਦੇ ਮੁਤਾਬਕ ਕੰਮ ਨਹੀਂ ਕਰ ਰਹੀ, ਯਾਨੀ ਕਿ ਸੰਵਿਧਾਨ ਦੇ ਅਨੁਸਾਰ ਕਿਸੇ ਸਟੇਟ ਵਿੱਚ ਰਾਜ ਨਹੀਂ ਚੱਲ ਰਿਹਾ, ਤਾਂ ਉੱਥੇ ਰਾਸ਼ਟਰਪਤੀ ਐਮਰਜੈਂਸੀ ਦਾ ਐਲਾਨ ਕਰ ਸਕਦਾ ਹੈ। ਇਹਦੀ ਰਿਕਮੈਂਡੇਸ਼ਨ ਰਾਜਪਾਲ ਦੁਆਰਾ ਭੇਜੀ ਜਾਂਦੀ ਹੈ। ਠੀਕ ਹੈ ਜੀ, ਰਾਸ਼ਟਰਪਤੀ ਸ਼ਾਸਨ ਲੱਗਦਾ ਹੈ ਤਾਂ ਇਸ ਘੋਸ਼ਣਾ ਪੱਤਰ ਨੂੰ ਸੰਸਦ ਦੁਆਰਾ 2 ਮਹੀਨਿਆਂ ਦੇ ਵਿੱਚ ਮਨਜ਼ੂਰੀ ਦੇਣੀ ਹੁੰਦੀ ਹੈ। ਨੈਸ਼ਨਲ ਐਮਰਜੈਂਸੀ ਦੇ ਕੇਸ ਵਿੱਚ 1 ਮਹੀਨੇ 'ਚ ਮਨਜ਼ੂਰੀ ਦੇਣੀ ਹੁੰਦੀ ਹੈ, ਤੇ ਜਿਹੜਾ ਆਪਣੇ ਕੋਲ 356 ਦੇ ਤਹਿਤ ਜਿਹੜੀ ਸਟੇਟ ਵਿੱਚ ਲੱਗਣੀ ਹੈ ਐਮਰਜੈਂਸੀ, ਉਹਦੇ ਵਿੱਚ 2 ਮਹੀਨਿਆਂ ਦੇ ਵਿੱਚ ਮਨਜ਼ੂਰੀ ਦੇਣੀ ਹੁੰਦੀ ਹੈ। ਠੀਕ ਹੈ ਜੀ, ਤੇ ਸੰਵਿਧਾਨ ਦੀ ਧਾਰਾ 360 ਇਹ ਫਾਈਨੈਂਸ਼ੀਅਲ ਐਮਰਜੈਂਸੀ ਨਾਲ ਸੰਬੰਧਿਤ ਹੈ। ਠੀਕ ਹੈ, ਇਹ ਵੀ ਰਾਸ਼ਟਰਪਤੀ ਘੋਸ਼ਣਾ ਕਰਦਾ ਹੈ। ਭਾਰਤ ਵਿੱਚ ਹਾਲੇ ਤੱਕ ਨੈਸ਼ਨਲ ਐਮਰਜੈਂਸੀ, ਫਾਈਨੈਂਸ਼ੀਅਲ ਐਮਰਜੈਂਸੀ, ਵਿੱਤੀ ਐਮਰਜੈਂਸੀ ਦਾ ਕਦੇ ਵੀ ਐਲਾਨ ਨਹੀਂ ਕੀਤਾ ਗਿਆ। ਤੇ ਜਿਹੜੀ 352 ਤਹਿਤ 3 ਵਾਰ ਜਿਹੜੀ ਹੈਗੀ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਕੀਤੀ ਜਾ ਚੁੱਕੀ ਹੈ। ਠੀਕ ਹੈ ਜੀ, ਜੇ ਗੱਲ ਕਰੀਏ 356 ਤੇ ਸਭ ਤੋਂ ਪਹਿਲਾਂ ਜੇ ਪੁੱਛ ਲੈਣ ਕਿਹੜੇ ਪ੍ਰਾਂਤ ਦੇ ਵਿੱਚ 356 ਆਰਟੀਕਲ ਲੱਗਿਆ ਸੀ, ਤਾਂ ਉਹ ਪੰਜਾਬ ਆਏਗਾ ਜੀ ਉੱਤਰ। ਹਾਂਜੀ, ਨੈਕਸਟ ਜੀ ਆਪਣੇ ਕੋਲ ਕੁਝ ਇੰਪੋਰਟੈਂਟ ਫੈਕਟ ਹੈ, ਉਹ ਧਿਆਨ 'ਚ ਰੱਖਣੇ ਆ ਜੀ। ਜਿਹੜਾ ਭਾਰਤ ਦਾ ਰਾਸ਼ਟਰਪਤੀ ਸੰਵਿਧਾਨ ਦੀ ਧਾਰਾ 352 ਦੇ ਤਹਿਤ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਸਕਦਾ ਹੈ, ਪਰ ਜੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰੇਗਾ ਤਾਂ ਉਹ ਮੰਤਰੀ ਮੰਡਲ ਦੀ ਲਿਖਤੀ ਸਿਫਾਰਿਸ਼ ਤੋਂ ਬਾਅਦ ਹੀ ਕਰੇਗਾ। ਯਾਨੀ ਕਿ ਮੰਤਰੀ ਮੰਡਲ, ਪ੍ਰਧਾਨ ਮੰਤਰੀ ਤੇ ਉਹਦਾ ਮੰਤਰੀ ਮੰਡਲ ਲਿਖਤੀ ਰੂਪ ਦੇ ਵਿੱਚ ਉਹ ਰਾਸ਼ਟਰਪਤੀ ਨੂੰ ਨੈਸ਼ਨਲ ਐਮਰਜੈਂਸੀ ਲਾਉਣ ਵਾਸਤੇ ਕਹਿਣਗੇ ਤੇ ਫਿਰ ਹੀ ਇਹਦੀ ਘੋਸ਼ਣਾ ਕਰੇਗਾ। ਹਾਂਜੀ, 1975 ਦੇ ਵਿੱਚ ਜਦੋਂ ਨੈਸ਼ਨਲ ਐਮਰਜੈਂਸੀ ਲੱਗੀ ਸੀ, ਉਦੋਂ ਭਾਰਤ ਦੇ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਸੀ। ਫਖਰੂਦੀਨ ਅਲੀ ਅਹਿਮਦ 1975 ਦੇ ਵਿੱਚ ਜਦੋਂ ਭਾਰਤ ਦੇ ਵਿੱਚ ਜਿਹੜੀ ਹੈਗੀ ਹੈ ਐਮਰਜੈਂਸੀ ਲੱਗੀ ਸੀ, ਉਦੋਂ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਸਨ। ਹਾਂਜੀ, ਜਿਹੜੀ ਐਮਰਜੈਂਸੀ ਉਹ 3 ਆਧਾਰਾਂ ਤੇ ਲੱਗਦੀ ਹੈ: ਜੰਗ, ਬਾਹਰੀ ਹਮਲਾ ਤੇ ਹਥਿਆਰਬੰਦ ਬਗਾਵਤ। ਇਹ ਧਿਆਨ ਰੱਖ ਲੈਣਾ, 3 ਚੀਜ਼ਾਂ ਦੇ ਆਧਾਰ ਤੇ ਨੈਸ਼ਨਲ ਐਮਰਜੈਂਸੀ ਲੱਗਦੀ ਹੈ। 1962 ਦੇ ਵਿੱਚ ਪਹਿਲੀ ਵਾਰ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਸੀ। ਉਸ ਸਮੇਂ ਜਿਹੜੇ ਰਾਸ਼ਟਰਪਤੀ ਸੀਗੇ ਐਸ ਰਾਧਾ ਕ੍ਰਿਸ਼ਨ ਸੀਗੇ, ਉਹਨਾਂ ਨੇ ਘੋਸ਼ਣਾ ਕੀਤੀ ਸੀ, ਤੇ ਕਾਰਨ ਸੀ ਚੀਨੀ ਹਮਲੇ ਕਰਕੇ ਹੋਈ ਸੀ। ਤੇ ਇਹ 1962 ਦੇ ਵਿੱਚ ਐਮਰਜੈਂਸੀ ਘੋਸ਼ਣਾ ਕੀਤੀ ਸੀ, ਤੇ 68 ਦੇ ਵਿੱਚ ਇਸ ਐਮਰਜੈਂਸੀ ਨੂੰ ਰੱਦ ਕਰਤਾ ਸੀ ਡਾਕਟਰ ਜ਼ਾਕਿਰ ਹੁਸੈਨ ਨੇ। ਠੀਕ ਹੈ ਜੀ, ਜਿਹੜੇ ਡਾਕਟਰ ਜ਼ਾਕਿਰ ਹੁਸੈਨ ਹੈ ਦੇਸ਼ ਦੇ ਪਹਿਲੇ ਮੁਸਲਿਮ ਜਿਹੜੇ ਰਾਸ਼ਟਰਪਤੀ ਹੈ। ਦੂਜੀ ਐਮਰਜੈਂਸੀ ਦੀ ਘੋਸ਼ਣਾ ਜਿਹੜੀ ਹੈ 1971 ਦੇ ਵਿੱਚ ਕੀਤੀ ਗਈ ਸੀ। ਇਹ ਭਾਰਤ ਦੀ ਸਭ ਤੋਂ ਲੰਬੀ ਨੈਸ਼ਨਲ ਐਮਰਜੈਂਸੀ, ਸਭ ਤੋਂ ਲੰਬਾ ਸਮਾਂ ਚੱਲੀ ਹੈ। ਠੀਕ ਹੈ ਜੀ, ਤੇ ਬੀਬੀ ਗਿਰੀ ਨੇ ਇਹਦਾ ਐਲਾਨ ਕੀਤਾ ਸੀ। ਇਹਦਾ ਕਾਰਨ ਸੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗ। ਤੇ ਭਾਰਤ ਦੇ ਵਿੱਚ 1975 ਦੇ ਵਿੱਚ ਤੀਜੀ ਜਿਹੜੀ ਨੈਸ਼ਨਲ ਜਿਹੜੀ ਐਮਰਜੈਂਸੀ ਹੈ ਉਹਦੀ ਘੋਸ਼ਣਾ ਕੀਤੀ ਗਈ। ਪਰ ਇਹ ਜਿਹੜੀ ਐਮਰਜੈਂਸੀ ਹੈ ਇਹ ਅੰਦਰੂਨੀ ਗੜਬੜੀ ਦੇ ਕਾਰਨ ਜਿਹੜੀ ਹੋਈ ਸੀਗੀ। ਠੀਕ ਹੈ ਜੀ, ਜਿਹਨੂੰ ਆਪਾਂ ਕਹਾਂਗੇ ਹਥਿਆਰਬੰਦ ਬਗਾਵਤ ਕਹਾਂਗੇ, ਜਿਹਦੇ ਕਰਕੇ ਇਹ ਜਿਹੜੀ ਹੋਈ ਸੀਗੀ ਤੀਜੀ ਘੋਸ਼ਣਾ ਹੋਈ ਸੀ 1975 ਦੇ ਵਿੱਚ। ਉਹ ਇਹ ਘੋਸ਼ਣਾ ਜਿਹੜੀ ਕੀਤੀ ਸੀਗੀ ਫਖਰੂਦੀਨ ਅਲੀ ਅਹਿਮਦ ਨੇ ਇਹਦੀ ਘੋਸ਼ਣਾ ਕੀਤੀ ਸੀਗੀ। ਠੀਕ ਹੈ ਜੀ, ਤੇ ਦੂਜੀ ਤੇ ਤੀਜੀ ਦੋਨੋਂ ਐਮਰਜੈਂਸੀਆਂ ਨੂੰ 1977 ਦੇ ਵਿੱਚ ਬੀਡੀ ਜੱਤੀ ਦੁਆਰਾ ਰੱਦ ਕੀਤਾ ਗਿਆ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ ਹੈ। ਪਹਿਲੀ ਲੱਗੀ ਸੀ 62 ਦੇ ਵਿੱਚ, ਚੀਨ ਦੇ ਯੁੱਧ ਕਾਰਨ ਲੱਗੀ ਸੀ। ਉਸ ਸਮੇਂ ਦੇਸ਼ ਦੇ ਰਾਸ਼ਟਰਪਤੀ ਰਾਧਾ ਕ੍ਰਿਸ਼ਨ ਸੀ, ਉਹਨਾਂ ਨੇ ਘੋਸ਼ਣਾ ਕੀਤੀ ਸੀ। 68 ਦੇ ਵਿੱਚ ਇਹ ਐਮਰਜੈਂਸੀ ਨੂੰ ਹਟਾ ਲਿਆ ਗਿਆ ਸੀ। ਉਸ ਸਮੇਂ ਦੇਸ਼ ਦੇ ਰਾਸ਼ਟਰਪਤੀ ਜਿਹੜੇ ਡਾਕਟਰ ਜ਼ਾਕਿਰ ਹੁਸੈਨ ਸੀ। ਦੂਜੀ ਐਮਰਜੈਂਸੀ ਜਿਹੜੀ ਸਭ ਤੋਂ ਲੰਬੀ ਐਮਰਜੈਂਸੀ 1971 'ਚ ਲੱਗੀ ਸੀ। ਠੀਕ ਹੈ, ਇਹਨੂੰ 1977 ਦੇ ਵਿੱਚ ਵਾਪਸ ਲੈ ਲਿਆ ਗਿਆ। 1971 ਦੇ ਵਿੱਚ ਜਿਹੜੀ ਐਮਰਜੈਂਸੀ ਲੱਗੀ ਸੀ ਉਦੋਂ ਦੇਸ਼ ਦੇ ਰਾਸ਼ਟਰਪਤੀ ਬੀਬੀ ਗਿਰੀ ਸੀ, ਕਾਰਨ ਭਾਰਤ ਤੇ ਪਾਕਿਸਤਾਨ ਯੁੱਧ ਸੀ। ਤੇ ਤੀਸਰੀ ਜਿਹੜੀ ਲੱਗੀ ਸੀ ਅੰਦਰੂਨੀ ਬਗਾਵਤ ਦੇ ਕਾਰਨ 1975 'ਚ ਲੱਗੀ ਸੀ। ਦੂਜੀ ਤੇ ਤੀਜੀ ਦੋਹਾਂ ਨੂੰ ਵਾਪਸ 1977 ਦੇ ਵਿੱਚ ਬੀਡੀ ਜੱਤੀ ਦੁਆਰਾ ਲਿਆ ਗਿਆ ਸੀ। ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖ ਲੈਣਾ। ਇੱਕੋ ਇੱਕ ਉਦਾਹਰਨ ਹੈ
ਜਿਹਦੇ ਵਿੱਚ ਰਾਸ਼ਟਰਪਤੀ ਨੇ ਵਿਟੋ ਸ਼ਕਤੀ ਵਰਤੀ ਸੀਗੀ। ਇਹਨਾਂ ਵਿੱਚੋਂ ਦੱਸਣਾ ਕਿਹੜੇ ਕੇਸ ਵਿੱਚ ਵਿਟੋ ਸ਼ਕਤੀ ਵਰਤੀ ਸੀ। ਉਹ ਸੀ ਭਾਰਤੀ ਡਾਕਘਰ ਸੋਧ ਬਿੱਲ, ਠੀਕ ਹੈ। ਇਸ ਕੇਸ ਦੇ ਵਿੱਚ ਜਿਹੜਾ ਗਿਆਨੀ ਜੈਲ ਸਿੰਘ ਉਸ ਸਮੇਂ ਦੇ ਜਿਹੜੇ ਰਾਸ਼ਟਰਪਤੀ ਸੀ, ਉਹਨਾਂ ਨੇ ਵਿਟੋ ਪਾਵਰ ਵਰਤੀ ਸੀ। ਇਹ ਪੋਕਟ ਵਿਟੋ ਵਰਤੀ ਸੀ, ਵੀ ਧਿਆਨ ਰੱਖ ਲਿਓ, ਇਹਨੂੰ ਕਹਿੰਦੇ ਪੋਕਟ ਵਿਟੋ, ਠੀਕ ਹੈ। ਇਹ ਆਪਾਂ ਗਾਂ ਪੜਾਂਗੇ ਇਹਦੇ ਬਾਰੇ। ਹਾਂਜੀ, ਕਹਿੰਦੇ ਪੋਕਟ ਵਿਟੋ ਜਿਹੜੀ ਸ਼ਬਦਾਵਲੀ ਹੈ ਸੰਵਿਧਾਨ ਦੇ ਵਿੱਚ, ਠੀਕ ਹੈ ਜੀ, ਇਹਦੀ ਵਰਤੋਂ ਹੇਠ ਲਿਖੇ ਵਿੱਚੋਂ ਕਿਹੜੇ ਰਾਸ਼ਟਰਪਤੀ ਨੇ ਕੀਤੀ ਸੀ? ਉਹ ਕੀਤੀ ਸੀ ਗਿਆਨੀ ਜੈਲ ਸਿੰਘ ਨੇ। ਜਿਹੜਾ ਸੋਧ ਬਿੱਲ ਸੀ ਡਾਕਘਰ, ਉਹਦੇ ਨਾਲ ਸੰਬੰਧਿਤ ਹੈ ਜੀ ਇਹ। ਹਾਂਜੀ, ਉਸ ਰਾਸ਼ਟਰਪਤੀ ਦਾ ਨਾਮ ਦੱਸਣਾ ਹੈ ਜਿਸ ਨੇ ਪਹਿਲੀ ਵਾਰ ਸਸਪੈਂਸਿਵ ਵਿਟੋ ਦੀ ਵਰਤੋਂ ਕੀਤੀ ਸੀ। ਸਿਰਫ ਇੱਕ ਵਾਰੀ ਸਸਪੈਂਸਿਵ ਵਿਟੋ ਦੀ ਵਰਤੋਂ ਹੋਈ ਹੈ, ਉਹ APJ ਅਬਦੁਲ ਕਲਾਮ ਹੈ ਜੀ, ਧਿਆਨ ਰੱਖ ਲੈਣਾ ਜੀ। ਰਾਸ਼ਟਰਪਤੀ ਦੀਆਂ ਵਿਟੋ ਪਾਵਰਸ ਦੇਖਦੇ ਹਾਂ ਜੀ ਆਪਾਂ। ਭਾਰਤ ਦੇ ਰਾਸ਼ਟਰਪਤੀ ਕੋਲ 3 ਪ੍ਰਕਾਰ ਦੀਆਂ ਵਿਟੋ ਸ਼ਕਤੀਆਂ। ਸਭ ਤੋਂ ਪਹਿਲਾਂ ਹੈ ਐਬਸੋਲੂਟ ਵਿਟੋ। ਐਬਸੋਲੂਟ ਵਿਟੋ ਦੇ ਵਿੱਚ ਕੀ ਹੁੰਦਾ, ਜਦੋਂ ਰਾਜ ਸਭਾ ਲੋਕ ਸਭਾ ਵੱਲੋਂ ਬਿੱਲ ਪਾਸ ਹੋ ਜਾਂਦਾ ਹੈ ਤਾਂ ਉਹ ਸਾਈਨ ਕਰਨ ਦੇ ਲਈ ਰਾਸ਼ਟਰਪਤੀ ਨੂੰ ਭੇਜਿਆ ਜਾਂਦਾ ਹੈ, ਤੇ ਰਾਸ਼ਟਰਪਤੀ ਟੋਟਲੀ ਉਸ ਬਿੱਲ ਤੇ ਡਿਸਐਗਰੀ ਹੋ ਜਾਂਦਾ ਹੈ ਤੇ ਸਾਈਨ ਕਰਨ ਤੋਂ ਮਨਾ ਕਰ ਦਿੰਦਾ। ਇਹਨੂੰ ਕਹਿੰਦੇ ਜੀ ਐਬਸੋਲੂਟ ਵਿਟੋ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਜੀ ਸਸਪੈਂਸ਼ਨ ਵਿਟੋ। ਇਹਦੇ ਵਿੱਚ ਕੀ ਹੈ ਵੀ ਰਾਸ਼ਟਰਪਤੀ ਬਿੱਲ ਨੂੰ ਪੜ੍ਹਦਾ ਹੈ, ਜਿਹੜਾ ਲੋਕ ਸਭਾ ਤੇ ਰਾਜ ਸਭਾ ਨੇ ਪਾਸ ਕਰਤਾ, ਉਹ 'ਚ ਕੁਝ ਖਾਮੀਆਂ ਨਜ਼ਰ ਆਉਂਦੀਆਂ ਤੇ ਵਾਪਸ ਫੇਰ ਸੰਸਦ ਨੂੰ ਭੇਜ ਦੇਣਾ, ਇਹਨੂੰ ਕਹਿੰਦੇ ਸਸਪੈਂਸ਼ਨ ਵਿਟੋ। ਇਹਦੀ ਵਰਤੋਂ ਡਾਕਟਰ APJ ਅਬਦੁਲ ਕਲਾਮ ਜਿਹੜੇ ਦੇਸ਼ ਦੇ ਰਾਸ਼ਟਰਪਤੀ ਬਣੇ ਸੀਗੇ, ਉਹਨਾਂ ਵੱਲੋਂ ਕੀਤੀ ਗਈ ਸੀ। ਪੋਕਟ ਵਿਟੋ। ਪੋਕਟ ਵਿਟੋ ਜਿਹੜੀ, ਇਹਦੇ ਵਿੱਚ ਕੀ ਹੈ ਬਈ ਬਿੱਲ ਨੂੰ ਨਾ ਤਾਂ ਮਨਜ਼ੂਰੀ ਦਿੰਦਾ ਰਾਸ਼ਟਰਪਤੀ ਤੇ ਨਾ ਹੀ ਇਨਕਾਰ ਕਰਦਾ, ਠੀਕ ਹੈ, ਤੇ ਉਹਨੂੰ ਆਪਦੇ ਕੋਲ ਪੋਕਟ ਵਿੱਚ ਪਾ ਕੇ ਰੱਖ ਲੈਂਦਾ, ਲੰਬਾ ਸਮਾਂ ਉਹਦੇ ਤੇ ਚੁੱਪ ਰਹਿੰਦਾ, ਇਹਨੂੰ ਕਹਿੰਦੇ ਪੋਕਟ ਵਿਟੋ, ਠੀਕ ਹੈ ਜੀ। ਬਿੱਲ ਲੋਕ ਸਭਾ ਰਾਜ ਸਭਾ 'ਚ ਪਾਸ ਹੋ ਕੇ ਰਾਸ਼ਟਰਪਤੀ ਕੋਲ ਚਲਾ ਗਿਆ ਤੇ ਰਾਸ਼ਟਰਪਤੀ ਨੇ ਉਹ ਬਿੱਲ ਆਪਦੀ ਜੇਬ 'ਚ ਪਾ ਲਿਆ, ਉਹ ਤੇ ਕੋਈ ਐਕਸ਼ਨ ਨਹੀਂ ਲਿਆ, ਨਾ ਤਾਂ ਮਨਾ ਕੀਤਾ, ਜੇ ਮਨਾ ਕਰ ਦਿੰਦਾ ਤਾਂ ਐਬਸੋਲੂਟ ਵਿਟੋ ਹੋ ਜਾਣੀ ਸੀ। ਜੇ ਉਹਦੇ ਤੇ ਕੁਝ ਰਿਕਮੈਂਡੇਸ਼ਨ ਕਰਕੇ ਵਾਪਸ ਭੇਜ ਦਿੰਦਾ ਵਿੱਚ ਕੁਝ ਗਲਤੀਆਂ ਨੂੰ ਸਹੀ ਕਰੋ, ਉਹਨੂੰ ਆਪਾਂ ਸਸਪੈਂਸ਼ਨ ਵਿਟੋ ਕਹਿ ਦਿੰਦੇ ਆ, ਠੀਕ ਹੈ ਜੀ। ਪਰ ਨਾ ਤਾਂ ਉਹਨੇ ਕੋਈ ਕਾਰਵਾਈ ਨਹੀਂ ਕੀਤੀ, ਜੇਬ 'ਚ ਪਾ ਲਿਆ, ਨੂੰ ਕਹਿੰਦੇ ਜੀ ਆਪਾਂ ਪੋਕਟ ਵਿਟੋ। ਇਹਦੀ ਵਰਤੋਂ ਗਿਆਨੀ ਜੈਲ ਸਿੰਘ ਨੇ ਕੀਤੀ ਸੀ। ਪੋਸਟ ਇੰਡੀਆ ਸੋਧ ਬਿੱਲ 1986 ਦੇ ਵਿੱਚ ਇਹਦੀ ਵਰਤੋਂ ਕੀਤੀ ਗਈ ਸੀ ਰਾਸ਼ਟਰਪਤੀ ਦੁਆਰਾ, ਪਹਿਲੀ ਵਾਰ ਇਹ ਵਰਤੋਂ ਹੋਈ ਸੀ ਕਿਸੇ ਵਿਟੋ ਪਾਵਰ, ਧਿਆਨ 'ਚ ਰੱਖਣਾ ਹੈ, ਬਹੁਤ ਇੰਪੋਰਟੈਂਟ ਹੈ। ਸਸਪੈਂਸ਼ਨ ਵਿਟੋ ਦੇ ਸੰਬੰਧ 'ਚ ਇੱਕ ਗੱਲ ਧਿਆਨ ਰੱਖਣੀ ਹੈ ਵੀ ਰਾਸ਼ਟਰਪਤੀ ਨੇ ਕੁਝ ਰਿਕਮੈਂਡੇਸ਼ਨ ਕਰਕੇ ਵਾਪਸ ਪਾਰਲੀਮੈਂਟ ਨੂੰ ਬਿੱਲ ਭੇਜਦੇ, ਪਾਰਲੀਮੈਂਟ ਨੇ ਫਿਰ ਪਾਸ ਕਰਕੇ ਭੇਜਦੇ ਐਜ਼ ਇਟ ਇਜ਼, ਕੋਈ ਸੋਧ ਨਹੀਂ ਕੀਤੀ ਉਹਦੇ ਵਿੱਚ, ਤਾਂ ਫਿਰ ਜਿਹੜਾ ਰਾਸ਼ਟਰਪਤੀ ਹੈ ਉਹਨੂੰ ਸਾਈਨ ਕਰਨੇ ਪੈਣਗੇ। ਅਜਿਹਾ ਹੀ ਕੇਸ ਡਾਕਟਰ APJ ਅਬਦੁਲ ਕਲਾਮ ਨਾਲ ਹੋਇਆ ਸੀ, ਠੀਕ ਹੈ ਜੀ। ਇਹ ਗੱਲਾਂ ਧਿਆਨ 'ਚ ਰੱਖ ਲੈਣੀਆਂ। ਜਦੋਂ ਰਾਸ਼ਟਰਪਤੀ ਮੌਤ ਦੇ ਅਸਤੀਫੇ, ਹਟਾਉਣ ਕਾਰਨ ਜਾਂ ਕਿਸੇ ਹੋਰ ਕਾਰਨ ਆਪਣਾ ਫਰਜ਼ ਨਾ ਨਿਭਾ ਸਕੇ ਤਾਂ ਉਹਦੀ ਜਗ੍ਹਾ ਤੇ ਉਪ ਰਾਸ਼ਟਰਪਤੀ ਕਿੰਨੇ ਸਮੇਂ ਤੱਕ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਾ ਹੈ? ਤਾਂ ਇਹ ਹੈ ਜੀ ਮੈਕਸਿਮਮ 6 ਮਹੀਨੇ, ਠੀਕ ਹੈ, 6 ਮਹੀਨੇ ਤੱਕ ਉਹਦਾ ਸੰਭਾਲਦਾ। ਜੇਕਰ ਭਾਰਤ ਦੇ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਜਾਂਦਾ, ਕੋਈ ਉਪ ਰਾਸ਼ਟਰਪਤੀ ਵੀ ਨਹੀਂ ਹੁੰਦਾ, ਤਾਂ ਕਾਰਜਕਾਰੀ ਰਾਸ਼ਟਰਪਤੀ ਵਜੋਂ ਕੌਣ ਕੰਮ ਕਰਦਾ ਹੈ ਜੀ? ਇਹ ਕਰਦਾ ਜੀ ਸੁਪਰੀਮ ਕੋਰਟ ਦਾ ਚੀਫ ਜਸਟਿਸ, ਇਹ ਧਿਆਨ 'ਚ ਰੱਖ ਲੈਣਾ ਹੈ, ਠੀਕ ਹੈ ਜੀ। ਜਸਟਿਸ ਹਦਾਇਤੁੱਲਾ ਜਿਹੜਾ ਸੀਗਾ, ਉਹਨੇ ਐਜ਼ ਏ ਐਕਟਿੰਗ ਜਿਹੜਾ ਹੈ ਰਾਸ਼ਟਰਪਤੀ ਦੇ ਤੌਰ ਤੇ ਕੰਮ ਕੀਤਾ ਸੀ। ਹਾਂਜੀ, ਰਾਸ਼ਟਰਪਤੀ ਦੀ ਜੇ ਪੋਸਟ ਖਾਲੀ ਹੋਣ ਦੀ ਸੂਰਤ ਦੇ ਵਿੱਚ, ਜੇਕਰ ਰਾਸ਼ਟਰਪਤੀ ਉਹਦੀ ਮੌਤ ਹੋ ਜਾਵੇ, ਅਸਤੀਫਾ ਦੇ ਜਾਵੇ ਜਾਂ ਉਹਦੇ ਤੋਂ ਹਟਾ ਦਿੱਤਾ ਜਾਵੇ, ਮਹਾਦੋਸ਼ ਲਗਾਤਾ ਉਹਦੇ ਤੋਂ ਹਟਾਤਾ, ਤਾਂ ਖਾਲੀ ਜਦੋਂ ਹੋ ਜਾਂਦਾ ਤਾਂ ਉਪ ਰਾਸ਼ਟਰਪਤੀ ਰਾਸ਼ਟਰਪਤੀ ਵਜੋਂ ਕੰਮ ਕਰਦਾ, ਠੀਕ ਹੈ ਜੀ। ਜੇ ਉਪ ਰਾਸ਼ਟਰਪਤੀ ਵੀ ਗੈਰ ਹਾਜ਼ਰ ਹੋਵੇ, ਉਹਦਾ ਖਾਲੀ ਹੋਵੇ, ਤਾਂ ਸੁਪਰੀਮ ਕੋਰਟ ਦਾ ਚੀਫ ਜਸਟਿਸ ਆ ਉਹ ਰਾਸ਼ਟਰਪਤੀ ਦੇ ਉਹਦੇ ਵਿੱਚੋਂ ਕੰਮ ਕਰੇਗਾ। ਜੇ ਚੀਫ ਜਸਟਿਸ ਵੀ ਗੈਰ ਮੌਜੂਦ ਹੋਵੇ ਤਾਂ ਸੁਪਰੀਮ ਕੋਰਟ ਦਾ ਸਭ ਤੋਂ ਸੀਨੀਅਰ ਜੱਜ ਆ ਉਹ ਰਾਸ਼ਟਰਪਤੀ ਦੇ ਉਹਦੇ ਵਿੱਚੋਂ ਕੰਮ ਕਰੇਗਾ, ਠੀਕ ਹੈ ਜੀ। ਜਦੋਂ ਉਹਦਾ ਖਾਲੀ ਹੋ ਜਾਂਦਾ ਤਾਂ ਉਹ 6 ਮਹੀਨਿਆਂ ਦੇ ਵਿੱਚ ਉਹਦਾ ਰਾਸ਼ਟਰਪਤੀ ਦਾ ਉਹਦਾ ਭਰਨਾ ਜ਼ਰੂਰੀ ਹੁੰਦਾ ਹੈ, ਠੀਕ ਹੈ ਜੀ। ਧਿਆਨ ਰੱਖਣਾ, ਜਿਸ ਤਰੀਕ ਨੂੰ ਰਾਸ਼ਟਰਪਤੀ ਦਾ ਉਹਦਾ ਖਾਲੀ ਹੋਇਆ ਉਸ ਤੋਂ 6 ਮਹੀਨਿਆਂ ਦੇ ਵਿੱਚ ਨਵੇਂ ਰਾਸ਼ਟਰਪਤੀ ਦੀ ਜਿਹੜੀ ਅਪਾਇੰਟਮੈਂਟ ਆ ਜ਼ਰੂਰੀ ਹੈ। ਭਾਰਤ ਦੇ ਰਾਸ਼ਟਰਪਤੀ ਦੇ ਉਹਦੇ ਲਈ ਮੁੜ ਚੋਣ ਲਈ ਸੰਵਿਧਾਨ ਦੁਆਰਾ ਕੋਈ ਪਾਬੰਦੀ ਨਹੀਂ ਲਗਾਈ ਗਈ। ਕਹਿਣ ਦਾ ਮਤਲਬ ਹੈ ਵੀ ਜਿਹੜਾ ਰਾਸ਼ਟਰਪਤੀ ਹੈ ਉਹਦੀ ਦੁਬਾਰਾ ਨਿਯੁਕਤੀ ਕੀਤੀ ਜਾ ਸਕਦੀ ਹੈ, ਰੀਇਲੈਕਟ ਕੀਤਾ ਜਾਂਦਾ। ਇਹ ਆਰਟੀਕਲ 57 ਦੇ ਵਿੱਚ ਇਹਦਾ ਵਰਣਨ ਕੀਤਾ ਗਿਆ, ਠੀਕ ਹੈ ਜੀ। ਇਹ ਧਿਆਨ ਰੱਖਣਾ ਜੀ। ਰਾਸ਼ਟਰਪਤੀ ਦੇ ਮਹਾਦੋਸ਼ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਜਦੋਂ ਵੀ ਆਪਾਂ ਰਾਸ਼ਟਰਪਤੀ ਦੇ ਵਿਰੁੱਧ ਜਿਹੜਾ ਇੰਪੀਚਮੈਂਟ ਲਿਆਉਣਾ ਤਾਂ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ ਉਹਦੀ ਸ਼ੁਰੂਆਤ ਕਰ ਸਕਦੇ ਹਾਂ। ਭਾਰਤ ਦੇ ਰਾਸ਼ਟਰਪਤੀ ਦੇ ਮਹਾਦੋਸ਼ ਦੀ ਪ੍ਰਕਿਰਿਆ ਹੈ, ਹਾਂਜੀ, ਇਹਨੂੰ ਅਰਧ ਨਿਆਇਕ ਪ੍ਰਕਿਰਿਆ ਕਹਾਂਗੇ ਇਹਨੂੰ ਆਪਾਂ, ਠੀਕ ਹੈ ਜੀ। ਕਵੈਸ਼ੀ ਜੁਡੀਸ਼ੀਅਲ ਪ੍ਰੋਸੈਸ ਕਹਾਂਗੇ, ਕਵੈਸ਼ੀ ਦਾ ਮਤਲਬ ਹੁੰਦਾ ਹੈ ਅਰਧ। ਹਾਂਜੀ, ਮਹਾਦੋਸ਼ ਇੰਪੀਚਮੈਂਟ ਆਰਟੀਕਲ 61 ਦੇ ਵਿੱਚ ਦਾ ਵਰਣਨ ਕੀਤਾ ਗਿਆ। ਕਹਿੰਦੇ ਰਾਸ਼ਟਰਪਤੀ ਨੂੰ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਸੰਵਿਧਾਨ ਦੀ ਉਲੰਘਣਾ ਕਰਨ ਦੇ ਦੋਸ਼ ਦੇ ਵਿੱਚ ਕਹਿੰਦੇ ਇੱਕ ਨੋਟਿਸ ਹੈ ਜਿਹੜਾ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। 14 ਦਿਨ ਪਹਿਲਾਂ ਇਹ ਨੋਟਿਸ ਹੈ ਜਿਹੜਾ, ਠੀਕ ਹੈ ਜੀ, ਇਹ ਦੇਣਾ ਪੈਂਦਾ ਰਾਸ਼ਟਰਪਤੀ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ, ਤੇ ਸਦਨ ਦੇ 1/4 ਜਿਹੜੇ ਮੈਂਬਰ ਹੈ ਉਹ ਲਿਖਤੀ ਰੂਪ ਦੇ ਵਿੱਚ ਇਸ ਨਾਲ ਸਹਿਮਤ ਹੋਣੇ ਚਾਹੀਦੇ। ਇਸ ਨੋਟਿਸ ਦੇ ਨਾਲ ਕਿਸੇ ਵੀ ਸਦਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। 14 ਦਿਨ ਪਹਿਲਾਂ ਨੋਟਿਸ ਦੇਣਾ ਪਏਗਾ ਰਾਸ਼ਟਰਪਤੀ ਨੂੰ ਤੇ 1/4 ਮੈਂਬਰਾਂ ਦੇ ਉਹਦੇ ਉੱਪਰ ਹਸਤਾਖਰ ਹੋਣੇ ਚਾਹੀਦੇ। ਦੋਸ਼ਾਂ ਦੀ ਜਾਂਚ ਹੋਏਗੀ, ਠੀਕ ਹੈ ਜੀ, ਤੇ ਰਾਸ਼ਟਰਪਤੀ ਨੂੰ ਮੌਕਾ ਦਿੱਤਾ ਜਾਏਗਾ ਆਪਣਾ ਪੱਖ ਪੇਸ਼ ਕਰਨ ਦੇ ਲਈ। ਤੇ ਜੇ ਸੰਸਦ ਦੇ 2/3 ਮੈਂਬਰਾਂ ਦੁਆਰਾ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਰਾਸ਼ਟਰਪਤੀ ਨੂੰ ਉਹਦੇ ਤੋਂ ਹਟਾ ਦਿੱਤਾ ਜਾਂਦਾ ਹੈ, ਠੀਕ ਹੈ। 2-3 ਗੱਲਾਂ ਧਿਆਨ ਰੱਖਣੀਆਂ। ਇੱਕ ਤਾਂ ਧਿਆਨ ਰੱਖਣਾ ਵੀ 14 ਦਿਨਾਂ ਦਾ ਨੋਟਿਸ ਦਿੱਤਾ ਜਾਂਦਾ, ਦੂਸਰਾ 1/4 ਮੈਂਬਰਾਂ ਦੇ ਸਾਈਨ ਹੋਣਾ, ਠੀਕ ਹੈ ਜੀ, ਤੇ ਜਦੋਂ 2/3 ਮੈਂਬਰਾਂ ਦੇ ਨਾਲ ਜਿਹਨੂੰ ਵਿਸ਼ੇਸ਼ ਬਹੁਮਤ ਕਹਿ ਦਿੰਦੇ ਆਪਾਂ, ਉਹਦੇ ਦੁਆਰਾ ਇਹ ਪਾਸ ਹੋਣਾ ਜ਼ਰੂਰੀ ਹੈ। ਫਿਰ ਮਹਾਦੋਸ਼ ਇੰਪੀਚਮੈਂਟ ਦੀ ਜਿਹੜੀ ਪ੍ਰਕਿਰਿਆ ਉਹ ਪੂਰੀ ਹੋ ਜਾਏਗੀ ਤੇ ਰਾਸ਼ਟਰਪਤੀ ਨੂੰ ਉਹਦੇ ਤੋਂ ਹਟਾ ਦਿੱਤਾ ਜਾਏਗਾ। ਭਾਰਤ ਦੇ ਰਾਸ਼ਟਰਪਤੀ ਨੂੰ ਘੱਟੋ ਘੱਟ ਕਿੰਨੇ ਦਿਨ ਪੂਰਵ ਸੂਚਨਾ ਦੇਣੀ ਪੈਂਦੀ ਹੈ ਜੇ ਮਹਾਦੋਸ਼ ਲਿਆਉਣਾ ਆਪਾਂ? ਉਹ 14 ਦਿਨ ਹੈ ਜੀ। ਇਹ ਲਿਖਿਆ ਵਿੱਚੋਂ ਕਿਹੜਾ ਭਾਰਤ ਦੇ ਰਾਸ਼ਟਰਪਤੀ ਦੀ ਸ਼ਕਤੀ ਨਹੀਂ ਹੈ? ਐਮਰਜੈਂਸੀ ਵੀ ਐਲਾਨ ਕਰ ਸਕਦਾ ਹੈ, ਚੀਫ ਜਸਟਿਸ ਦੀ ਵੀ ਨਿਯੁਕਤੀ ਕਰ ਸਕਦਾ ਹੈ, ਰਾਜਾਂ ਦੇ ਰਾਜਪਾਲ ਦੀ ਵੀ ਨਿਯੁਕਤੀ ਕਰ ਸਕਦਾ ਹੈ, ਪਰ ਰਾਜਾਂ ਦੇ ਮੁੱਖ ਮੰਤਰੀ ਦੀ ਨਿਯੁਕਤੀ ਨਹੀਂ ਕਰ ਸਕਦਾ। ਇਹਦੀ ਨਿਯੁਕਤੀ ਰਾਜਪਾਲ ਕਰਦਾ ਹੈ, ਇਹ ਰਾਜਪਾਲ ਦੀ ਸ਼ਕਤੀ ਹੈ। ਭਾਰਤ ਦੇ ਰਾਸ਼ਟਰਪਤੀ ਨੂੰ ਕਿੰਨੀ ਵਾਰ ਦੁਬਾਰਾ ਚੁਣਿਆ ਜਾ ਸਕਦਾ ਹੈ? ਇਹਦੇ ਬਾਰੇ ਮੈਂ ਦੱਸਿਆ ਸੀ, ਆਰਟੀਕਲ 57 ਦੇ ਵਿੱਚ ਕਿਹਾ ਗਿਆ ਹੈ ਵੀ ਰਾਸ਼ਟਰਪਤੀ ਨੂੰ ਰੀਇਲੈਕਟ ਕੀਤਾ ਜਾ ਸਕਦਾ ਹੈ, ਜਿੰਨੇ ਵਾਰ ਮਰਜ਼ੀ ਰੀਇਲੈਕਟ ਕੀਤਾ ਜਾ ਸਕਦਾ ਹੈ, ਕੋਈ ਸੀਮਾ ਨਹੀਂ। ਪਰ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਇਹ ਦੱਸਿਆ ਗਿਆ ਹੈ ਵੀ 2 ਵਾਰ ਹੀ ਇਲੈਕਟ ਕੀਤਾ ਜਾ ਸਕਦਾ ਹੈ, ਠੀਕ ਹੈ ਜੀ। 2 ਵਾਰ ਤੋਂ ਵੱਧ ਕੋਈ ਵੀ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ। ਇਹ ਲਿਖਿਆ ਵਿੱਚੋਂ ਕਿਹੜਾ ਕਥਨ ਹੈ ਜਿਹੜਾ ਉਹ ਗਲਤ ਹੈ, ਇਹ ਦੱਸਣਾ ਜੀ ਆਪਾਂ। ਹਾਂਜੀ, ਰਾਜ ਵਿਧਾਨ ਸਭਾ ਦੇ ਚੁਣੇ ਹੋਏ ਤੇ ਨਾਮਜ਼ਦ ਮੈਂਬਰ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਲੈਂਦੇ ਆ। ਹਾਂਜੀ, ਗੱਲ ਹੋ ਰਹੀ ਹੈ ਗਲਤ ਕਥਨ ਦੀ।
ਠੀਕ ਹੈ ਜੀ। ਜਿਹੜੇ ਨਾਮਜ਼ਦ ਮੈਂਬਰ ਹੈ, ਨੋਮੀਨੇਟਡ ਮੈਂਬਰ, ਉਹ ਰਾਸ਼ਟਰਪਤੀ ਦੀ ਚੋਣ ਵਿੱਚ ਕਦੇ ਹਿੱਸਾ ਨਹੀਂ ਲੈਂਦੇ ਤੇ ਗਲਤ ਆਪਣਾ ਹੀ ਹੈ ਜੀ। ਹੁਣ ਅਗਲੇ ਵੀ ਪੜ੍ਹ ਲੈਣੇ ਆ। ਕੇਂਦਰੀ ਕਾਰਜਕਾਰਨੀ, ਜਿਹਨੂੰ ਆਪਾਂ ਸੈਂਟਰਲ ਐਗਜ਼ੀਕਿਊਟਿਵ ਕਹਾਂਗੇ, ਉਹਦੇ ਵਿੱਚ ਕੌਣ ਕੌਣ ਸ਼ਾਮਲ ਹੁੰਦਾ ਹੈ? ਕਹਿੰਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਅਟਾਰਨੀ ਜਨਰਲ ਸ਼ਾਮਲ ਨੇ। ਹਾਂਜੀ, ਇਹ ਸਾਰੇ ਸ਼ਾਮਲ ਹੁੰਦੇ। ਸੰਵਿਧਾਨ ਦੀ ਉਲੰਘਣਾ ਲਈ ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼ ਦਾ ਮਤਾ ਲਿਆਂਦਾ ਜਾ ਸਕਦਾ, ਇਹ ਵੀ ਠੀਕ ਹੈ ਜੀ। ਆਰਟੀਕਲ 56 ਦੇ ਵਿੱਚ ਰਾਸ਼ਟਰਪਤੀ ਦੇ ਕਾਰਜਕਾਲ ਬਾਰੇ ਦੱਸਿਆ ਗਿਆ, ਇਹ ਵੀ ਬਿਲਕੁਲ ਸਹੀ ਹੈ ਜੀ। ਰਾਸ਼ਟਰਪਤੀ ਦਾ ਜਿਹੜਾ ਅਹੁਦਾ ਹੈ ਉਹ ਕਿਵੇਂ ਖਾਲੀ ਹੋ ਸਕਦਾ ਹੈ, ਇਹ ਦੱਸਣਾ ਆਪਾਂ। ਕਾਰਜਕਾਲ ਦੀ ਸਮਾਪਤੀ ਤੇ ਹਾਂਜੀ ਹੋ ਸਕਦਾ ਹੈ, ਆਪਣੇ ਅਸਤੀਫੇ ਦੁਆਰਾ ਵੀ ਹੋ ਸਕਦਾ ਹੈ। ਰਾਜ ਸਭਾ ਦੇ ਵਿੱਚ ਮਹਾਦੋਸ਼ ਦੀ ਕਾਰਵਾਈ ਸ਼ੁਰੂ ਹੁੰਦੀ ਨਹੀਂ ਜੀ, ਹਾਲੇ ਤਾਂ ਕਾਰਵਾਈ ਸ਼ੁਰੂ ਹੋਈ ਹੈ। ਮਹਾਦੋਸ਼ ਇੰਪੀਚਮੈਂਟ ਤਾਂ ਸਾਬਤ ਹੋਇਆ ਹੀ ਨਹੀਂ, 2/3 ਬਹੁਮਤ ਨਾਲ ਤਾਂ ਲੋਕ ਸਭਾ ਰਾਜ ਸਭਾ ਵਿੱਚੋਂ ਪਾਸ ਹੋਇਆ ਹੀ ਨਹੀਂ। ਇਹਦਾ ਮਤਲਬ ਪਹਿਲਾ ਤੇ ਦੂਜਾ ਸਹੀ ਹੈ, ਇਹ ਤੇ ਵੀ ਆਪਸ਼ਨ ਸਹੀ ਹੈ, ਤਾਂ ਰਾਈਟ ਆਂਸਰ ਬਣੇਗਾ ਡੀ। ਇਹ ਲਿਖਿਆਂ ਵਿੱਚੋਂ ਕਥਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈ? ਹਾਂਜੀ, ਰਾਸ਼ਟਰਪਤੀ ਭਾਰਤ ਦੇ ਫੌਜੀ ਮੁਖੀ ਬਲਾਂ ਦਾ ਮੁਖੀ ਹੁੰਦਾ ਹੈ, ਬਿਲਕੁਲ ਸਹੀ ਹੈ ਜੀ। ਰਾਸ਼ਟਰਪਤੀ SC ST ਦੀਆਂ ਸਥਿਤੀਆਂ ਦੀ ਜਾਂਚ ਕਰਨ ਦੇ ਲਈ ਇੱਕ ਕਮਿਸ਼ਨ ਨਿਯੁਕਤ ਕਰਦਾ, ਹਾਂਜੀ ਕਰਦਾ ਹੈ। ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ ਕਮਿਸ਼ਨ ਹੈ ਜਿਹੜੇ, ਜਾਂ ਮਿਨੋਰਟੀ ਟ੍ਰਿਬਿਊਨਲ ਜਿਹੜਾ ਹੈਗਾ ਕਮਿਸ਼ਨ, ਇਹ ਸਾਰਿਆਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ। ਸੰਸਦ ਦੇ ਕਿਸੇ ਖੇਤਰ ਨੂੰ ਅਨੁਸੂਚਿਤ ਖੇਤਰ ਘੋਸ਼ਿਤ ਕਰਨਾ ਹੈ, ਠੀਕ ਹੈ। ਸੰਸਦ ਕਹਿੰਦੀ ਹੈ ਸੰਸਦ ਕਿਸੇ ਵੀ ਖੇਤਰ ਨੂੰ ਅਨੁਸੂਚਿਤ ਖੇਤਰ ਘੋਸ਼ਿਤ ਕਰ ਸਕਦੀ, ਇਹ ਗਲਤ ਹੈ ਜੀ। ਕਿਸੇ ਵੀ ਖੇਤਰ ਨੂੰ ਅਨੁਸੂਚਿਤ ਖੇਤਰ ਘੋਸ਼ਿਤ ਕਰਨ ਦਾ ਜਿਹੜਾ ਰਾਈਟ ਆ ਉਹ ਰਾਸ਼ਟਰਪਤੀ ਕੋਲ ਹੈ, ਨਾ ਕਿ ਸੰਸਦ ਦੇ ਕੋਲ। ਇਹ ਗਲਤ ਪੁੱਛਿਆ ਸੀ, ਗਲਤ ਹੋ ਗਿਆ ਜੀ ਆਪਣੇ ਕੋਲ ਸੀ। ਭਾਰਤ ਦੇ ਰਾਸ਼ਟਰਪਤੀ ਵਿੱਤ ਕਮਿਸ਼ਨ ਦੇ ਚੇਅਰਮੈਨ ਦੀ ਚੋਣ ਕਰਦੇ, ਇਹ ਵੀ ਸਹੀ ਹੈ ਜੀ, ਠੀਕ ਹੈ ਜੀ। ਜੇਕਰ ਰਾਸ਼ਟਰਪਤੀ ਨੂੰ ਚੋਣ ਨੂੰ ਲੈ ਕੇ ਕੋਈ ਵਿਵਾਦ ਖੜਾ ਹੁੰਦਾ ਤਾਂ ਇਹਦੀ ਸੁਣਵਾਈ ਕੌਣ ਕਰੇਗਾ? ਇਹਦੀ ਸੁਣਵਾਈ ਭਾਰਤ ਦੇ ਸੁਪਰੀਮ ਕੋਰਟ ਵਿੱਚ ਹੋਵੇਗੀ। ਵੈਰੀ ਵੈਰੀ ਇੰਪੋਰਟੈਂਟ, ਠੀਕ ਹੈ, ਇਹ ਧਿਆਨ ਚ ਰੱਖਣਾ। ਭਾਰਤੀ ਸੰਵਿਧਾਨ ਵਿੱਚ ਹੇਠਲੀਆਂ ਸੋਧਾਂ ਵਿੱਚੋਂ ਕਿਹੜੀ ਸੋਧ ਰਾਸ਼ਟਰਪਤੀ ਨੂੰ ਮੰਤਰੀ ਮੰਡਲ ਦੁਆਰਾ ਕਿਸੇ ਵੀ ਮਾਮਲੇ ਨੂੰ ਮੁੜ ਵਿਚਾਰ ਵਾਪਸ ਕਰਨ ਦਾ ਅਧਿਕਾਰ ਦਿੰਦੀ ਹੈ? ਵੀ ਮੰਤਰੀ ਮੰਡਲ ਨੇ ਕੋਈ ਪਾ ਕੇ ਭੇਜਤਾ ਤੇ ਰਾਸ਼ਟਰਪਤੀ ਫਿਰ ਮੰਤਰੀ ਮੰਡਲ ਨੂੰ ਦੁਬਾਰਾ ਉਹ ਬਿੱਲ ਭੇਜੇਗਾ, ਉਹ ਪਾਵਰ ਹੈ ਜਿਹੜੀ ਆਰਟੀਕਲ 44 ਦੇ ਵਿੱਚ ਜਿਹੜੀ ਹੈਗੀ ਹੈ ਰਾਸ਼ਟਰਪਤੀ ਦੀ ਕੋਲ। ਅਗਲਾ ਟੌਪਿਕ ਚੱਲਦੇ ਹਾਂ ਜੀ, ਵਾਈਸ ਪ੍ਰੈਜ਼ੀਡੈਂਟ। ਰਾਜ ਸਭਾ ਦਾ ਜਿਹੜਾ ਸਾਬਕਾ ਚੇਅਰਮੈਨ ਕੌਣ ਹੁੰਦਾ ਜੀ? ਉਹ ਹੁੰਦਾ ਹੈ ਜੀ ਆਪਣੇ ਕੋਲ ਭਾਰਤ ਦਾ ਉਪ ਰਾਸ਼ਟਰਪਤੀ, ਠੀਕ ਹੈ ਜੀ। ਹਾਂਜੀ, ਉਪ ਰਾਸ਼ਟਰਪਤੀ ਦੇ ਸੰਬੰਧ ਵਿੱਚ ਕੀ ਗੱਲਾਂ ਧਿਆਨ ਰੱਖਣੀਆਂ ਆਪਾਂ? ਹਾਂਜੀ, ਰਾਸ਼ਟਰਪਤੀ ਜਿਹੜਾ ਉਪ ਰਾਸ਼ਟਰਪਤੀ ਭਾਰਤ ਦਾ ਦੂਜਾ ਸਭ ਤੋਂ ਉੱਚਾ ਅਹੁਦਾ ਹੈ। ਪਹਿਲਾ ਸਭ ਤੋਂ ਉੱਚਾ ਅਹੁਦਾ ਰਾਸ਼ਟਰਪਤੀ ਦਾ ਤੇ ਦੂਸਰਾ ਉਪ ਰਾਸ਼ਟਰਪਤੀ ਦਾ। ਸੰਵਿਧਾਨ ਦੀ ਧਾਰਾ 63 ਵਿੱਚ ਦੱਸਿਆ ਗਿਆ ਕਿ ਭਾਰਤ ਦਾ ਉਪ ਰਾਸ਼ਟਰਪਤੀ ਹੋਏਗਾ ਤੇ 52 ਦੇ ਵਿੱਚ ਦੱਸਿਆ ਗਿਆ ਭਾਰਤ ਦਾ ਰਾਸ਼ਟਰਪਤੀ ਹੋਏਗਾ। ਇਹ ਧਿਆਨ ਰੱਖ ਲੈਣਾ ਹੈ, ਇਹ ਰਾਸ਼ਟਰਪਤੀ ਹੋਏਗਾ, ਇਹ ਦੱਸਿਆ। ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਜਿਹੜਾ ਸੰਕਲਪ ਹੈ ਉਹ ਆਪਾਂ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਤੋਂ ਲਿਆ, ਠੀਕ ਹੈ ਜੀ। ਆਰਟੀਕਲ ਜਿਹੜੀ 64 ਹੈ ਉਹਦੇ ਅਨੁਸਾਰ ਉਪ ਰਾਸ਼ਟਰਪਤੀ ਰਾਜ ਸਭਾ ਦਾ ਪਦੇਨ ਸਭਾਪਤੀ ਹੋਏਗਾ, ਠੀਕ ਹੈ ਜੀ, ਧਿਆਨ ਰੱਖ ਲੈਣਾ। ਕਾਰਜਕਾਲ 5 ਸਾਲ ਹੋਏਗਾ ਤੇ ਭਾਰਤ ਦੇ ਉਪ ਰਾਸ਼ਟਰਪਤੀ ਦੀਆਂ ਜਿਹੜੀਆਂ ਸ਼ਕਤੀਆਂ ਹੈ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਸਮਾਨ ਹਨ। ਜਿਵੇਂ ਅਮਰੀਕਾ ਦੇ ਉਪ ਰਾਸ਼ਟਰਪਤੀ ਕੋਲ ਸ਼ਕਤੀਆਂ, ਉਸੇ ਤਰ੍ਹਾਂ ਦੀਆਂ ਸ਼ਕਤੀਆਂ ਭਾਰਤ ਦੇ ਉਪ ਰਾਸ਼ਟਰਪਤੀ ਕੋਲ। ਹਾਂਜੀ, ਕੁਝ ਵੈਰੀ ਵੈਰੀ ਇੰਪੋਰਟੈਂਟ ਫੈਕਟ। ਮੌਜੂਦਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਮੌਜੂਦਾ ਵਿਰੋਧੀ ਧਿਰ ਦਾ ਰਾਜ ਸਭਾ ਦੇ ਵਿੱਚ ਨੇਤਾ ਮਲਿਕ ਅਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਉਹ ਖਾਲੀ ਹੈ ਜੀ। ਕਿਉਂ ਖਾਲੀ ਹੈ? ਕਿਉਂਕਿ ਕਿਸੇ ਵੀ ਪਾਰਟੀ ਕੋਲ 10% ਸੰਸਦ ਦੇ ਜੇਤੂ ਮੈਂਬਰ ਨਹੀਂ ਹਨ, ਠੀਕ ਹੈ ਜੀ। ਇਹ ਕੰਡੀਸ਼ਨ ਹੈ ਵੀ 545 ਮੈਂਬਰ ਹੈ ਤਾਂ 10% ਕਰਾਂਗੇ ਤਾਂ 55 ਮੈਂਬਰ ਕਿਸੇ ਪਾਰਟੀ ਦੇ ਹੋਣੇ ਚਾਹੀਦੇ, MP ਹੋਣੇ ਚਾਹੀਦੇ ਆ ਲੋਕ ਸਭਾ 'ਚ, ਫਿਰ ਹੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਬਣ ਸਕਦਾ। ਪਰ 55 ਕਿਸੇ ਵੀ ਪਾਰਟੀ ਦੇ ਕੋਲ ਨਹੀਂ ਹਨ। ਲੋਕ ਸਭਾ ਦਾ ਮੌਜੂਦਾ ਸਪੀਕਰ ਹੈ ਜੀ ਓਮ ਬਿਰਲਾ ਤੇ ਪ੍ਰਧਾਨ ਮੰਤਰੀ ਹਨ ਨਰਿੰਦਰ ਮੋਦੀ ਜੀ। ਹਾਂਜੀ, ਉਪ ਰਾਸ਼ਟਰਪਤੀ ਦੀ ਬਣਨ ਦੇ ਲਈ ਉਮੀਦਵਾਰ ਨੂੰ ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ? ਹਾਂਜੀ, ਉਹ ਕਿਸੇ ਲਾਭ ਦੇ ਅਹੁਦੇ ਤੇ ਨਹੀਂ ਹੋਣਾ ਚਾਹੀਦਾ, ਬਿਲਕੁਲ ਸਹੀ ਹੈ ਜੀ। ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੋਣਾ ਚਾਹੀਦਾ, ਇਹ ਵੀ ਬਿਲਕੁਲ ਸਹੀ ਹੈ ਜੀ, ਠੀਕ ਹੈ। ਰਾਜ ਵਿਧਾਨ ਸਭਾ ਦਾ ਮੈਂਬਰ ਹੋ ਸਕਦਾ ਹੈ, ਠੀਕ ਹੈ ਜੀ। ਰਾਜ ਵਿਧਾਨ ਸਭਾ ਦਾ ਮੈਂਬਰ ਨਹੀਂ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਤਾਂ ਕਾਰਨ ਸੁਣੋ। ਆਪਾਂ ਪਹਿਲਾਂ ਪੜ੍ਹਿਆ ਲਾਭ ਦਾ ਅਹੁਦਾ, ਲਾਭ ਦੇ ਅਹੁਦੇ ਜਿਹੜੇ ਉਹ ਆਪਾਂ ਪੜ੍ਹ ਚੁੱਕੇ ਹਾਂ ਵੀ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੇ ਜਿਹੜੇ ਮੰਤਰੀ ਆ ਉਹਨੂੰ ਲਾਭ ਦੇ ਅਹੁਦਿਆਂ ਚੋਂ ਬਾਹਰ ਕੱਢਿਆ ਗਿਆ ਤੇ ਬਾਕੀ ਸਾਰੇ ਅਹੁਦੇ ਜਿਹੜੇ ਉਹ ਲਾਭ ਦੇ ਅਹੁਦੇ ਆ, ਠੀਕ ਹੈ। ਚਾਹੇ ਉਹ MP ਹੋਵੇ, ਚਾਹੇ ਉਹ MLA ਹੋਵੇ, ਉਹ ਲਾਭ ਦੇ ਅਹੁਦਿਆਂ 'ਚ ਗਿਣਿਆ ਜਾਂਦਾ। ਤਾਂ ਹੀ ਉਹ ਜਿਹੜਾ MP ਹੈ, ਠੀਕ ਹੈ, ਉਹ ਵੀ ਨਹੀਂ ਬਣ ਸਕਦਾ ਉਪ ਰਾਸ਼ਟਰਪਤੀ ਤੇ ਨਾ ਹੀ MLA ਹੈ ਉਹ ਬਣ ਸਕਦਾ ਉਪ ਰਾਸ਼ਟਰਪਤੀ। ਤੇ C ਆਪਸ਼ਨ ਜਿਹੜੀ ਗਲਤ ਹੋ ਗਈ ਤੇ ਪੁੱਛਿਆ ਗਿਆ ਸੀ ਆਪਣੇ ਤੋਂ ਕਿਹੜੀਆਂ ਸ਼ਰਤਾਂ ਜ਼ਰੂਰੀ ਹੈ, A ਤੇ B ਦੋ ਆਪਸ਼ਨਾਂ, ਇਹ ਸਹੀ ਹੈ ਜੀ। ਹਾਂਜੀ, ਯੋਗਤਾਵਾਂ। ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ, 35 ਸਾਲ ਤੋਂ ਘੱਟ ਉਮਰ ਨਹੀਂ ਹੋਣੀ ਚਾਹੀਦੀ, ਰਾਜ ਸਭਾ ਦਾ ਮੈਂਬਰ ਚੁਣੇ ਜਾਣ ਦੀ ਯੋਗਤਾ ਰੱਖਦਾ ਹੋਵੇ। ਜਿਹੜਾ ਉਪ ਰਾਸ਼ਟਰਪਤੀ ਹੈ ਉਹ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਦੀ ਯੋਗਤਾ ਰੱਖਦਾ ਹੋਵੇ ਤੇ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਲੋਕ ਸਭਾ ਦੀ, ਇਹ ਯਾਦ ਰੱਖਣਾ ਹੈ, ਪ੍ਰੈਜ਼ੀਡੈਂਟ ਲੋਕ ਸਭਾ ਦਾ ਮੈਂਬਰ ਚੁਣੇ ਜਾਣ ਦੀ ਯੋਗਤਾ ਰੱਖਦਾ ਹੋਵੇ। ਕੇਂਦਰ ਸਰਕਾਰ, ਰਾਜ ਸਰਕਾਰ ਜਾਂ ਸਥਾਨਕ ਅਥਾਰਟੀ ਜਾਂ ਕਿਸੇ ਹੋਰ ਅਥਾਰਟੀ ਦੇ ਵਿੱਚ ਲਾਭ ਦਾ ਅਹੁਦਾ ਨਾ ਹੋਵੇ, ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ। ਤੇ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਘੱਟੋ ਘੱਟ ਜਿਹੜੇ 20 ਜਿਹੜੇ ਮੈਂਬਰ ਆ ਉਹਨਾਂ ਨੇ ਪ੍ਰਸਤਾਵ ਪੇਸ਼ ਕੀਤਾ ਹੋਵੇ ਤੇ 20 ਉਹਦੇ ਅਨੁਮੋਦਕ ਹੋਣ, ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ। 20 ਹੈ ਜਿਹੜੇ ਉਹਨਾਂ ਨੇ ਉਹ ਪ੍ਰਸਤਾਵ ਪੇਸ਼ ਕੀਤਾ ਹੋਵੇ ਸਾਈਨ ਹੇਠਾਂ ਤੇ 20 ਹੈ ਜਿਹੜੇ ਉਹ ਸਕੈਂਡਰ ਹੋਣ, ਸਕੈਂਡਰ ਹੁੰਦਾ ਅਨੁਮੋਦਕ, ਇਹ ਧਿਆਨ 'ਚ ਰੱਖਣਾ ਹੈ। ਉਪ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਉਮੀਦਵਾਰ ਦੀ ਨਾਮਜ਼ਦਗੀ ਘੱਟੋ ਘੱਟ ਕਿੰਨੇ ਵਾਰ ਕੀਤੀ ਜਾਂਦੀ? ਉਪ ਰਾਸ਼ਟਰਪਤੀ ਦੀ ਗੱਲ ਕਰਦੇ ਹਾਂ ਜੀ, 20 ਪ੍ਰਸਤਾਵਕ ਹੋਣੇ ਚਾਹੀਦੇ ਤੇ 20 ਸਕੈਂਡਰ ਹੋਣੇ ਚਾਹੀਦੇ। ਜੇ ਰਾਸ਼ਟਰਪਤੀ ਦਾ ਹੁੰਦਾ ਫਿਰ 50 ਪ੍ਰਸਤਾਵਕ ਤੇ 50 ਹੀ ਸਕੈਂਡਰ ਹੋਣੇ ਚਾਹੀਦੇ ਸੀ। ਭਾਰਤ ਦੇ ਉਪ ਰਾਸ਼ਟਰਪਤੀ ਦੀ ਚੋਣ ਇੱਕ ਚੋਣਕਾਰ ਕਾਲਜ ਵਿੱਚੋਂ ਕੀਤੀ ਜਾਂਦੀ ਹੈ, ਉਹਦੇ ਵਿੱਚ ਕੌਣ ਸ਼ਾਮਲ ਹੈ? ਧਿਆਨ ਨਾਲ ਸਮਝ ਲਓ। ਆਪਾਂ ਕਰ ਰਹੇ ਹਾਂ ਜੀ ਵਾਈਸ ਪ੍ਰੈਜ਼ੀਡੈਂਟ ਦੀ ਗੱਲ। ਇਹਦੇ ਲਈ ਲੋਕ ਸਭਾ ਦੇ ਮੈਂਬਰ ਤੇ ਰਾਜ ਸਭਾ ਦੇ ਜਿਹੜੇ ਮੈਂਬਰ ਹੈ, ਠੀਕ ਹੈ ਜੀ, ਇਹ ਦੋਨੋਂ ਹਿੱਸਾ ਲੈਂਦੇ ਆ ਵਾਈਸ ਪ੍ਰੈਜ਼ੀਡੈਂਟ। ਜੇ ਆ ਜੇ ਪ੍ਰੈਜ਼ੀਡੈਂਟ ਦੀ ਗੱਲ, ਇਹਦੇ ਵਿੱਚ ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ ਤੇ ਲੈਜਿਸਲੇਟਿਵ ਅਸੈਂਬਲੀਆਂ ਦੇ ਜਿਹੜੇ ਮੈਂਬਰ ਹੈ ਉਹ ਹਿੱਸਾ ਲੈਂਦੇ ਆ। ਸਵਾਲ ਸੀਗਾ ਜੀ ਉਪ ਰਾਸ਼ਟਰਪਤੀ ਦਾ, ਫਿਰ ਲੋਕ ਸਭਾ ਪਲੱਸ ਰਾਜ ਸਭਾ ਜਿਹਨੂੰ ਆਪਾਂ ਪਾਰਲੀਮੈਂਟ ਕਹਾਂਗੇ, ਸੰਸਦ ਦੇ ਚੁਣੇ ਹੋਏ ਜਿਹੜੇ ਮੈਂਬਰ ਆ ਉਹ ਇਹਦੇ ਵਿੱਚ ਹਿੱਸਾ ਲੈਣਗੇ ਜੀ, ਧਿਆਨ ਰੱਖ ਲੈਣਾ ਜੀ ਇਹ। ਹਾਂਜੀ, ਹੁਣ ਗੱਲ ਕਰਦੇ ਹਾਂ ਚੋਣ ਕਿਵੇਂ ਚੋਣ ਹੁੰਦੀ ਹੈ। ਆਰਟੀਕਲ 66 ਦੇ ਵਿੱਚ ਦਾ ਵਰਣਨ ਕੀਤਾ ਗਿਆ ਕਿ ਉਪ ਰਾਸ਼ਟਰਪਤੀ ਦੀ ਚੋਣ ਸੰਸਦ ਦੇ ਦੋਹਾਂ ਸਦਨਾਂ ਦੇ ਮੈਂਬਰ
ठीक है ਵੱਲੋਂ ਕੀਤੀ ਜਾਏਗੀ, ਜਿਹਦੇ ਵਿੱਚ ਧਿਆਨ ਰੱਖਣਾ ਹੈ ਚੁਣੇ ਹੋਏ ਤੇ ਨਾਮਜ਼ਦ ਮੈਂਬਰ, ਜਿਹੜਾ ਕਿ ਰਾਸ਼ਟਰਪਤੀ ਨਾਮਜ਼ਦ ਕਰਦਾ 12 ਮੈਂਬਰ, ਉਹ ਵੀ ਸ਼ਾਮਲ ਹੈ, ਉਹ ਵੀ ਵੋਟ ਪਾ ਸਕਦੇ ਆ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ, ਇਹ ਧਿਆਨ ਰੱਖ ਲੈਣਾ। ਤੇ ਜਿਹੜੀ ਚੋਣ ਅਸਿੱਧੇ ਤੌਰ ਤੇ ਹੋਏਗੀ, ਅਨੁਪਾਤਕ ਨੁਮਾਇੰਦਗੀ ਪ੍ਰਣਾਲੀ ਦੁਆਰਾ ਹੋਏਗੀ ਤੇ ਸਿੰਗਲ ਟ੍ਰਾਂਸਫਰ ਵੋਟ ਦੇ ਜ਼ਰੀਏ ਹੋਏਗੀ। ਸਿਸਟਮ ਉਹੀ ਹੈ ਸਾਰਾ ਜਿਹੜਾ ਰਾਸ਼ਟਰਪਤੀ ਦੀ ਚੋਣ ਲਈ ਬਣਾਇਆ ਜਾਂਦਾ ਹੈ। ਕਾਰਜਕਾਲ ਦੀ ਗੱਲ ਕਰਦੇ ਹਾਂ ਜੀ, ਵਾਈਸ ਪ੍ਰੈਜ਼ੀਡੈਂਟ ਦੇ 5 ਸਾਲ ਦਾ ਕਾਰਜਕਾਲ ਹੈ, ਪਰ ਉਸ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਵੀ ਅਸਤੀਫਾ ਉਹ ਦੇ ਸਕਦਾ ਹੈ ਆਪ ਖੁਦ। ਤਨਖਾਹ ਦੇ ਭੱਤਿਆਂ ਦੀ ਗੱਲ ਕਰੀਏ ਤਾਂ ਰਾਸ਼ਟਰਪਤੀ ਨੂੰ ਪ੍ਰਤੀ ਮਹੀਨਾ 4 ਲੱਖ ਰੁਪਏ ਤਨਖਾਹ ਤੇ ਹੋਰ ਭੱਤੇ ਪ੍ਰਾਪਤ ਹੁੰਦੇ ਆ ਜੀ। ਇਹ ਸਾਰੇ ਇੰਪੋਰਟੈਂਟ ਫੈਕਟ ਹੈ ਉਪ ਰਾਸ਼ਟਰਪਤੀ ਦੇ ਨਾਲ ਸੰਬੰਧਿਤ, ਇਹਨੂੰ ਧਿਆਨ 'ਚ ਰੱਖ ਲੈਣਾ। ਉਪ ਰਾਸ਼ਟਰਪਤੀ ਨੂੰ ਉਹਦੇ ਦੀ ਸਹੁੰ ਕਿਸ ਦੁਆਰਾ ਚੁਕਾਈ ਜਾਂਦੀ ਹੈ? ਇਹ ਰਾਸ਼ਟਰਪਤੀ ਦੁਆਰਾ ਚੁਕਾਈ ਜਾਂਦੀ ਹੈ ਜੀ, ਠੀਕ ਹੈ, ਧਿਆਨ ਰੱਖ ਲੈਣਾ। ਉਪ ਰਾਸ਼ਟਰਪਤੀ ਨੂੰ ਸਹੁੰ ਚੁਕਾਉਂਦਾ ਰਾਸ਼ਟਰਪਤੀ, ਰਾਸ਼ਟਰਪਤੀ ਨੂੰ ਸਹੁੰ ਚੁਕਾਉਂਦਾ ਚੀਫ ਜਸਟਿਸ ਆਫ ਇੰਡੀਆ, ਚੀਫ ਜਸਟਿਸ ਆਫ ਇੰਡੀਆ ਨੂੰ ਸਹੁੰ ਚੁਕਾਉਂਦਾ ਜੀ ਰਾਸ਼ਟਰਪਤੀ। ਇਹ ਧਿਆਨ ਰੱਖ ਲੈਣਾ, ਇਸ ਤਰ੍ਹਾਂ ਹੀ ਚੱਲਦੀ ਹੈ ਜੀ। ਨੌਕਰੀ ਦੇ ਅਧਿਕਾਰ, ਕੀ ਅਧਿਕਾਰ ਹੈ? ਹਾਂਜੀ, ਭਾਰਤ ਦੇ ਸੰਵਿਧਾਨ ਦੇ ਵਿੱਚ ਆਮ ਸਥਿਤੀਆਂ ਦੇ ਵਿੱਚ ਉਪ ਰਾਸ਼ਟਰਪਤੀ ਦੇ ਲਈ ਕੋਈ ਜ਼ਿੰਮੇਵਾਰੀ ਸੌਂਪੀ ਨਹੀਂ ਗਈ, ਯਾਨੀ ਕਿ ਫ੍ਰੀ ਰੱਖਿਆ ਗਿਆ, ਇਹਨੂੰ ਕੋਈ ਕੰਮ ਨਹੀਂ ਦਿੱਤਾ ਗਿਆ ਆਮ ਸਥਿਤੀਆਂ ਦੇ ਵਿੱਚ। ਪਰ ਅਸਾਧਾਰਨ ਸਥਿਤੀਆਂ ਦੇ ਵਿੱਚ ਧਾਰਾ 65 ਦੇ ਵਿੱਚ ਉਪ ਰਾਸ਼ਟਰਪਤੀ ਦਾ ਕੰਮ ਕਰੇਗਾ। ਜੇ ਸਵਾਲ ਆ ਜੇ ਕਿਸ ਆਰਟੀਕਲ ਦੇ ਤਹਿਤ ਉਪ ਰਾਸ਼ਟਰਪਤੀ ਦਾ ਕੰਮ ਕਰੇਗਾ, ਆਨਸਰ ਆਏਗਾ ਆਰਟੀਕਲ 65 ਦੇ ਵਿੱਚ। ਅਸਾਧਾਰਨ ਸਥਿਤੀਆਂ ਦਾ ਮਤਲਬ ਕੀ ਹੈ? ਰਾਸ਼ਟਰਪਤੀ ਗੈਰ ਹਾਜ਼ਰ ਹੈ, ਬਿਮਾਰ ਹੈ, ਆਪਣੇ ਫਰਜ਼ ਨੂੰ ਨਿਭਾਉਣ ਵਿੱਚ ਅਸਮਰਥ ਹੈ, ਬਰਖਾਸਤ ਕਰਤਾ ਜਾਂ ਮੌਤ ਹੋ ਗਈ ਜਾਂ ਅਸਤੀਫਾ ਦਿੱਤਾ, ਠੀਕ ਹੈ ਜੀ। ਅਜਿਹੀਆਂ ਸਥਿਤੀਆਂ ਨੂੰ ਅਸਾਧਾਰਨ ਸਥਿਤੀਆਂ ਕਹਿੰਦੇ ਆ। ਅਜਿਹੀਆਂ ਸਥਿਤੀਆਂ ਦੇ ਵਿੱਚ ਜਿਹੜਾ ਉਪ ਰਾਸ਼ਟਰਪਤੀ ਦਾ ਉਹਦਾ ਜਾਂ ਕਾਰਜਭਾਰ ਸੰਭਾਲੇਗਾ। ਤੇ 65 ਦੇ ਵਿੱਚ ਕਿਹਾ ਗਿਆ ਆਰਟੀਕਲ ਦੇ ਵਿੱਚ, ਜਦੋਂ ਉਪ ਰਾਸ਼ਟਰਪਤੀ ਦਾ ਕੰਮ ਕਰੇਗਾ, ਸਾਰੇ ਤਨਖਾਹ ਤੇ ਭੱਤੇ ਉਹਨੂੰ ਰਾਸ਼ਟਰਪਤੀ ਦੇ ਮਿਲਣਗੇ, ਯਾਨੀ ਕਿ 5 ਲੱਖ ਮਿਲੇਗਾ, ਨਾ ਕਿ 4 ਲੱਖ ਮਿਲੇਗਾ। ਤੇ ਰਾਜ ਸਭਾ ਦੇ ਤੌਰ ਤੇ ਚੇਅਰਮੈਨ ਦੇ ਤੌਰ ਤੇ ਉਹ ਆਪਦੀ ਡਿਊਟੀ ਨਹੀਂ ਨਿਭਾਏਗਾ, ਸਿਰਫ ਡਿਊਟੀ ਕਿਹਦੀ ਨਿਭਾਏਗਾ? ਉਹ ਐਜ਼ ਅ ਪ੍ਰੈਜ਼ੀਡੈਂਟ ਡਿਊਟੀ ਨਿਭਾਏਗਾ। ਸਾਰੇ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖ ਲੈਣੇ। ਹਾਂਜੀ, ਭਾਰਤ ਦੇ ਵਿੱਚ ਇਹ ਸਥਿਤੀ ਉਦੋਂ ਦੇਖਣ ਨੂੰ ਮਿਲੀ ਜਦੋਂ ਰਾਸ਼ਟਰਪਤੀ ਡਾਕਟਰ ਜ਼ਾਕਿਰ ਹੁਸੈਨ ਫਖਰੁਦੀਨ ਅਲੀ ਅਹਿਮਦ ਦੀ ਮੌਤ ਹੋ ਗਈ ਸੀ। ਉਪ ਰਾਸ਼ਟਰਪਤੀ ਵੀਵੀ ਗਿਰੀ ਤੇ ਉਪ ਪ੍ਰਧਾਨ ਮੰਤਰੀ ਬੀਡੀ ਜੱਤੀ ਨੇ ਕ੍ਰਮਵਾਰ ਰਾਸ਼ਟਰਪਤੀ ਦੇ ਫਰਜ਼ ਨਿਭਾਏ, ਠੀਕ ਹੈ, ਕਲੀਅਰ ਹੋ ਗਿਆ। ਜਦੋਂ ਡਾਕਟਰ ਜ਼ਾਕਿਰ ਹੁਸੈਨ ਦੀ ਮੌਤ ਹੁੰਦੀ ਹੈ ਤਾਂ ਵੀਵੀ ਗਿਰੀ ਉਹਦਾ ਸੰਭਾਲਦਾ ਹੈ, ਜਦੋਂ ਫਖਰੁਦੀਨ ਅਲੀ ਅਹਿਮਦ ਦੀ ਮੌਤ ਹੁੰਦੀ ਹੈ ਤਾਂ ਬੀਡੀ ਜੱਤੀ ਹੈ ਜਿਹੜਾ ਉਹਦਾ ਸੰਭਾਲਦਾ। ਜਦੋਂ ਉਪ ਰਾਸ਼ਟਰਪਤੀ ਦੇ ਵਜੋਂ ਕੰਮ ਕਰਦਾ ਹੈ ਤਾਂ ਰਾਸ਼ਟਰਪਤੀ ਵਜੋਂ ਤਨਖਾਹ ਤੇ ਭੱਤੇ ਤੇ ਹੋਰ ਸਹੂਲਤਾਂ ਪ੍ਰਾਪਤ ਹੁੰਦੀਆਂ, ਤੇ ਪਰ ਜਦੋਂ ਰਾਜ ਸਭਾ ਦੇ ਚੇਅਰਮੈਨ ਦੇ ਵਜੋਂ ਕੰਮ ਕਰਦਾ ਤਾਂ ਉਹਨੂੰ ਰਾਜ ਸਭਾ ਦੇ ਚੇਅਰਮੈਨ ਦੀਆਂ ਤਨਖਾਹਾਂ ਤੇ ਭੱਤੇ ਮਿਲਦੀਆਂ। ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਉਹ ਉਪ ਰਾਸ਼ਟਰਪਤੀ ਐਜ਼ ਆ ਪ੍ਰੈਜ਼ੀਡੈਂਟ ਡਿਊਟੀ ਸੰਭਾਲਦਾ ਤਾਂ ਉਹਨੂੰ ਪ੍ਰੈਜ਼ੀਡੈਂਟ ਦੇ ਤਨਖਾਹ ਤੇ ਭੱਤੇ ਮਿਲਣਗੇ। ਜਦੋਂ ਉਹ ਐਜ਼ ਆ ਚੇਅਰਮੈਨ ਆਫ ਰਾਜ ਸਭਾ ਡਿਊਟੀ ਸੰਭਾਲੇਗਾ ਤਾਂ ਉਹਨੂੰ ਰਾਜ ਸਭਾ ਦੇ ਜਿਹੜੇ ਤਨਖਾਹ ਤੇ ਭੱਤੇ ਮਿਲਣਗੇ। ਡਾਕਟਰ ਐਸ ਰਾਧਾ ਕ੍ਰਿਸ਼ਨ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਹੈ। ਜਿਹੜੇ ਵੈਕਟਮ ਗਿਰੀ ਹੈ, ਜਿਹੜੇ ਜਿਹਨੂੰ ਵੀਵੀ ਗਿਰੀ ਕਹਿੰਦੇ ਨੇ ਆਪਾਂ, ਉਹ ਦੇਸ਼ ਦੇ ਚੌਥੇ ਰਾਸ਼ਟਰਪਤੀ ਬਣੇ। ਅਕੇਲੇ ਅਜਿਹੇ ਰਾਸ਼ਟਰਪਤੀ ਹੈ ਜਿਹੜੇ ਆਜ਼ਾਦ ਉਮੀਦਵਾਰ ਦੇ ਵਜੋਂ ਹੀ ਚੁਣੇ ਗਏ, ਠੀਕ ਹੈ ਜੀ। ਇਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀਵੀ ਗਿਰੀ ਦੇਸ਼ ਦੇ ਚੌਥੇ ਜਿਹੜੇ ਰਾਸ਼ਟਰਪਤੀ ਹੈ ਇਹ ਚੁਣੇ ਗਏ, ਧਿਆਨ ਰੱਖ ਲੈਣਾ। ਹਾਂਜੀ, ਡਾਕਟਰ ਐਸ ਰਾਧਾ ਕ੍ਰਿਸ਼ਨ, ਡਾਕਟਰ ਜ਼ਾਕਿਰ ਹੁਸੈਨ, ਵੀਵੀ ਗਿਰੀ ਤੇ ਡਾਕਟਰ ਰਮਨ, ਡਾਕਟਰ ਡੀ ਸ਼ਰਮਾ ਤੇ ਕੇ ਆਰ ਨਾਰਾਇਣ ਇਹ ਉਪ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਬਾਅਦ ਵਿੱਚ ਰਾਸ਼ਟਰਪਤੀ ਦੇ ਉਹਦੇ ਵਜੋਂ ਸੇਵਾ ਸੰਭਾਲੀ, ਠੀਕ ਹੈ, ਧਿਆਨ ਰੱਖ ਲੈਣਾ। ਰਾਧਾ ਕ੍ਰਿਸ਼ਨ, ਜ਼ਾਕਿਰ ਹੁਸੈਨ, ਵੀਵੀ ਗਿਰੀ, ਵੈਕਟਰ ਰਮਨ, ਡਾਕਟਰ ਐਸ ਡੀ ਸ਼ਰਮਾ, ਕੇ ਆਰ ਨਾਰਾਇਣ, ਠੀਕ ਹੈ ਜੀ। ਐਸ ਡੀ ਸ਼ਰਮਾ ਦਾ ਮਤਲਬ ਡਾਕਟਰ ਸ਼ੰਕਰ ਦਿਆਲ ਸ਼ਰਮਾ, ਠੀਕ ਹੈ ਜੀ। ਇਹਨਾਂ ਨੇ ਐਜ਼ ਆ ਉਪ ਰਾਸ਼ਟਰਪਤੀ ਵੀ ਕੰਮ ਕੀਤਾ ਤੇ ਰਾਸ਼ਟਰਪਤੀ ਵੀ ਕੰਮ ਕੀਤਾ। ਗਿਣਤੀ ਕਰ ਲੈਂਦੇ ਆਪਾਂ ਤਾਂ ਰਾਧਾ ਕ੍ਰਿਸ਼ਨ 1 ਹੋ ਗਏ, ਡਾਕਟਰ ਜ਼ਾਕਿਰ ਹੁਸੈਨ 2 ਹੋ ਗਏ, ਵੀਵੀ ਗਿਰੀ 3 ਹੋ ਗਏ, ਡਾਕਟਰ ਰਮਨ 4 ਹੋ ਗਏ, ਡਾਕਟਰ ਸ਼ੰਕਰ ਦਿਆਲ ਸ਼ਰਮਾ 5 ਹੋ ਗਏ ਤੇ ਕੇ ਆਰ ਨਾਰਾਇਣ ਹੈ ਉਹ 6 ਹੋ ਗਏ। 6 ਹੈ, ਧਿਆਨ ਰੱਖ ਲੈਣਾ। ਕਈ ਵਾਰ ਸਵਾਲ ਇਸ ਤਰ੍ਹਾਂ ਵੀ ਬਣ ਕੇ ਕਿੰਨੇ ਉਪ ਰਾਸ਼ਟਰਪਤੀਆਂ ਨੇ ਐਜ਼ ਆ ਰਾਸ਼ਟਰਪਤੀ ਕੰਮ ਕੀਤਾ, ਤਾਂ ਆਨਸਰ ਬਣੇਗਾ ਜੀ 6। ਭਾਰਤ ਦਾ ਪਹਿਲਾ ਉਪ ਰਾਸ਼ਟਰਪਤੀ ਕੌਣ ਸੀ? ਹਾਂਜੀ, ਜੇਕਰ ਰਾਸ਼ਟਰਪਤੀ ਪੁੱਛਦੇ ਤਾਂ ਆਪਾਂ ਟਿਕ ਲਗਾ ਕੇ ਆਉਣੀ ਸੀ ਰਜਿੰਦਰ ਪ੍ਰਸਾਦ, ਪਰ ਉਪ ਰਾਸ਼ਟਰਪਤੀ ਹੈ ਉਹ ਹੈ ਜੀ ਡਾਕਟਰ ਐਸ ਰਾਧਾ ਕ੍ਰਿਸ਼ਨ। ਭਾਰਤ ਦੇ ਉਪ ਰਾਸ਼ਟਰਪਤੀ ਨੂੰ ਹਟਾਉਣ ਦਾ ਮਤਾ ਕਿਸ ਵਿੱਚ ਪੇਸ਼ ਕੀਤਾ ਜਾਂਦਾ ਹੈ? ਹਾਂਜੀ, ਇਹ ਇਕੱਲਾ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਰਾਜ ਸਭਾ ਚੋਂ ਇਹ ਮਤਾ ਪਾਸ ਹੋ ਕੇ ਫਿਰ ਲੋਕ ਸਭਾ 'ਚ ਜਾਂਦਾ ਹੈ। ਲੋਕ ਸਭਾ 'ਚੋਂ ਪਾਸ ਹੋਣ ਤੋਂ ਬਾਅਦ ਉਹਨੂੰ ਆਪਾਂ ਉਪ ਰਾਸ਼ਟਰਪਤੀ ਨੂੰ ਉਹਦੇ ਤੋਂ ਹਟਾ ਸਕਦੇ ਹਾਂ, ਠੀਕ ਹੈ ਜੀ, ਧਿਆਨ ਰੱਖਣਾ ਇਸ ਗੱਲ ਦਾ। ਹਾਂਜੀ, ਇੱਕ ਗੱਲ ਹੋਰ ਧਿਆਨ ਰੱਖਣੀ ਹੈ, ਜਿਹੜਾ ਮਤਾ ਹੈ ਉਹ ਰਾਜ ਸਭਾ ਦੇ ਵਿੱਚ ਹੀ ਪਹਿਲਾਂ ਪੇਸ਼ ਕੀਤਾ ਜਾਏਗਾ, ਠੀਕ ਹੈ, ਇਹ ਗੱਲ ਖਾਸ ਤੌਰ ਤੇ ਧਿਆਨ ਕਰਨੀ ਹੈ। ਹਾਂਜੀ, ਕਿਵੇਂ ਆਪਾਂ ਉਹਦੇ ਤੋਂ ਹਟਾ ਸਕਦੇ ਹਾਂ ਜੀ? ਭਾਰਤ ਦੇ ਉਪ ਰਾਸ਼ਟਰਪਤੀ ਨੂੰ ਉਹਦੇ ਤੋਂ ਹਟਾਉਣ ਲਈ ਕੇਵਲ ਤੇ ਕੇਵਲ ਮਤਾ ਰਾਜ ਸਭਾ ਵਿੱਚ ਹੀ ਪਹਿਲਾਂ ਭੇਜਿਆ ਜਾਂਦਾ, ਉੱਥੋਂ ਪਾਸ ਹੋਣ ਤੋਂ ਬਾਅਦ ਫਿਰ ਲੋਕ ਸਭਾ ਭੇਜਿਆ ਜਾਂਦਾ। ਸੰਵਿਧਾਨ ਦੀ ਅਨੁਛੇਦ ਧਾਰਾ 67, 68 ਤੇ 71 ਦੇ ਵਿੱਚ ਉਪ ਰਾਸ਼ਟਰਪਤੀ ਨੂੰ ਰਾਜ ਸਭਾ ਦੇ ਸਾਰੇ ਤਤਕਾਲੀ ਮੈਂਬਰਾਂ ਦੇ ਬਹੁਮਤ ਦੁਆਰਾ ਤੇ ਲੋਕ ਸਭਾ ਦੀ ਸਹਿਮਤੀ ਦੇ ਦੁਆਰਾ ਮਤੇ ਵਿੱਚ ਨਾਲ ਹਟਾਇਆ ਜਾ ਸਕਦਾ, ਠੀਕ ਹੈ ਜੀ। ਇਹ ਆਰਟੀਕਲ 67 ਦੇ ਵਿੱਚ ਇਹਦਾ ਵਰਣਨ ਕੀਤਾ ਗਿਆ, 67, 68 ਤੇ 71 ਦੇ ਵਿੱਚ। ਹਾਂਜੀ, ਹੇਠਾਂ ਦਿੱਤਿਆਂ ਵਿੱਚੋਂ ਕਿਸ ਨੂੰ ਉਪ ਰਾਸ਼ਟਰਪਤੀ ਨੂੰ ਆਪਣੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਉਹਦੇ ਤੋਂ ਹਟਾਉਣ ਦਾ ਜਿਹੜਾ ਹੈ ਅਧਿਕਾਰ ਹੈ, ਠੀਕ ਹੈ ਜੀ। ਹੁਣ ਦੱਸਣਾ ਹੈ ਵੀ ਉਪ ਰਾਸ਼ਟਰਪਤੀ ਨੂੰ ਉਹਦੇ ਤੋਂ ਪਹਿਲਾਂ ਹਟਾ ਦੇਣਾ ਹੈ, 5 ਸਾਲ ਤੋਂ ਪਹਿਲਾਂ ਹਟਾਉਣਾ, ਤੇ ਅਧਿਕਾਰ ਕਿਹਨੂੰ ਹੈ? ਹਾਂਜੀ, ਇਹ ਅਧਿਕਾਰ ਰਾਜ ਸਭਾ ਨੂੰ ਹੈ ਜੀ। ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਉਪ ਰਾਸ਼ਟਰਪਤੀ ਨੂੰ ਹਟਾਉਣ ਦੀ ਵਿਧੀ ਦਾ ਵਰਣਨ ਕਰਦੀ ਹੈ? ਇਹ ਆਪਾਂ ਹੁਣੇ ਪੜ੍ਹ ਕੇ ਗਏ 67, 68 ਤੇ 71, 67, 68 ਤੇ 71, ਠੀਕ ਹੈ। ਇਹਦੇ ਵਿੱਚ ਦੱਸਿਆ ਗਿਆ ਆਨਸਰ ਆ ਜਾਏਗਾ ਜੀ 67। ਭਾਰਤ ਦੇ ਉਪ ਰਾਸ਼ਟਰਪਤੀ ਦੇ ਸੰਬੰਧ ਦੇ ਵਿੱਚ ਦੱਸਣਾ ਕਿਹੜੇ ਜਵਾਬ ਸਹੀ ਹਨ, ਠੀਕ ਹੈ ਜੀ। ਦੂਜਾ ਸਭ ਤੋਂ ਉੱਚਾ ਸਨਮਾਨ ਹੈ, ਬਿਲਕੁਲ ਸਹੀ ਹੈ। ਇਸ ਦੇ ਦਫ਼ਤਰ ਦਾ ਕੋਈ ਰਸਮੀ ਕੰਮ ਨਹੀਂ ਹੁੰਦਾ, ਇਹ ਵੀ ਦੱਸਿਆ ਗਿਆ ਜੀ। ਆਪਾਂ ਪਿੱਛੇ ਪੜ੍ਹ ਕੇ ਗਏ ਆਰਟੀਕਲ 66 ਦੇ ਵਿੱਚ ਇਹੀ ਗੱਲ ਕਹੀ ਗਈ ਹੈ ਬਈ ਕੋਈ ਵੀ ਇਹਦਾ ਸਧਾਰਨ ਸਥਿਤੀਆਂ ਵਿੱਚ ਕੋਈ ਵੀ ਕੰਮ ਨਹੀਂ ਦਫ਼ਤਰ ਦਾ। ਰਾਸ਼ਟਰਪਤੀ ਦੇ ਕਾਰਜਾਂ ਨੂੰ ਉਸਦੀ ਗੈਰ ਹਾਜ਼ਰੀ ਦੇ ਵਿੱਚ ਨਿਭਾਉਂਦਾ, ਇਹ ਵੀ ਬਿਲਕੁਲ ਠੀਕ ਹੈ। ਰਾਸ਼ਟਰਪਤੀ ਨਾ ਹੋਵੇ ਤਾਂ ਉਹਦੇ ਕੰਮ ਹੈ ਜਿਹੜੇ ਉਪ ਰਾਸ਼ਟਰਪਤੀ ਕਰਦਾ। ਜੇਕਰ ਰਾਸ਼ਟਰਪਤੀ ਅਸਤੀਫਾ ਦੇ ਦਿੰਦਾ ਹੈ, ਉਹਨੂੰ ਹਟਾ ਦਿੱਤਾ ਜਾਂਦਾ, ਮਰ ਜਾਂਦਾ, ਤਾਂ ਵੀ ਰਾਸ਼ਟਰਪਤੀ ਵਜੋਂ ਉਪ ਰਾਸ਼ਟਰਪਤੀ ਕੰਮ ਕਰਦਾ, ਇਹ ਵੀ ਬਿਲਕੁਲ ਸਹੀ ਹੈ। ਸਾਰੇ ਦੇ ਸਾਰੇ ਸਹੀ ਹੈ। ਇਹਨਾਂ ਵਿੱਚੋਂ ਕਿਹੜਾ ਉਪ ਰਾਸ਼ਟਰਪਤੀ ਬਿਨਾਂ ਵਿਰੋਧ ਚੁਣਿਆ ਗਿਆ? ਹਾਂਜੀ, ਇਹ ਦੱਸਣਾ ਵੀ ਇਹਨਾਂ ਵਿੱਚੋਂ ਉਹ ਸੀ ਐਸ ਰਾਧਾ ਕ੍ਰਿਸ਼ਨ। ਐਸ ਰਾਧਾ ਕ੍ਰਿਸ਼ਨ ਜਿਹੇ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਹੈ, ਵੈਸੇ ਵੀ ਪਹਿਲੇ ਹੈ ਤੇ ਨਿਰਵਿਰੋਧ ਚੁਣੇ ਜਾਣ ਵਾਲੇ ਵੀ ਪਹਿਲੇ ਹੈ, ਠੀਕ ਹੈ ਜੀ। ਜੇ ਪੁੱਛ ਲੈਣ ਰਾਸ਼ਟਰਪਤੀ ਦਾ ਨੀਲਮ ਸੰਜੀਵਾ ਰੈਡੀ ਇਹ ਪਹਿਲੇ ਦੇਸ਼ ਦੇ ਰਾਸ਼ਟਰਪਤੀ ਜਿਹੜੇ ਨਿਰਵਿਰੋਧ ਚੁਣੇ ਗਏ ਸੀ,
ठीक है जी, ये ध्यान च रखना। उप राष्ट्रपति चोण नाल संबंधित सारे विवाद, चाहे राष्ट्रपति का चोण विवाद हो चाहे उप राष्ट्रपति का, ये सुप्रीम कोर्ट इस सुनवाई होएगी। एक उप राष्ट्रपति की गैर हाज़री दे विच एक उप राष्ट्रपति एक राष्ट्रपति के तौर पर काम करने की वध तो वध कितनी सीमा हो सकती है, इतने गलत लिखता। एक राष्ट्रपति की गैर हाज़री के उप राष्ट्रपति है राष्ट्रपति के तौर पर वध तो वध कितना समा काम कर सकता, वो है जी 6 महीने। ठीक है जी। एक अजिहा उप राष्ट्रपति जोड़ा कि अपनी ड्यूटी दौरान वो मौत हो गई, वो कौन सी, वो कृष्णा सी। ठीक है जी। जे पुछ लैन राष्ट्रपति, जे राष्ट्रपति पुछ लैन तो जाकिर हुसैन है जी। ठीक है जी। जाकिर हुसैन है जोड़े वो पहले देश के राष्ट्रपति से जोड़े ड्यूटी दौरान जिन्हों की मौत हो गई। जे प्रधानमंत्री पुछ लैन, जे प्रधानमंत्री पुछ लैन तो वो लाल बहादुर शास्त्री है जी। ठीक है जी। लाल बहादुर शास्त्री है देश के पहले प्रधानमंत्री जो ड्यूटी दौरान जिन्हों की डेथ हुई है। ये 3 इंपोर्टेंट फैक्ट है, ध्यान रख लेंगे। हम चलते हैं जी प्राइम मिनिस्टर से अज का लास्ट टॉपिक। भारत के प्रधानमंत्री बारे इन्होंने किहड़ा कथन सही है ये दसना जी। आप हाँ जी, प्रधानमंत्री मंत्रिमंडल का नाम मात्र मुखी होंगे जी, गलत, ये तो असल मुखी होंगे जी। संसद प्रति जिम्मेदार नहीं, ये भी गलत। संसद प्रति मंत्रिमंडल के नाल प्रधानमंत्री जिम्मेदार होंगे, वो अपने किसी भी मंत्री को बर्खास्त नहीं कर सकता, ये भी गलत। जो चाहे किसी भी मंत्री को बर्खास्त कर सकता। प्रधानमंत्री मंत्रिमंडल का असली मुखी होंगे, ये राइट आंसर। हाँ जी, प्रधानमंत्री नाल संबंधित कुछ महत्वपूर्ण फैक्ट। हाँ जी, आर्टिकल 74 ਦੇ कहा गया प्रधानमंत्री को मंत्रिमंडल के मुखी वजों दर्शाया गया। 74 ਦੇ दस्या गया आर्टिकल के जो प्रधानमंत्री मंत्रिमंडल का मुखी होगा। भारत के संविधान द्वारा संसदीय सरकार प्रणाली की स्थापना की गई है। संसदीय सरकार वो होंगी है जिसे एक नाम मात्र मुखी होंगे तो एक असल मुखी होंगे। देश का जो राष्ट्रपति है नाम मात्र मुखी होंगे तो प्रधानमंत्री असल मुखी होंगे। हम कहते हैं संसदीय सरकार। कार्यपालिका की जी सर्वोच्च शक्ति है राष्ट्रपति को सौंपी गई है। ठीक है, एग्जीक्यूटिव पावर राष्ट्रपति को है, पर अमली तौर पर इन सारिया शक्तियां की वरतों प्रधानमंत्री करता है। ठीक है, फिर इस तरह असं कह सकते हैं कि प्रधानमंत्री असली कार्यकारी अथॉरिटी का मुखी है तो राष्ट्रपति नाम मात्र कार्यकारी अथॉरिटी है। प्रधानमंत्री संसद के दोवां सदनों चों किसी भी सदन का मैंबर हो सकता है। जेकर प्रधानमंत्री किसी दोवां सदनों के मैंबर नहीं तो उन्होंने 6 महीनों के किसी भी सदन का मैंबर बनना पवेगा। ये गल ध्यान रख लेनी है। प्रधानमंत्री की तनख्वाह भत्ते समय समय पर पार्लीमेंट द्वारा निर्धारित किए जाते हैं। ठीक है जी। तो सत्ताधारी पार्टी का रूलिंग पार्टी का नेता होंगे तो सरकार का मुखी होंगे। ये दोनों फैक्ट ध्यान रख लेने जी। सरकार का मुखी तो रूलिंग पार्टी का भी नेता होंगे। हाँ जी, प्राइम मिनिस्टर ऑफ इंडिया इज, हाँ जी, बहुत सारे जो स्टूडेंट है इस सवाल का आंसर गलत देके आएंगे। वो टिक ला के आएंगे इलैक्टेड से। इलैक्टेड असल के इलैक्टेड का मतलब की है जी, प्राइम मिनिस्टर लोगों द्वारा चुनिया जाता सीधा नहीं, लोग MP चुनते लोक सभा ना कि प्राइम मिनिस्टर चुनते। क्लीयर हो गया, सीधा नहीं चुनिया जाता, इन्हू अपॉइंट किया जाता है। कौन अपॉइंट करता जी, राष्ट्रपति करता है। यह राइट आंसर आ गया जी डी। हाँ जी, कुछ इंपोर्टेंट फैक्ट जो ध्यान रखने हैं। प्रधानमंत्री की नियुक्ति राष्ट्रपति द्वारा की जाती है। नियुक्ति शब्द आया पॉइंट ध्यान रख लो। होर मंत्रियों की नियुक्ति प्रधानमंत्री की सलाह से राष्ट्रपति करता है। ध्यान देखो, प्रधानमंत्री की नियुक्ति राष्ट्रपति करेगा, होर मंत्रियों को नियुक्त करना है तो प्रधानमंत्री की सलाह से राष्ट्रपति करेगा। मंत्रिमंडल का मुखी है, मंत्रिमंडल का चेयरमैन है, मंत्रिमंडल की मीटिंगों की प्रधानगी करता है तो प्रधानमंत्री जो अपना इस्तीफा राष्ट्रपति को सौंपता है। हाँ जी, आ बहुत इंपोर्टेंट फैक्ट है। न्यूक्लीयर कमांड अथॉरिटी वह मुखी है, जिन्हें भी अपने परमाणु हथियार है जो वो सारे कंट्रोल हेठ होंगे। प्लैनिंग कमीशन या नीति आयोग वह भी मुखी है। मंत्रिमंडल की नियुक्ति कमेटी का भी मुखी है। परमाणु ऊर्जा का विभाग का भी मुखी है। पुलाड़ विभाग का भी मुखी है। शिकायत निवारण कमेटी का भी मुखी है। पेंशन विभाग का भी मुखी है। इस तो बिना जल विभाग ये हम पूछा जान लग पाया पेपरों के कि अंडर आता है, यदा मुखी भी प्रधानमंत्री होंगे। हाँ जी, और यूनियन के मामलों के प्रशासन नाल संबंधित मंत्रिमंडल के सारे फैसलों से राष्ट्रपति को कानून बनाने प्रस्तावों की सूचना प्रदान करता। मतलब की है, मंत्रिमंडल जो फैसले लेंदा उन्होंने फैसलों को राष्ट्रपति तक पहुँच करता है, पहुँचाता, सूचना देता भी आ फैसले ले ली। यदा मतलब मंत्रिमंडल और राष्ट्रपति के विचकार कड़ी का काम करता। कौन करता जी, प्रधानमंत्री। प्रधानमंत्री की जो मौत हो जाए, इस्तीफा दे जाए तो पूरा मंत्रिमंडल भंग हो जाता है। ये ध्यान रख लेना है, इंपोर्टेंट फैक्टर सारे प्रधानमंत्री संबंधित। हाँ जी, प्राइम मिनिस्टर ऑफ इंडिया इज दी हैड ऑफ, दसना है कि हैड होंगे, ये सेंट्रल गवर्नमेंट का होंगे, स्टेट गवर्नमेंट का मुख्यमंत्री होंगे। ध्यान रख लेना जी। प्रधानमंत्री की नियुक्ति कौन करता जी, ये राष्ट्रपति करता भारत का। आर्टिकल 78 है जो ऑफ द कॉन्स्टिट्यूशन ऑफ इंडिया लेज डाउन ऑफ द ड्यूटीज ऑफ दी। आर्टिकल 78 के ड्यूटियां का वर्णन किया गया, वो किया गया प्राइम मिनिस्टर दी ड्यूटियां का वर्णन किया गया। ठीक है जी। हाँ जी, हम नियुक्ति की गल करते हैं अपॉइंटमेंट की। आर्टिकल 75 के दस्या गया भी प्रधानमंत्री की नियुक्ति राष्ट्रपति करेगा। आम हालातों के लोक सभा में बहुमत पार्टी का नेता है उन्होंने एज आ प्राइम मिनिस्टर नियुक्त किया जाता है राष्ट्रपति द्वारा। पर जो लोक सभा के किसी पार्टी को बहुमत ना मिला हो तो उस समय राष्ट्रपति या प्रधानमंत्री की नियुक्ति के संबंध में अपने विवेक की वरतों करता है। ठीक है जी, डिस्क्रिशनरी पावर जिन्होंने कहते हैं वो वरतों की जाती है राष्ट्रपति वालों। ठीक है जी। हाँ जी, शक्तियां प्रधानमंत्रियों दियां की है तो काम की है, ये इंपोर्टेंट फैक्ट ध्यान रखनी है जी। लोक सभा में बहु गिनती पार्टी का नेता होंगे भी, वो पार्टी जिसे ज़्यादा MP जित के उनका नेता होंगे। लोक सभा के शासन प्रमुख नीतियां तो कार्रवाइयों का ऐलान जोड़ा है वो कौन करता जी, प्रधानमंत्री करता है। पार्टी में अनुशासन एकता बनाई रखता है, यानी कि विप जारी करता है। पार्टी दी नीतियों को लागू करने प्रधानमंत्री पार्टी विप राही हुक्म जारी करता है। राष्ट्रपति को लोक सभा भंग करने की सिफारिश करता है। मंत्रियों को महकमिਆਂ की वंड करता है तो मुड़ महकमिਆਂ के अदला बदली भी कर सकता है। ये सारिया पावर जोड़ियाँ कार्यकारी शक्तियां हैं ये प्रधानमंत्री को होंगे। ठीक है, जोड़े आप महकमे वंडते हैं वक्-वक् प्रधानमंत्री मंत्रियों वो जी वंडे जाते हैं। प्रधानमंत्री मंत्रिमंडल दी मीटिंगों की प्रधानगी करता है तो आर्टिकल 78 के अनुसार राष्ट्रपति को कानून के प्रशासन जो भी फैसले मंत्रिमंडल ने लए उसके बारे सूचना देता है। ठीक है जी। हाँ जी, एक गल ध्यान रखनी है, जी पोर्टफोलियो की वंड जो प्रधानमंत्री वक्-वक् मंत्रियों के करता है, ये सब तो पहला 1861 का जो आया सी अपने को एक्ट
ਉਹਦੇ ਵਿੱਚ ਪੋਰਟਫੋਲੀਓ ਦੀ ਵੰਡ ਕੀਤੀ ਗਈ ਸੀ। ਇਹਦੇ ਸੰਬੰਧ ਦੇ ਵਿੱਚ ਜਿਹੜਾ ਇੱਕ ਆਪਣਾ ਵੀਡੀਓ ਬਣਿਆ ਹੋਇਆ, ਜਿਹੜੇ ਬੱਚੇ ਅੱਜ ਪਹਿਲੀ ਵਾਰ ਆਏ ਆ ਤੇ ਉਹ ਪੁਰਾਣੀਆਂ ਵੀਡੀਓਜ਼ ਦੇਖ ਸਕਦੇ ਜੀ। ਭਾਰਤ ਦੇ ਅਟਾਰਨੀ ਜਨਰਲ, ਠੀਕ ਹੈ, ਜਿਹੜਾ ਕਿ ਭਾਰਤ ਦਾ ਪਹਿਲਾ ਜਿਹੜਾ ਲਾਅ ਮਿਨਿਸਟਰ ਹੁੰਦਾ, ਇਹਨੂੰ ਕਹਿ ਦਿੰਦੇ ਆ ਕੈਗ, ਠੀਕ ਹੈ ਜੀ। ਚੋਣ ਕਮਿਸ਼ਨਰ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਹੋਰ ਮੈਂਬਰ, ਫਾਈਨੈਂਸ ਕਮਿਸ਼ਨ ਦਾ ਚੇਅਰਮੈਨ ਹੋਰ ਮੈਂਬਰ ਆਦਿ ਸਾਰੇ ਮਹੱਤਵਪੂਰਨ ਅਹੁਦਿਆਂ ਦੀ ਨਿਯੁਕਤੀ ਹੈ ਜਿਹੜੀ ਉਹਦੇ ਸੰਬੰਧ ਵਿੱਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ਪ੍ਰਧਾਨ ਮੰਤਰੀ। ਰਾਜਾਂ ਦੇ ਰਾਜਪਾਲ ਦੀ ਨਿਯੁਕਤੀ ਦਾ ਫੈਸਲਾ ਅਸਲ ਵਿੱਚ ਪ੍ਰਧਾਨ ਮੰਤਰੀ ਵੱਲੋਂ ਹੀ ਲਿਆ ਜਾਂਦਾ ਹੈ। ਪ੍ਰਧਾਨ ਮੰਤਰੀ ਦੱਸਦਾ ਵੀ ਫਲਾਣੇ ਸਟੇਟ ਦੇ ਵਿੱਚ ਫਲਾਣਾ ਜਿਹੜਾ ਹੈਗਾ ਰਾਸ਼ਟਰਪਤੀ ਲਗਾਉਣਾ ਹੈ, ਰਾਜਪਾਲ ਲਾਉਣਾ, ਤਾਂ ਰਾਸ਼ਟਰਪਤੀ ਨੂੰ ਉਹ ਨਾਂ ਦੀ ਰਿਕਮੈਂਡੇਸ਼ਨ ਭੇਜੀ ਜਾਂਦੀ ਹੈ। ਪ੍ਰਧਾਨ ਮੰਤਰੀ ਨੀਤੀ ਆਯੋਗ, ਜਿਹੜਾ ਕਿ ਜਿਹਨੂੰ ਪਹਿਲਾਂ ਯੋਜਨਾ ਕਮਿਸ਼ਨ ਕਹਿੰਦੇ ਸੀ, ਉਹਦਾ ਚੇਅਰਮੈਨ ਹੁੰਦਾ ਅਤੇ ਜਿੰਨੇ ਵੀ ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਸ਼੍ਰੀ ਵਰਗੇ ਜਿਹੜੇ ਅਵਾਰਡ ਹੈ, ਇਹ ਸਾਰੀਆਂ ਉਪਾਧੀਆਂ ਦੀ ਜਿਹੜੀ ਸਵੀਕ੍ਰਿਤੀ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਦੁਆਰਾ ਹੀ ਜਾਰੀ ਕੀਤੀ ਜਾਂਦੀ ਹੈ। ਵੀ ਇਹ ਪ੍ਰਧਾਨ ਮੰਤਰੀ ਹੀ ਜਾਰੀ ਕਰਦਾ ਵੀ ਕਿਹੜੇ ਲੋਕਾਂ ਨੂੰ ਇਹ ਅਵਾਰਡ ਜਿਹੜੇ ਉਹ ਦੇਣੇ ਆ, ਇਹਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਤੇ ਉਹਦੇ ਮੰਤਰੀ ਮੰਡਲ ਦੁਆਰਾ। ਭਾਰਤ ਵਿੱਚ ਅੰਤਰਰਾਜੀ ਕੌਂਸਲ ਦਾ ਚੇਅਰਮੈਨ ਉਹ ਵੀ ਕੌਣ ਹੁੰਦਾ ਜੀ? ਪ੍ਰਧਾਨ ਮੰਤਰੀ। ਧਿਆਨ ਰੱਖ ਲੈਣਾ, ਬਹੁਤ ਇੰਪੋਰਟੈਂਟ ਹੈ, ਬਹੁਤ ਸਾਰੇ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਗਿਆ ਸਵਾਲ ਹੈ ਜੀ। ਹਾਂਜੀ, ਭਾਰਤ ਵਿੱਚ ਨੀਤੀ ਆਯੋਗ ਦਾ ਚੇਅਰਮੈਨ, ਇਹ ਵੀ ਬਹੁਤ ਇੰਪੋਰਟੈਂਟ ਸਵਾਲ ਹੈ ਜੀ, ਬਹੁਤ ਸਾਰੇ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਗਿਆ ਜੀ, ਠੀਕ ਹੈ ਜੀ। ਇਹ ਵੀ ਪ੍ਰਧਾਨ ਮੰਤਰੀ ਹੁੰਦਾ ਨੀਤੀ ਆਯੋਗ ਦਾ ਚੇਅਰਮੈਨ। ਹਾਂਜੀ, ਹੂ ਇਜ਼ ਦੀ ਪ੍ਰੈਜ਼ੀਡੈਂਟ ਆਫ ਦੀ ਕਾਉਂਸਲ ਆਫ ਸਾਇੰਟੀਫਿਕ who is the president of council and scientific and industrial research? Scientific and industrial research ਦੀ ਜਿਹੜੀ ਕਾਉਂਸਲ ਉਹਦਾ ਪ੍ਰੈਜ਼ੀਡੈਂਟ ਕੌਣ ਹੁੰਦਾ ਜੀ? ਇਹਦਾ ਵੀ ਪ੍ਰੈਜ਼ੀਡੈਂਟ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੁੰਦਾ, ਧਿਆਨ ਰੱਖ ਲੈਣਾ, ਠੀਕ ਹੈ ਜੀ। ਹੂ ਇਜ਼ ਦੀ ਹੈਡ ਆਫ ਦੀ ਨੈਸ਼ਨਲ ਡਿਫੈਂਸ ਕਮੇਟੀ? ਨੈਸ਼ਨਲ ਡਿਫੈਂਸ ਕਮੇਟੀ ਜਿਹੜੀ ਉਹਦਾ ਵੀ ਜਿਹੜਾ ਹੈਡ ਹੁੰਦਾ ਉਹ ਵੀ ਪ੍ਰਧਾਨ ਮੰਤਰੀ ਹੁੰਦਾ, ਪ੍ਰਾਈਮ ਮਿਨਿਸਟਰ ਹੁੰਦਾ। ਹਾਂਜੀ, ਕੁਝ ਇੰਪੋਰਟੈਂਟ ਫੈਕਟ, ਬਹੁਤ ਜ਼ਿਆਦਾ ਇੰਪੋਰਟੈਂਟ, ਇਹਨੂੰ ਧਿਆਨ 'ਚ ਰੱਖਣਾ ਜੀ। ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ, ਸਭ ਤੋਂ ਲੰਬਾ ਅਰਸਾ 12 ਸਾਲ ਤੱਕ ਉਹ ਪ੍ਰਧਾਨ ਮੰਤਰੀ ਰਹੇ। ਮੁਰਾਰਜੀ ਦੇਸਾਈ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਬਣੇ, 1977 ਦੇ ਵਿੱਚ ਬਣੇ ਸੀਗੇ, ਧਿਆਨ 'ਚ ਰੱਖ ਲੈਣਾ ਜੀ। 1977 ਤੋਂ ਪਹਿਲਾਂ ਜਿੰਨੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉਹ ਸਾਰੇ ਕਾਂਗਰਸੀ ਬੰਦੇ ਰਹੇ ਆ। ਜਨਤਾ ਪਾਰਟੀ ਦੇ ਨਾਲ ਸੰਬੰਧ ਰੱਖਦੇ ਸੀ, ਇਹ ਵੀ ਧਿਆਨ 'ਚ ਰੱਖ ਲੈਣਾ, ਠੀਕ ਹੈ ਜੀ। ਮੁਰਾਰਜੀ ਦੇਸਾਈ ਜਨਤਾ ਪਾਰਟੀ ਦੇ ਨਾਲ ਸੰਬੰਧ ਰੱਖਦੇ ਸੀ, 1977 ਦੇ ਵਿੱਚ ਬਣੇ ਸੀ। ਵੀਪੀ ਸਿੰਘ ਇਹ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਬੇਭਰੋਸਗੀ ਮਤਾ ਵਾਪਸ ਲਿਆ ਸੀ। ਮਤਲਬ ਕੀ ਹੈ ਵੀ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ ਵੀਪੀ ਸਿੰਘ ਦੇ ਵਿਰੁੱਧ, ਤੇ ਇਹਨਾਂ ਦੇ ਵਿਰੁੱਧ ਇਹ ਮਤਾ ਪਾਸ ਹੋ ਗਿਆ ਸੀ ਤੇ ਇਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਸੀ, ਠੀਕ ਹੈ ਜੀ। ਜੇ ਪੁੱਛ ਲਿਆ ਜਾਵੇ ਵੀ ਕਿਹੜਾ ਪ੍ਰਧਾਨ ਮੰਤਰੀ ਜਿਹਦੇ ਵਿਰੁੱਧ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ, ਠੀਕ ਹੈ ਜੀ, ਉਹ ਸੀਗੇ ਵੀਪੀ ਸਿੰਘ। HD ਦੇਵਗੌੜਾ ਅਜਿਹੇ ਪ੍ਰਧਾਨ ਮੰਤਰੀ ਹੈ ਜਦੋਂ ਇਹ ਪ੍ਰਧਾਨ ਮੰਤਰੀ ਦੇ ਤੌਰ ਤੇ ਨਿਯੁਕਤ ਹੋਏ ਤਾਂ ਉਸ ਸਮੇਂ ਵਿਧਾਨ ਸਭਾ ਦੇ ਮੈਂਬਰ ਸੀ, ਠੀਕ ਹੈ ਜੀ। ਕਰਨਾਟਕਾ ਦੀ ਵਿਧਾਨ ਸਭਾ ਦੇ ਮੈਂਬਰ ਸੀ ਤੇ ਉੱਥੋਂ HD ਦੇਵਗੌੜਾ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। PV ਨਰਸਿਮਹਾ ਰਾਓ, ਠੀਕ ਹੈ ਜੀ, ਜਦੋਂ ਪ੍ਰਧਾਨ ਮੰਤਰੀ ਦੇ ਤੌਰ ਤੇ ਜਦੋਂ ਬਣੇ ਤਾਂ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸਨ, ਨਾ ਤਾਂ ਲੋਕ ਸਭਾ ਦੇ ਮੈਂਬਰ ਸਨ, ਨਾ ਹੀ ਰਾਜ ਸਭਾ ਦੇ ਮੈਂਬਰ ਸਨ, ਠੀਕ ਹੈ, ਕਲੀਅਰ ਹੋ ਗਿਆ। ਫਿਰ ਇਹਨਾਂ ਨੂੰ 6 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਮੈਂਬਰ ਬਣਾਇਆ ਗਿਆ ਸੀ ਰਾਜ ਸਭਾ। ਇੰਦਰਾ ਗਾਂਧੀ ਭਾਰਤ ਦੀ ਪਹਿਲੀ ਮਹਿਲਾ ਜਿਹੜੀ ਪ੍ਰਧਾਨ ਮੰਤਰੀ ਹੈ ਤੇ ਉਹਨੂੰ ਆਇਰਨ ਲੇਡੀ ਆਫ ਵੂਮਨ ਦੇ ਤੌਰ ਤੇ ਜਾਣਿਆ ਜਾਂਦਾ ਜੀ। ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੈ। ਇਹ ਸਾਰੇ ਇੰਪੋਰਟੈਂਟ ਫੈਕਟ ਇਹਨਾਂ ਨੂੰ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਵਟ ਇਜ਼ ਦੀ ਮਿਨੀਮਮ ਏਜ ਰਿਕੁਆਇਰਮੈਂਟ ਟੂ ਬਿਕਮ ਦੀ ਪ੍ਰਾਈਮ ਮਿਨਿਸਟਰ ਆਫ ਲੋਕ ਸਭਾ? ਪ੍ਰਾਈਮ ਮਿਨਿਸਟਰ ਆਫ ਇੰਡੀਆ, ਭਾਰਤ ਦਾ ਪ੍ਰਧਾਨ ਮੰਤਰੀ ਬਣਨ ਦੇ ਲਈ ਘੱਟੋ ਘੱਟ ਕਿੰਨੀ ਮਿਨੀਮਮ ਉਮਰ ਚਾਹੀਦੀ ਹੈ? ਉਹ ਹੈ ਜੀ 25 ਸਾਲ, ਠੀਕ ਹੈ ਜੀ। ਸਾਰੀਆਂ ਜਿਹੜੀਆਂ ਯੋਗਤਾਵਾਂ ਹੈ, ਕਿਉਂਕਿ ਪ੍ਰਾਈਮ ਮਿਨਿਸਟਰ ਹੈ ਉਹ ਅਸਲ ਵਿੱਚ ਲੋਕ ਸਭਾ ਦਾ ਪਹਿਲਾ ਮੈਂਬਰ ਬਣਦਾ ਹੈ, ਫਿਰ ਜਾ ਕੇ ਉਹ ਪ੍ਰਾਈਮ ਮਿਨਿਸਟਰ ਬਣਦਾ ਹੈ, ਤੇ ਲੋਕ ਸਭਾ ਮੈਂਬਰ ਬਣਨ ਦੀ ਜਿਹੜੀ ਘੱਟੋ ਘੱਟ ਮਿਨੀਮਮ ਏਜ ਆ ਉਹ 25 ਸਾਲ ਹੈ। ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਇਜ਼, ਠੀਕ ਹੈ ਜੀ, ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਣੇ ਤਾਂ ਉਸ ਸਮੇਂ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਸੀ ਰਾਜ ਸਭਾ ਦਾ, ਅਸਾਮ ਤੋਂ, ਠੀਕ ਹੈ, ਧਿਆਨ ਰੱਖ ਲੈਣਾ ਜੀ। ਇੱਕ ਕੇਂਦਰੀ ਮੰਤਰੀ ਜੋ ਸਦਨ ਦਾ ਮੈਂਬਰ ਨਹੀਂ ਉਹਦੇ ਤੇ ਰਹਿ ਸਕਦਾ ਕੋਈ ਅਜਿਹਾ ਮੰਤਰੀ, ਠੀਕ ਹੈ, ਜਿਹੜਾ ਕਿ ਮੰਤਰੀ ਬਣ ਗਿਆ ਸੈਂਟਰ ਗੌਰਮੈਂਟ ਦੇ ਵਿੱਚ, ਪਰ ਉਹ ਮੈਂਬਰ ਨਹੀਂ, ਨਾ ਤਾਂ ਉਹ ਲੋਕ ਸਭਾ ਦਾ ਮੈਂਬਰ ਹੈ ਨਾ ਹੀ ਰਾਜ ਸਭਾ ਦਾ, ਤਾਂ ਉਹਨੂੰ 6 ਮਹੀਨਿਆਂ ਦੇ ਵਿੱਚ ਜਿਹੜਾ ਉਹ ਮੈਂਬਰ ਬਣਨਾ ਪਏਗਾ, ਫਿਰ ਉਹਦੀ ਜਿਹੜੀ ਮਿਨਿਸਟਰੀ ਰਹੇਗੀ, ਨਹੀਂ ਤਾਂ ਉਹਨੂੰ ਮਿਨਿਸਟਰੀ ਤੋਂ ਅਸਤੀਫਾ ਦੇਣਾ ਪਏਗਾ। ਵਿਚ ਪ੍ਰਾਈਮ ਮਿਨਿਸਟਰ ਡਾਈਡ ਆਊਟਸਾਈਡ ਇੰਡੀਆ, ਦੱਸਣਾ ਵੀ ਕਿਹੜਾ ਪ੍ਰਧਾਨ ਮੰਤਰੀ ਦੇਸ਼ ਤੋਂ ਬਾਹਰ ਉਹਦੀ ਡੈਥ ਹੋਈ ਸੀ? ਉਹ ਸੀ ਲਾਲ ਬਹਾਦਰ ਸ਼ਾਸਤਰੀ, ਤੇ ਉਹਦੇ ਦੌਰਾਨ ਕੰਮ ਕਰਦੇ ਹੋਏ ਦੀ ਮੌਤ ਹੋਈ ਸੀ, ਤਾਸ਼ਕੰਦ ਦੇ ਵਿੱਚ ਮੌਤ ਹੋਈ ਸੀ, ਇਹ ਵੀ ਧਿਆਨ ਰੱਖ ਲੈਣਾ ਜੀ, ਠੀਕ ਹੈ ਜੀ, ਤਾਸ਼ਕੰਦ ਦੇ ਵਿੱਚ। ਹਾਂਜੀ, ਪ੍ਰਧਾਨ ਮੰਤਰੀ ਦੁਆਰਾ ਉਦਾਰੀਕਰਨ, ਨਿੱਜੀਕਰਨ, ਵਿਸ਼ਵੀਕਰਨ, ਜਿਹਨੂੰ LPG ਕਹਿੰਦੇ ਨੇ, ਦੀ ਨੀਤੀ ਨੂੰ ਨਵੀਂ ਆਰਥਿਕ ਦਿਨੌਰ ਤੇ ਘੋਸ਼ਿਤ ਕੀਤੀ ਸੀਗੀ, ਇਹ ਦੱਸਣਾ ਜੀ, ਠੀਕ ਹੈ ਜੀ। ਉਹ ਕਿਹੜਾ ਪ੍ਰਧਾਨ ਮੰਤਰੀ ਸੀਗਾ? ਉਹ ਸੀ PV ਨਰਸਿਮਹਾ ਰਾਓ, ਠੀਕ ਹੈ ਜੀ। ਤੇ ਇਹ ਨੀਤੀ ਬਣਾਉਣ ਦੇ ਵਿੱਚ ਜਿਹੜਾ ਮੇਨ ਯੋਗਦਾਨ ਸੀਗਾ ਉਹ ਪ੍ਰੋਫੈਸਰ ਮਨਮੋਹਨ ਸਿੰਘ ਦਾ ਸੀ, ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਬਾਅਦ ਵਿੱਚ ਆ ਕੇ 1992 ਦੇ ਵਿੱਚ, 91 ਦੇ ਵਿੱਚ ਉਹ ਉਸ ਸਮੇਂ ਦੇਸ਼ ਦੇ ਫਾਈਨੈਂਸ ਮਿਨਿਸਟਰ ਸੀਗੇ, ਠੀਕ ਹੈ ਜੀ, ਧਿਆਨ ਰੱਖ ਲੈਣਾ। ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਬਣਨਾ, ਵੈਰੀ ਇੰਪੋਰਟੈਂਟ ਕੁਐਸਚਨ, ਐਗਜ਼ਾਮ 'ਚ ਬਹੁਤ ਵਾਰੀ ਪੁੱਛਿਆ ਗਿਆ। ਸਾਰੇ ਸੋਚਦੇ ਆ ਵੀ ਪ੍ਰਧਾਨ ਮੰਤਰੀ ਜਿਹੜੇ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੈ, ਤੇ ਦੂਸਰੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ, ਤੇ ਸਾਰੇ ਟਿੱਕ ਲਾਏ ਜਾਂਦੇ ਲਾਲ ਬਹਾਦਰ ਸ਼ਾਸਤਰੀ ਦੇ, ਤੇ ਆਨਸਰ ਹੋ ਜਾਂਦਾ ਗਲਤ। ਇਹ ਸੀ ਗੁਲਜ਼ਾਰੀ ਲਾਲ ਨੰਦਾ। ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਡੈਥ ਹੁੰਦੀ ਹੈ ਉਸ ਤੋਂ ਬਾਅਦ ਐਕਟਿੰਗ ਪ੍ਰਾਈਮ ਮਿਨਿਸਟਰ ਬਣਾਇਆ ਜਾਂਦਾ ਗੁਲਜ਼ਾਰੀ ਲਾਲ ਨੰਦਾ ਨੂੰ, ਤੇ ਉਸ ਤੋਂ ਬਾਅਦ ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਬਣਦੇ ਆ ਲਾਲ ਬਹਾਦਰ ਸ਼ਾਸਤਰੀ। ਤੇ ਲਾਲ ਬਹਾਦਰ ਸ਼ਾਸਤਰੀ ਹੈ ਦੇਸ਼ ਦੇ ਬਹੁਤ ਇੱਕ ਸੂਝਵਾਨ ਜਿਹੜੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਰਹੇ ਆ ਦੇਸ਼ ਦੇ ਇਹ, ਤੇ 2 ਅਕਤੂਬਰ ਨੂੰ ਇਹਨਾਂ ਦਾ ਜਿਹੜਾ ਜਨਮ ਦਿਨ ਹੈ ਜਿਹੜਾ ਉਹ ਮਨਾਇਆ ਜਾਂਦਾ। ਹਾਂਜੀ, ਹੇਠਾਂ ਦਿੱਤਿਆਂ ਵਿੱਚੋਂ ਕਿਸ ਨੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਭ ਤੋਂ ਘੱਟ ਸਮਾਂ ਗੁਜ਼ਾਰਿਆ? ਉਹ ਸੀ ਚੌਧਰੀ ਚਰਨ ਸਿੰਘ। ਅੱਛਾ, ਧਿਆਨ ਕੀ ਦੇਣਾ, ਜੇ ਤਾਂ ਇੱਕ ਟਰਮ ਦੀ ਗੱਲ ਕਰੀਏ, ਇੱਕ ਟਰਮ ਦੇ ਵਿੱਚ ਤਾਂ 13 ਦਿਨਾਂ ਦਾ ਜਿਹੜਾ ਸਭ ਤੋਂ ਘੱਟ ਦਿਨਾਂ ਦਾ ਜਿਹੜਾ ਟਰਮ ਰਹੀ ਹੈ ਐਜ਼ ਆ ਪ੍ਰਾਈਮ ਮਿਨਿਸਟਰ, ਉਹ ਰਹੀ ਅਟਲ ਬਿਹਾਰੀ ਵਾਜਪਾਈ ਦੀ, ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਪਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕਿਹਾ ਐਜ਼ ਆ ਟਰਮ ਨਹੀਂ ਗਿਆ, ਇਹਦੇ ਵਿੱਚ ਇਹ ਹੈ ਚੌਧਰੀ ਚਰਨ ਸਿੰਘ। ਚੌਧਰੀ ਚਰਨ ਸਿੰਘ ਇੱਕ ਅਜਿਹੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਜਿਨ੍ਹਾਂ ਨੇ ਸੰਸਦ ਦੇ ਵਿੱਚ ਚਰਨ ਹੀ ਨਹੀਂ ਪਾਇਆ, ਸੰਸਦ ਦਾ ਸਾਹਮਣਾ ਹੀ ਨਹੀਂ ਕੀਤਾ ਜਿਨ੍ਹਾਂ ਨੇ, ਠੀਕ ਹੈ, ਇਹ ਧਿਆਨ ਰੱਖ ਲੈਣਾ, ਚਰਨ ਤੋਂ ਹੀ ਸਪਸ਼ਟ ਹੋ ਜਾਣਾ, ਠੀਕ ਹੈ ਜੀ। ਹਾਂਜੀ, ਇਕੱਲੇ ਭਾਰਤੀ ਪ੍ਰਧਾਨ ਮੰਤਰੀ ਦਾ ਨਾਮ ਦੱਸਣਾ ਹੈ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸੰਸਦ ਦਾ ਸਾਹਮਣਾ ਨਹੀਂ ਕੀਤਾ, ਭਾਵ ਸੰਸਦ ਦੇ ਵਿੱਚ ਪੈਰ ਹੀ ਨਹੀਂ ਪਾਇਆ, ਉਹ ਸੀ ਚੌਧਰੀ ਚਰਨ ਸਿੰਘ। 1965 ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਜੰਗ ਦੌਰਾਨ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਸੀ? ਠੀਕ ਹੈ ਜੀ, ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ 1965 ਦਾ ਯੁੱਧ ਚੱਲ ਰਿਹਾ ਸੀ ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਸੀ ਲਾਲ ਬਹਾਦਰ ਸ਼ਾਸਤਰੀ, ਠੀਕ ਹੈ, ਵੈਰੀ ਇੰਪੋਰਟੈਂਟ, ਠੀਕ ਹੈ ਜੀ। ਮੈਨੂੰ ਉਮੀਦ ਹੈ ਅੱਜ ਦਾ ਜਿਹੜਾ ਸੈਸ਼ਨ ਆਪ ਜੀ ਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।